905 874 33 33 ਤੇ ਤੁਸੀਂ ਇਹਨਾਂ ਨਾਲ ਬਾਅਦ ਵਿੱਚ ਵੀ ਗੱਲਬਾਤ ਕਰ ਸਕਦੇ ਹੋ। ਤੇ ਹੁਣ ਸਮਾਂ ਹੈ ਜੇਕਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਮੇਰੇ ਸੈੱਲ ਨੰਬਰ ਦੇ ਉੱਤੇ ਆਪਣਾ ਕੁਐਸਚਨ ਟੈਕਸਟ ਕਰ ਦਿਓ। ਪਹਿਲਾਂ ਤੁਹਾਡੇ ਕੁਐਸਚਨ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਅਸੀਂ ਲਵਾਂਗੇ 647 281 4857 ਤੇ ਤੁਸੀਂ ਹੁਣ ਆਪਣੇ ਕੁਐਸਚਨ ਟੈਕਸਟ ਕਰਨੇ ਨੇ। ਰੂਬਲ ਸਾਹਿਬ ਰੇਡੀਓ ਪ੍ਰੋਗਰਾਮ ਦੇ ਆਪਣਾ ਪੰਜਾਬੀ ਦੀ ਮਹਿਫਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਜਿਵੇਂ ਤੁਸੀਂ ਦੱਸਿਆ ਕਿ ਸਾਡੇ ਕਲੀਨਿਕ ਦਾ ਨੰਬਰ ਹੈ 905 874 33 33 ਤੇ ਜੇ ਕਿਸੇ ਵੀ ਵੀਰ ਭੈਣ ਨੇ ਕੋਈ ਕੁਐਸਚਨ ਪੁੱਛਣਾ ਹੈਗਾ ਤੇ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਹੋ। ਨੰਬਰ ਹੈ 647 281 48 57 647 281 48 57। ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਚੱਲਦੇ ਦੌਰਾਨ ਤੁਹਾਡੇ ਸਾਰੇ ਕੁਐਸਚਨਸ ਜਿਹੜੇ ਹੈਗੇ ਆ ਉਹਨਾਂ ਨੂੰ ਆਨਸਰ ਕੀਤਾ ਜਾਵੇ। ਪਰ ਜੇ ਤੁਸੀਂ ਡਰਾਈਵ ਕਰ ਰਹੇ ਹੋ ਜਾਂ ਕਿਤੇ ਬਿਜ਼ੀ ਹੋ ਤਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਤੋਂ ਬਾਅਦ ਟੋਰਾਂਟੋ ਸਮਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡੇ ਕਲੀਨਿਕ ਦੇ ਉੱਤੇ ਫੋਨ ਕਰ ਸਕਦੇ ਹੋ। ਨੰਬਰ ਹੈ 905 874 33 33 905 874 3333। 905 874 33 33 ਤੇ ਰੂਬਲ ਸਾਹਿਬ ਨਾਲ ਤੁਸੀਂ ਬਾਅਦ ਵਿੱਚ ਵੀ ਗੱਲਬਾਤ ਕਰਨੀ ਹੈ। ਤੇ ਰੂਬਲ ਸਾਹਿਬ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਹਮੇਸ਼ਾ ਸ਼ੁਰੂ ਕਰਦੇ ਹਾਂ ਆਪਣੀ ਜਿਹੜੀ ਡੇਲੀ ਲਾਈਫ ਹੈ, ਡੇਲੀ ਲਾਈਫ ਤੋਂ ਕਿ ਹਰ ਕੋਈ ਬੰਦਾ ਸਵੇਰੇ ਜਦੋਂ ਉੱਠਦਾ ਤੇ ਉੱਠਦੇ ਸਾਰ ਹੀ ਚਾਹੁੰਦਾ ਕਿ ਬਿਲਕੁਲ ਮੈਂ ਫਰੈਸ਼ ਹੋਵਾਂ, ਤੰਦਰੁਸਤ ਹੋਵਾਂ ਤੇ ਤੰਦਰੁਸਤ ਹੋ ਕੇ ਜਲਦੀ ਜਲਦੀ ਆਪਣੇ ਕੰਮ ਤੇ ਕਰਾਂ ਤੇ ਜਾਵਾਂ ਤੇ ਕੰਮ ਕਰ ਨਿਬੇੜ ਕੇ ਵਾਪਸ ਪਰਤਾਂ। ਲੇਕਿਨ ਸਵੇਰੇ ਉੱਠਦੇ ਸਾਰੀ ਜਦੋਂ ਤੁਹਾਡੇ ਵਿੱਚੋਂ ਲੇਜ਼ੀਪਨ ਦੂਰ ਨਹੀਂ ਹੁੰਦਾ, ਆਲਸ ਦੂਰ ਨਹੀਂ ਹੁੰਦੀ ਤੇ ਸਾਰਾ ਦਿਨ ਫਿਰ ਤੁਹਾਡਾ ਬੇਸ਼ੱਕ ਤੁਸੀਂ ਸ਼ਾਵਰ ਵੀ ਲੈਂਦੇ ਹੋ ਫਿਰ ਵੀ ਆਲਸ ਪਈ ਰਹਿੰਦੀ ਹੈ ਤੇ ਤੁਸੀਂ ਕੰਮ ਕਾਰ ਦੇ ਉੱਤੇ ਜਾ ਕੇ ਵੀ ਆਲਸ ਦਿਖਾਉਂਦੇ, ਦੂਜੇ ਲੋਕਾਂ ਦੇ ਉੱਤੇ ਪ੍ਰਭਾਵ ਇਹਨਾਂ ਚੀਜ਼ਾਂ ਦਾ ਪੈਂਦਾ ਹੈ। ਤੁਹਾਡੀ ਆਪਣੀ ਜ਼ਿੰਦਗੀ ਤਾਂ ਹੁੰਦੀ ਹੈ। ਤੇ ਰੂਬਲ ਸਾਹਿਬ ਇਹਦੇ ਵਿੱਚ ਆਪਾਂ ਸ਼ੁਰੂ ਤੋਂ ਇਹੀ ਗੱਲਬਾਤ ਕਰਦੇ ਕਿ ਸਵੇਰੇ ਉੱਠਦੇ ਤੁਹਾਨੂੰ ਆਲਸ ਦਾ ਸਾਹਮਣਾ ਕਿਉਂ ਕਰਨਾ ਪੈਂਦਾ? ਕਿ ਰਾਤ ਨੂੰ ਟੁੱਟ ਭੱਜ ਦੇ ਕਰਕੇ ਨੀਂਦ ਨਹੀਂ ਆਉਂਦੀ ਜਾਂ ਨੀਂਦ ਨਾ ਆਉਣ ਦੇ ਕਰਕੇ ਵੀ ਹੋ ਸਕਦਾ ਜਾਂ ਹੋਰ ਵੀ ਵਜ੍ਹਾ ਹੋ ਸਕਦੀ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਲਸ ਦਾ ਸਾਹਮਣਾ ਕਰਨਾ ਪੈਂਦਾ? ਦੇਖੋ ਸਭ ਇਹਦੇ ਵਿੱਚ ਕਈ ਤਰ੍ਹਾਂ ਦੇ ਸਿਨੈਰੀਓਜ਼ ਜਿਹੜੇ ਆ ਉਹ ਆਉਂਦੇ ਆ ਜਿਹਦੇ ਕਰਕੇ ਤੁਸੀਂ ਟਾਇਰਡ ਮਹਿਸੂਸ ਕਰਦੇ ਹੋ। ਇੱਕ ਤੇ ਜਿਹੜੀ ਆ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਨੀਂਦ ਜਿਹੜੀ ਆ ਪ੍ਰੋਪਰ ਨਹੀਂ ਆਉਂਦੀ। ਤੁਸੀਂ ਦੇਖੋ ਕਿ ਜਦੋਂ ਅਸੀਂ ਸਵੇਰੇ ਉੱਠਦੇ ਹੈਗੇ ਆ ਜਾਂ ਤੁਰਦੇ ਫਿਰਦੇ ਹੈਗੇ ਆ ਤੇ ਸਾਡੀ ਬਾਡੀ ਦਾ ਮੈਟਾਬੋਲਿਜ਼ਮ ਹੈ ਇੱਕ। ਸੋ ਮੈਟਾਬੋਲਿਜ਼ਮ ਦੇ ਵਿੱਚ ਜਿਹੜੀਆਂ ਸਾਡੀ ਬਾਡੀ ਦੇ ਵਿੱਚ ਜਦੋਂ ਅਸੀਂ ਚੱਲਦੇ ਫਿਰਦੇ ਆ ਮੈਟਾਬੋਲਿਜ਼ਮ ਦੇ ਦੋ ਪਾਰਟ ਹੈ, ਇੱਕ ਨੂੰ ਅਸੀਂ ਕਟੈਬੋਲਿਜ਼ਮ ਕਹਿੰਦੇ, ਇੱਕ ਨੂੰ ਅਸੀਂ ਅਨੈਬੋਲਿਜ਼ਮ ਕਹਿੰਦੇ ਆ। ਸੋ ਕਟੈਬੋਲਿਜ਼ਮ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਸਵੇਰੇ ਚੱਲਦੇ ਫਿਰਦੇ ਹਾਂ ਤੇ ਉਹਦੇ ਵਿੱਚ ਬਾਡੀ ਦੀ ਭੰਨ ਤੋੜ ਹੁੰਦੀ ਰਹਿੰਦੀ ਆ, ਮਸਲਸ ਜਿਹੜੇ ਆ ਟੁੱਟਦੇ ਰਹਿੰਦੇ ਆ, ਬਾਡੀ ਦੇ ਅੰਦਰ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਜਿਹਦੇ ਵਿੱਚ ਕਿ ਬਾਡੀ ਕੱਟਦੀ ਆਪਣੇ ਆਪ ਨੂੰ। ਸੋ ਜਦੋਂ ਉਹਦੀ ਰਿਪੇਅਰ ਹੋਣੀ ਹੈ, ਰਿਪੇਅਰ ਉਦੋਂ ਹੁੰਦੀ ਹੈ ਜਦੋਂ ਅਸੀਂ ਸੌਂਦੇ ਹਾਂ। ਸੋ ਜਦੋਂ ਜਿਹੜਾ ਅਨੈਬੋਲਿਜ਼ਮ ਪਾਰਟ ਹੈ ਬਾਡੀ ਦਾ ਜਿਹਦੇ ਵਿੱਚ ਉਹਨੇ ਆਪਣੇ ਆਪ ਨੂੰ ਰੀਬਿਲਡ ਕਰਨਾ, ਰਿਪੇਅਰਸ ਕਰਨੀ ਹੈਗੀ ਹੈ, ਪੂਰੀ ਬਾਡੀ ਦੀ ਮਸਲਸ ਦੀ ਰਿਪੇਅਰ ਕਰਨੀ ਹੈ, ਉਹ ਅਨੈਬੋਲਿਜ਼ਮ ਪਾਰਟ ਜਿਹੜਾ ਆ ਆਉਂਦਾ ਆ ਜਦੋਂ ਅਸੀਂ ਰੈਸਟ ਕਰਦੇ ਹੈਗੇ। ਅਤੇ ਉਹ ਜਿਹੜੀ ਹੈ ਜੇ ਅਸੀਂ ਰੈਸਟ ਪ੍ਰੋਪਰ ਨਹੀਂ ਕਰ ਰਹੇ ਹੈਗੇ ਜਾਂ ਲੌਂਗ ਇਨਫ ਸਲੀਪ ਲੈ ਹੀ ਨਹੀਂ ਰਹੇ ਹੈਗੇ ਅਤੇ ਉਹਦੇ ਕਰਕੇ ਸਾਨੂੰ ਜਿਹੜੀ ਹੈ ਸਵੇਰੇ ਟਾਇਰਡਨੈਸ ਜਿਹੜੀ ਉਹ ਮਹਿਸੂਸ ਹੋਏਗੀ, ਆਲਸੀਪਨ ਜਿਹੜਾ ਹੈਗਾ ਉਹ ਮਹਿਸੂਸ ਹੋਏਗਾ। ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਰਾਤ ਨੂੰ ਹੁਣ ਆਮ ਲੋਕ ਅਸੀਂ ਬੜੇ ਦੇਖਦੇ ਹਾਂ ਜਿਹੜੇ ਕਹਿੰਦੇ ਕਿ ਦੇਖੋ ਜੀ ਮੈਂ ਤਾਂ ਸ਼ੁਰੂ ਤੋਂ ਹੀ ਬਸ 4-5 ਘੰਟੇ ਜਿਹੜਾ ਮੈਂ ਸੌਂਦਾ ਜਾਂ ਕਈ ਤਾਂ ਇਸ ਤੋਂ ਵੀ ਘੱਟ ਜਿਹੜਾ ਉਹ ਸੌਂਦੇ ਹੈਗੇ। ਐਂਡ ਉਹ ਸਵੇਰੇ ਉੱਠਦਿਆਂ ਸਾਰ ਹੀ ਤੁਸੀਂ ਦੇਖੋ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਚਾਹ ਜਾਂ ਕੌਫੀ ਦੀ ਜ਼ਰੂਰਤ ਪੈਂਦੀ ਹੈ ਅੱਖਾਂ ਖੋਲ੍ਹਣ ਵਾਸਤੇ। ਸੋ ਤੁਸੀਂ ਫੋਰਸਫੁਲੀ ਬਾਡੀ ਨੂੰ ਜਿਹੜਾ ਉਹਨੂੰ ਵੇਕਅਪ ਕਰ ਰਹੇ ਹੈਗੇ ਜਦ ਐਂਡ ਅਲਾਰਮ ਵੀ ਕਈਆਂ ਨੇ ਜਿਹੜੇ ਹੈਗੇ ਉਹ ਲਾਏ ਹੁੰਦੇ ਹੈਗੇ। ਜਦ ਕਿ ਜੇ ਤੁਸੀਂ ਲੌਂਗ ਇਨਫ ਸਲੀਪ ਜਿਹੜੀ ਉਹ ਲੈ ਰਹੇ ਹੋ, ਤੁਹਾਨੂੰ ਲੱਗਦਾ ਆ ਕਿ ਤੁਸੀਂ ਪ੍ਰੋਪਰ ਜਿਹੜੀ ਆ ਸੌਂ ਰਹੇ ਹੋ, ਰੈਸਟ ਦੇ ਰਹੇ ਹੋ ਬਾਡੀ ਨੂੰ, ਅਤੇ ਤੁਹਾਡੀ ਬਾਡੀ ਨੂੰ ਜ਼ਰੂਰਤ ਹੀ ਹੈ ਨਹੀਂ ਹੈਗੀ ਕਿਸੇ ਵੀ ਅਲਾਰਮ ਦੀ, ਉਹਨੇ ਆਪਣੇ ਆਪ ਹੀ ਜਿਹੜਾ ਉੱਠ ਪੈਣਾ ਹੈਗਾ ਉਸੇ ਟਾਈਮ ਦੇ ਉੱਤੇ। ਸੋ ਇੱਕ ਤਾਂ ਇਹ ਬੜਾ ਇੱਕ ਵੱਡਾ ਕਾਰਨ ਹੁੰਦਾ ਹੈ ਜਦੋਂ ਸਵੇਰੇ ਸਵੇਰੇ ਜਿਹੜੀ ਆਪਾਂ ਨੂੰ ਸੁਸਤੀ ਪੈਂਦੀ ਹੈਗੀ ਹੈ ਕਿ ਅਸੀਂ ਰਾਤ ਦੀ ਨੀਂਦ ਜਿਹੜੀ ਉਹ ਪ੍ਰੋਪਰ ਨਹੀਂ ਲਈ ਰਹੀ ਹੁੰਦੀ। ਹੁਣ ਆਮ ਕਰਕੇ ਕਈ ਲੋਕ ਇਹ ਵੀ ਕਹਿ ਦਿੰਦੇ ਆ ਕਿ ਦੇਖੋ ਜੀ ਅਸੀਂ ਕੋਸ਼ਿਸ਼ ਤਾਂ ਕਰਦੇ ਹੈਗੇ ਆ ਜੀ ਪਰ ਮੈਨੂੰ ਨੀਂਦ ਆਉਂਦੀ ਨਹੀਂ। ਸੋ ਆਬਵੀਅਸਲੀ ਉਹ ਇੱਕ ਆਦਤ ਬਣਾਈ ਹੁੰਦੀ ਹੈਗੀ ਹੈ ਨਾ, ਜਿੰਨੀ ਬਾਡੀ ਨੂੰ ਤੁਸੀਂ ਜਿੱਦਾਂ ਮਰਜ਼ੀ ਉਹਨੂੰ ਢਾਲ ਲਵੋ ਉਹਨੇ ਉੱਦਾਂ ਹੀ ਤੁਰ ਪੈਣਾ।
ਹੁਣ ਜੇ ਤੁਸੀਂ ਉਹਨੂੰ ਗਜਾ ਹੀ ਇਸ ਤਰੀਕੇ ਦੇ ਨਾਲ ਲਿਆ ਕਿ ਵੀ ਮੈਂ 3-4 ਘੰਟੇ ਹੀ ਸੌਣਾ, ਤੇ ਆਬਵੀਅਸਲੀ ਤੁਸੀਂ ਉਹਨੂੰ ਜੇ ਜ਼ਿਆਦਾ ਚਿਰ ਲੰਮੇ ਪੈਣ ਦੀ ਕੋਸ਼ਿਸ਼ ਕਰੋਗੇ ਤੇ ਉਹ ਤੁਹਾਨੂੰ ਸਿਰ 'ਚ ਦਰਦ ਹੋਏਗੀ, ਜਾਂ ਪਿੱਠ ਜਿਹੜੀ ਉਹ ਆਕੜ ਜਾਂਦੀ ਹੈ, ਜਾਂ ਹੋਰ ਇੱਦਾਂ ਦੀਆਂ ਚੀਜ਼ਾਂ। ਇਹਨਾਂ ਨੂੰ ਹੌਲੀ ਹੌਲੀ ਤੁਹਾਨੂੰ ਗ੍ਰੈਜੂਅਲੀ ਵਧਾਉਣਾ ਚਾਹੀਦਾ। ਸੋ ਇਹ ਨਹੀਂ ਕਿ ਜੇ ਤੁਸੀਂ ਅੱਜ ਇੰਨੇ ਸਾਲਾਂ ਤੋਂ ਤੁਸੀਂ 3-4 ਘੰਟੇ ਸੌਂ ਰਹੇ ਹੋ ਤੇ ਹੁਣ ਆਊਟ ਆਫ ਸਡਨ ਮੇਰੀ ਗੱਲਬਾਤ ਸੁਣ ਕੇ ਤੁਸੀਂ ਕਹੋ ਕਿ ਹੁਣ ਭਾਈ ਮੈਂ 8 ਘੰਟੇ ਕੱਲ੍ਹ ਤੋਂ ਸੌਣਾ, ਤੇ ਉਹ ਕਦੀ ਵੀ ਨਹੀਂ ਹੋ ਪਾਉਣਾ। ਸੋ ਉਹਦੇ ਵਾਸਤੇ ਉਹਨੂੰ ਹੌਲੀ ਹੌਲੀ ਗ੍ਰੈਜੂਅਲੀ ਬਾਡੀ ਨੂੰ ਜਿਹੜਾ ਆ ਤੁਹਾਨੂੰ ਯੂਜ਼ ਟੂ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਹੈ। ਸੋ ਜੇ ਤੁਸੀਂ ਉਹ ਕਰਦੇ ਹੋ ਤੇ ਉਹ ਤੁਹਾਡੀ ਨੀਂਦ ਜਿਹੜੀ ਹੈਗੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ। ਸੋ ਇੱਕ ਤਾਂ ਸਿਨੈਰੀਓ ਇਹ ਹੈ। ਦੂਸਰਾ ਸਿਨੈਰੀਓ ਇਹ ਹੁੰਦਾ ਹੈਗਾ ਆ ਕਿ ਬਾਡੀ ਦੇ ਅੰਦਰ ਤੁਹਾਡੀ ਅਬਜ਼ੋਰਪਸ਼ਨ ਘੱਟ ਹੈ ਨਿਊਟ੍ਰੀਐਂਟਸ ਦੇ ਵਾਸਤੇ। ਜੋ ਅਸੀਂ ਖਾਂਦੇ ਪੀਂਦੇ ਹੈਗੇ ਆ, ਬਾਡੀ ਦੀ ਸਾਡੀ ਜਿਹੜੀ ਛੋਟੀ ਅੰਤੜੀ ਹੈ, ਸਮੋਲ ਇੰਟੈਸਟਾਈਨ ਆ, ਉਹਦਾ ਪਾਰਟ ਇਹ ਹੈ ਕਿ ਉਹਨੇ ਜੋ ਵੀ ਅਸੀਂ ਰੋਟੀ ਦੇ ਵਿੱਚੋਂ, ਫੂਡ ਦੇ ਵਿੱਚੋਂ ਖਾਣਾ ਪੀਣਾ ਹੈਗਾ, ਉਹਦੇ ਵਿੱਚੋਂ ਨਿਊਟ੍ਰੀਐਂਟਸ ਕੱਢਣੇ ਆ ਸੋ ਦੈਟ ਕਿ ਬਾਡੀ ਆਪਣੇ ਮੈਟਾਬੋਲਿਜ਼ਮ ਨੂੰ ਰੈਗੂਲੇਟ ਕਰ ਸਕੇ ਜਿਹੜੀਆਂ ਪਾਰਟਸ ਦੇ ਉੱਤੇ। ਅਤੇ ਜੇ ਉਹ ਤੁਹਾਡਾ ਨਿਊਟ੍ਰੀਐਂਟਸ ਅਬਜ਼ੋਰਬ ਹੀ ਨਹੀਂ ਹੋ ਪਾ ਰਹੇ ਹੈਗੇ, ਉਹਦੇ ਨਾਲ ਤੁਹਾਨੂੰ ਸੁਸਤੀ ਪਏਗੀ, ਸਰੀਰ ਦੇ ਅੰਦਰ ਕਮਜ਼ੋਰੀ ਆਏਗੀ, ਛਾਈਆਂ ਤੱਕ ਪੈਂਦੀਆਂ ਹੈਗੀਆਂ। ਸੋ ਉਹ ਲੋਕ ਜਿਨ੍ਹਾਂ ਨੂੰ ਮੂੰਹ ਦੇ ਉੱਤੇ ਛਾਈਆਂ ਰਹਿੰਦੀਆਂ ਹੈਗੀਆਂ, ਮੋਸਟ ਆਫ ਦਾ ਟਾਈਮ ਉਹ ਮਾਲ ਅਬਜ਼ੋਰਪਸ਼ਨ ਦੀ ਪ੍ਰੋਬਲਮ ਹੁੰਦੀ ਹੈ। ਮਤਲਬ ਕਿ ਸਾਡੀ ਜਿਹੜੀ ਛੋਟੀ ਅੰਤੜੀ ਹੈ ਉਹਦੀ ਅਬਜ਼ੋਰਪਸ਼ਨ ਜਿਹੜੀ ਉਹ ਘਟ ਜਾਂਦੀ ਹੈਗੀ ਹੈ। ਸੋ ਘਟਣ ਦੇ ਨਾਲ ਉਹ ਫਿਰ ਬਾਡੀ ਨਿਊਟ੍ਰੀਐਂਟਸ ਜਿਹੜੇ ਆ ਉਹਨੂੰ ਤਾਂ ਬਾਡੀ ਨੂੰ ਤਾਂ ਚਾਹੀਦੇ ਆ। ਜਸਟ ਲਾਈਕ ਜਿੱਦਾਂ ਕੋਈ ਪ੍ਰੈਗਨੈਂਟ ਲੇਡੀ ਹੈ, ਜੇ ਉਹ ਨਹੀਂ ਵੀ ਪ੍ਰੋਪਰ ਫੂਡ ਖਾਂਦੀ ਤੇ ਬੱਚੇ ਨੂੰ ਫਿਰ ਵੀ ਫੂਡ ਜਿਹੜਾ ਆ ਉਹਨਾਂ ਨੂੰ ਮਿਲਦਾ ਰਹਿੰਦਾ, ਭਾਵੇਂ ਕਿ ਉਹ ਜਿਹੜੀ ਮਾਂ ਦੀਆਂ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਕੱਢਣਾ ਪਵੇ, ਜਾਂ ਆਇਰਨ ਜਿਹੜਾ ਹੈਗਾ ਆ ਉਹਨੂੰ ਬਲੱਡ ਦੇ ਵਿੱਚੋਂ ਕੱਢਣਾ ਪਵੇ, ਪਰ ਫੀਟਸ ਨੂੰ, ਬੱਚੇ ਨੂੰ ਜਿਹੜਾ ਆ ਉਹ ਸਾਰੀਆਂ ਨਿਊਟ੍ਰੀਐਂਟਸ ਜਿਹੜੇ ਜਾਂਦੇ ਹੀ ਰਹਿੰਦੇ ਆ, ਤੁਸੀਂ ਖਾਓ ਜਾਂ ਨਾ। ਸੋ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਕੋਈ ਵੀ ਅਡਲਟ ਹੈ, ਜੇ ਤੁਹਾਡੀ ਮਾਲ ਅਬਜ਼ੋਰਪਸ਼ਨ ਹੈਗੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੋਟੀ ਪਾਣੀ ਖਾਂਦੇ ਤਾਂ ਪਏ ਹੋ, ਲੱਗਦਾ ਨਹੀਂ ਪਿਆ। ਤੇ ਕਈ ਲੋਕ ਆਮ ਤੁਸੀਂ ਸੁਣਿਆ ਹੋਣਾ ਕਹਿੰਦੇ ਹੈਗੇ ਆ ਕਿ ਜੀ ਮੈਂ ਜਿੰਨੀ ਵਾਰੀ ਬਲੱਡ ਟੈਸਟ ਕਰਾਉਣਾ ਮੇਰਾ ਆਇਰਨ ਹਮੇਸ਼ਾ ਹੀ ਘੱਟ ਆਉਂਦਾ ਆ, ਪਰ ਮੈਂ ਆਇਰਨ ਦੇ ਕੈਪਸੂਲ ਵੀ ਖਾਈ ਜਾਣਾ, ਪਰ ਮੇਰੀ ਆਇਰਨ ਕਦੀ ਪੂਰੀ ਨਹੀਂ ਹੁੰਦੀ, ਜਾਂ B12 ਕਦੀ ਪੂਰਾ ਹੀ ਨਹੀਂ ਹੁੰਦਾ। ਸੋ ਇਹ ਵੀ ਇੱਕ ਜਿਹੜਾ ਆ ਸਿਨੈਰੀਓ ਹੁੰਦਾ ਕਿ ਤੁਹਾਡੀ ਮਾਲ ਅਬਜ਼ੋਰਪਸ਼ਨ ਹੈ, ਮਤਲਬ ਕਿ ਛੋਟੀ ਅੰਤੜੀ ਦੀ ਅਬਜ਼ੋਰਪਸ਼ਨ ਜਿਹੜੀ ਆ ਉਹ ਘਟ ਗਈ ਹੈ ਕਾਫੀ ਜ਼ਿਆਦਾ, ਜਿਹਦੀ ਵਜ੍ਹਾ ਦੇ ਕਰਕੇ ਤੁਸੀਂ ਜਿੰਨਾ ਮਰਜ਼ੀ ਕਰੀ ਜਾਵੋ, ਨਿਊਟ੍ਰੀਐਂਟਸ ਲਈ ਜਾਵੋ, ਬਾਡੀ ਨੇ ਉਹਨੂੰ ਪਹੁੰਚਾਉਣਾ ਹੀ ਹੈ ਨਹੀਂ ਹੈਗਾ, ਜਾਂ ਉਹਨੂੰ ਅਬਜ਼ੋਰਬ ਨਹੀਂ ਕਰਨਾ। ਸੋ ਉਹਦੀ ਵਜ੍ਹਾ ਦੇ ਕਰਕੇ ਵੀ ਜਦੋਂ ਤੁਸੀਂ ਫਿਰ ਸੁਸਤੀ ਜਿਹੜੀ ਆ ਜਾਂ ਆਲਸ ਜਿਹੜਾ ਉਹ ਰਹਿੰਦਾ ਹੈਗਾ, ਉਹਦੇ ਨਾਲ ਤੁਹਾਨੂੰ ਵੀਕਨੈਸ ਜਿਹੜੀ ਉਹ ਆਉਂਦੀ ਹੈ। ਅਤੇ ਤੀਸਰਾ ਸਿਨੈਰੀਓ ਸਿੰਪਲੀ ਇਹ ਹੋ ਸਕਦਾ ਹੈਗਾ ਕਿ ਅਬਜ਼ੋਰਪਸ਼ਨ ਤਾਂ ਠੀਕ ਹੈ, ਪਰ ਤੁਸੀਂ ਨਹੀਂ ਕੁਛ ਖਾ ਰਹੇ ਹੈਗੇ ਹੋ, ਤੁਸੀਂ ਆਪਣੀ ਡਾਇਟ ਕੀਤੀ ਹੋਈ ਹੈਗੀ ਹੈ। ਇਸ ਹਿਸਾਬ ਦੇ ਨਾਲ ਮੈਂ ਕਈ ਵਾਰੀ ਜਿਹੜਾ ਹੈ ਗੁਰਪਾਲ ਜੀ ਪੇਸ਼ੈਂਟਸ ਦੇ ਸਾਡੇ ਕੋਲ ਅਸੀਂ ਕਈਆਂ ਨੂੰ ਜੇ ਦੇਖਣਾ ਹੁੰਦਾ ਕਿ ਉਹ ਕਿੰਨਾ ਕੁ ਰੋਟੀ ਪਾਣੀ ਖਾਂਦੇ, ਜਾਂ ਕਿੰਨੀਆਂ ਕੁ ਕੈਲਰੀਜ਼ ਜਿਹੜੀਆਂ ਉਹ ਖਾਂਦੇ ਆ। ਉਹਦੇ ਵਾਸਤੇ ਅਸੀਂ ਪੇਸ਼ੈਂਟ ਨੂੰ ਇੱਕ 7 ਡੇਜ਼ ਦੀ ਇੱਕ ਐਕਸਰਸਾਈਜ਼ ਦੇਈ ਦੀ ਹੈ ਕਿ 7 ਦਿਨ ਤੁਸੀਂ ਮੋਨੀਟਰ ਕਰਨਾ ਕਿ ਤੁਸੀਂ ਆਪਣੀ ਕੀ ਕੁਛ ਖਾਂਦੇ ਹੋ। ਜਦੋਂ ਵੀ ਤੁਸੀਂ ਕੁਛ ਖਾਣਾ ਤੇ ਤੁਸੀਂ ਉਹ ਲਿਖ ਲੈਣਾ ਆਪਣੇ ਚਾਰਟ ਦੇ ਉੱਤੇ ਕਿ ਤੁਸੀਂ ਇੰਨੇ ਵਜੇ ਆਹ ਚੀਜ਼ ਖਾਧੀ ਹੈਗੀ ਹੈ, ਭਾਵੇਂ ਪਾਣੀ ਵੀ ਜੇ ਪੀਤਾ, ਕਿੰਨੀ ਖਾਧੀ। ਅਤੇ ਉਹ ਫਿਰ ਜਦੋਂ ਸਾਡੇ ਕੋਲ ਉਹ ਸਾਨੂੰ ਸਬਮਿਟ ਕਰਵਾਉਂਦੇ ਹੈਗੇ ਆ, ਅਤੇ ਫਿਰ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਵਾਰੀ ਉਹ ਕੁਛ ਵੀ ਨਹੀਂ ਹੁੰਦਾ, ਕੈਲਰੀਜ਼ ਹੁੰਦੀਆਂ ਹੀ ਹੈ ਨਹੀਂ ਇੰਨੀਆਂ। ਮਤਲਬ ਐਵਰੇਜਲੀ ਤੁਸੀਂ ਦੇਖੋ ਕਿ 2000 ਕੈਲਰੀਜ਼ ਜਿਹੜੀਆਂ 2200 ਕੈਲਰੀਜ਼ ਜਿਹੜੀਆਂ ਉਹ ਸਾਨੂੰ ਜੇ ਚਾਹੀਦੀਆਂ, ਅਤੇ ਕਈ ਲੋਕ ਆ ਜਿਹੜੇ 700-800 ਕੈਲਰੀਜ਼ ਦੇ ਉੱਤੇ ਹੀ ਜਿਹੜਾ ਹੈਗਾ ਉਹ ਗੁਜ਼ਾਰਾ ਕਰ ਰਹੇ ਹੁੰਦੇ। ਅਤੇ ਉਹ ਕਈ ਵਾਰੀ ਹੁੰਦੇ ਵੀ ਉਹ ਕਾਫੀ ਮਤਲਬ ਮੋਟੇ ਆ, ਕਈ ਲੋਕ ਹੁੰਦੇ ਜਿਹੜੇ ਮੋਟੇ, ਐਂਡ ਉਹ ਸਾਰੇ ਮੋਸਟ ਆਫ ਦਾ ਟਾਈਮ ਲੋਕ ਥਿੰਕ ਕਰਦੇ ਆ ਕਿ ਜੇ ਮੈਂ ਮੋਟਾ ਆ ਅਤੇ ਜੇ ਮੈਂ ਕੈਲਰੀਜ਼ ਘਟਾ ਦਿਆਂਗਾ ਅਤੇ ਮੇਰਾ ਪੇਟ ਜਾਂ ਵੇਟ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ। ਯੈਸ ਘਟਦਾ ਹੈਗਾ, ਪਰ ਉਹ ਬਹੁਤ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹਦੇ ਵਿੱਚ ਕੈਲਰੀਜ਼ ਕਿੰਨੀ ਹੈ ਜਾਂ ਕੀ ਹੈ ਚੀਜ਼। ਪ੍ਰੋਬਲਮ ਹੀ ਇੱਥੋਂ ਪੈਂਦੀ ਹੈ ਨਾ। ਬਹੁਤ ਸਾਰੇ ਲੋਕ ਜਿਹੜੀ ਚੀਜ਼ ਮੂਹਰੇ ਸਵਾਦ ਲੱਗੀ ਜਾਂ ਪਈ ਹੈ ਉਹ ਚੁੱਕ ਕੇ ਖਾ ਗਏ, ਪਰ ਕੈਲਰੀ ਦਾ ਖਿਆਲ ਕਰਦੇ ਹੀ ਨਹੀਂ ਉੱਥੇ ਕੋਈ ਲੋਕ। ਜੀ 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 ਬਿਲਕੁਲ। ਔਰ ਬਹੁਤ ਲੋਕ ਜਿਹੜੇ ਹੈਗੇ ਆ ਜਿਹੜੇ ਇੰਨਾ ਕੁ ਕੈਲਰੀਜ਼ 'ਤੇ ਕੌਨਸ਼ੀਅਸ ਹੈਗੇ ਆ, ਅਤੇ ਉਹ ਗਿਣਤੀ ਮਿਣਤੀ ਦਾ ਹੀ ਖਾਂਦੇ ਹੈਗੇ, ਪਰ ਯੈਟ ਉਹਨਾਂ ਦਾ ਭਾਰ ਜਿਹੜਾ ਹੈਗਾ ਉਹ ਨਹੀਂ ਘਟ ਰਿਹਾ ਹੁੰਦਾ। ਸੋ ਉਹ ਵੀ ਇੱਕ ਪ੍ਰੋਬਲਮ ਜਿਹੜੀ ਹੈ, ਉਹ ਅਸੀਂ ਗਲਤ ਸਿਗਨਲ ਦੇ ਰਹੇ ਹੁੰਦੇ ਆ ਬਾਡੀ ਨੂੰ ਕਿ ਬਾਡੀ ਸਮਝਦੀ ਹੈ ਕਿ ਬਾਹਰ ਭੁੱਖਮਰੀ ਹੈ, ਫੈਮਿਨ ਹੈ, ਜਿਹਦੀ ਵਜ੍ਹਾ ਦੇ ਕਰਕੇ ਕਿ ਫੂਡ ਜਿਹੜਾ ਉਹ ਅੰਦਰ ਨਹੀਂ ਆ ਰਿਹਾ, ਅਤੇ ਉਹ ਫਿਰ ਜਿੰਨਾ ਕੁ ਵੀ ਫੂਡ ਅੰਦਰ ਜਾਂਦਾ ਆ ਉਹ ਬਾਡੀ ਉਹਨੂੰ ਸਗੋਂ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈ। ਸੋ ਮੈਟਰ ਆਫ ਫੈਕਟ ਤੁਸੀਂ ਸ਼ੁਰੂ ਦੇ ਵਿੱਚ ਭਾਰ ਘਟਾਉਂਦੇ ਹੈਗੇ ਹੋ, ਪਰ ਬਾਅਦ ਦੇ ਵਿੱਚ ਭਾਰ ਤੁਹਾਡਾ ਘਟਦਾ ਹੀ ਹੈ ਨਹੀਂ ਹੈਗਾ। ਸੋ ਮੈਟਰ ਆਫ ਫੈਕਟ ਹੋਰ ਵਧਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਬਾਡੀ ਜੇ ਤੁਸੀਂ ਕੈਲਰੀਜ਼ ਘੱਟ ਲੈ ਰਹੇ ਹੈਗੇ ਹੋ ਅਤੇ ਉਹ ਬਾਡੀ ਦਾ ਮੈਟਾਬੋਲਿਜ਼ਮ ਦੇ ਵਾਸਤੇ ਉਹ ਕੈਲਰੀਜ਼ ਇਨਫ ਨਹੀਂ ਹੈ। ਉਹਦੇ ਕਰਕੇ ਫਿਰ ਉਹ ਤੁਹਾਡੀ ਬਾਡੀ ਜਿਹੜੀ ਹੈ ਉਹ ਫਿਰ
ਉਹ ਇਸ ਮੋਡ ਦੇ ਵਿੱਚ ਚਲੇ ਜਾਂਦੀ ਹੈ, ਇੱਕ ਰਿਜ਼ਰਵ ਮੋਡ ਦੇ ਵਿੱਚ ਚਲੇ ਜਾਂਦੀ ਹੈ, ਜਿੱਥੇ ਉਹ ਜੋ ਵੀ ਤੁਸੀਂ ਖਾਓਗੇ ਉਹ ਸਗੋਂ ਉਹਨੇ ਫੈਟ ਦੇ ਵਿੱਚ ਸਟੋਰ ਕਰੀ ਜਾਣਾ, ਪਰ ਉਹਨੂੰ એનર્ਜੀ ਨੂੰ ਯੂਟੀਲਾਈਜ਼ ਨਹੀਂ ਕਰਨਾ। ਸੋ ਇਹ ਵੀ ਇੱਕ ਕਾਰਨ ਹੁੰਦਾ ਹੈਗਾ ਜਿਹਦੇ ਕਰਕੇ ਤੁਸੀਂ ਵੀਕਨੈਸ ਮਹਿਸੂਸ ਕਰਦੇ ਹੋ ਤੁਹਾਨੂੰ, ਜਾਂ ਸਵੇਰੇ ਉੱਠ ਕੇ ਜਿਹੜੀ ਆਲਸ ਮਹਿਸੂਸ ਹੁੰਦੀ ਹੈਗੀ ਹੈ। ਸੋ ਤੀਸਰਾ, ਤੁਹਾਨੂੰ ਲੱਗਦਾ ਨਹੀਂ ਕਿ ਬੋਡੀ ਇਹ ਤੁਹਾਨੂੰ ਵੀ ਸਾਡੇ ਨਾਲੋਂ ਕਈ ਗੁਣਾ ਚਲਾਕ ਹੈ, ਜਾਂ ਕਈ ਗੁਣਾ ਤੇਜ਼ ਹੈ, ਜਾਂ ਫਿਰ ਕਈ ਜਿਹੜਾ ਚੁਸਤੀ ਫੁਰਤੀ, ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਪਹਿਲਾਂ ਮਾਂ ਦੀ ਗੱਲਬਾਤ ਕੀਤੀ, ਜੇਕਰ ਮਾਂ ਨੂੰ ਖਾਣ ਪੀਣ ਨੂੰ ਦਿੱਤਾ ਵੀ ਨਾ ਜਾਵੇ, ਉਹ ਹੁਣ ਬੱਚੇ ਵਾਸਤੇ ਫੂਡ ਆਟੋਮੈਟਿਕਲੀ ਬੋਡੀ ਨੇ ਵਿੱਚੋਂ ਕੱਢ ਲੈਣਾ, ਤੇ ਜਦੋਂ ਅਸੀਂ ਕਈ ਵਾਰੀ ਘੱਟ ਖਾਂਦੇ ਆ ਤੇ ਘੱਟ ਖਾਣ ਦੇ ਬਾਅਦ ਵੀ ਬੋਡੀ ਸਾਡੀ ਨੇ ਉਹੀ ਫੂਡ ਸਟੋਰ ਕਰਕੇ ਰੱਖਣਾ ਸ਼ੁਰੂ ਕਰ ਦੇਣਾ, ਵੀ ਹੋ ਸਕਦਾ ਪਤਾ ਨਹੀਂ ਹੋਰ ਮਿਲਣਾ ਕਿ ਨਹੀਂ ਮਿਲਣਾ ਘੱਟ ਖਾਣ ਦਾ। ਬੋਡੀ ਸਾਡੀ ਫਿਰ ਕਾਫੀ ਸਮਾਰਟ ਹੈ ਜੀ, ਪਰ ਅਸੀਂ ਸਾਡਾ ਮਨ ਕਿਉਂ ਨਹੀਂ ਕੰਮ ਕਰਦਾ, ਜਾਣੀ ਕਿ ਉਧਰਲੀ ਸਾਡੀ ਬੋਡੀ ਨੂੰ ਸੁਣਨ ਨੂੰ ਸਮਝਣ ਨੂੰ। ਦੇਖੋ ਇਸੇ ਕਰਕੇ ਅਸੀਂ ਕਹਿੰਦੇ ਹੈਗੇ ਆ ਕਿ ਵੀ ਬੋਡੀ ਤਾਂ ਸਾਡੇ ਨਾਲ ਗੱਲਾਂ ਕਰਦੀ ਹੈਗੀ ਹੈ। ਪ੍ਰੋਬਲਮ ਹੈ ਕਿ ਅਸੀਂ ਕੰਨਾਂ ਦੇ ਵਿੱਚ ਰੂੰ ਪਾਈ ਹੋਈ ਹੈ, ਅਤੇ ਉਹ ਅਸੀਂ ਉਹ ਚੀਜ਼ਾਂ ਨੂੰ ਜਾਂ ਸਾਇੰਸ ਨੂੰ ਇਗਨੋਰ ਕਰ ਦਿੰਦੇ ਹਾਂ। ਬੋਡੀ ਜਿਹੜੀ ਹੈਗੀ ਹੈ ਨਾ, ਕਿੰਨੇ ਮਿਲੀਅਨਸ ਸਾਲਾਂ ਤੋਂ ਇਸੇ ਤਰੀਕੇ ਦੇ ਨਾਲ ਹੀ ਚੱਲਦੀਆਂ ਆ ਰਹੀਆਂ, ਕਿੰਨੀਆਂ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਜਿਹੜੀਆਂ ਚੱਲਦੀਆਂ ਆਟੋਮੈਟਿਕਲੀ ਚੱਲ ਰਹੀਆਂ ਹੈਗੀਆਂ। ਸਾਨੂੰ ਕੁਛ ਨਹੀਂ ਜ਼ਰੂਰਤ, ਕਿਸੇ ਡਾਕਟਰ, ਕਿਸੇ ਹਕੀਮ, ਕਿਸੇ ਹੋਮਿਓਪੈਥ, ਕਿਸੇ ਦੀ ਜ਼ਰੂਰਤ ਨਹੀਂ ਹੈਗੀ ਸਾਡੀ ਬੋਡੀ ਨੂੰ। ਉਹਨੇ ਆਪਣੇ ਆਪ ਨੂੰ ਰਿਪੇਅਰ ਕਰਨ ਦੀ ਉਹਨੂੰ ਉਹ 'ਚ ਸ਼ਕਤੀ ਹੈਗੀ ਹੈ, ਬਸ਼ਰਤੇ ਕਿ ਅਸੀਂ ਉਹਨਾਂ ਨੂੰ ਉਹ ਜਿਹੜੇ ਇੱਕ ਫੰਡਾਮੈਂਟਲਸ, ਜਿਹੜੀ ਇੱਕ ਸਟੇਜ ਹੈ, ਉਹ ਅਸੀਂ ਪ੍ਰੋਵਾਈਡ ਕਰੀਏ। ਸਾਡਾ ਵੀ ਜਿਹੜਾ ਮਕਸਦ ਹੈਗਾ, ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦੇ ਹੈਗੇ ਆ, ਸਾਡਾ ਮਕਸਦ ਸਿਰਫ ਇਹੋ ਹੀ ਫੰਡਾਮੈਂਟਲਸ ਚੀਜ਼ਾਂ ਨੂੰ ਠੀਕ ਕਰਨਾ ਹੁੰਦਾ ਹੈ, ਸੋ ਦੈਟ ਕਿ ਬੋਡੀ ਆਪਣੇ ਆਪ ਨੂੰ ਰਿਪੇਅਰ ਮੋਡ ਦੇ ਵਿੱਚ ਦੁਬਾਰਾ ਲਿਆ ਕੇ ਉਹਦਾ ਅਨੈਬਲਿਜ਼ਮ ਪਾਰਟ ਜਿਹੜਾ ਆ ਉਹਦਾ ਕਿੱਕ ਇਨ ਸ਼ੁਰੂ ਹੋ ਸਕੇ, ਅਤੇ ਬੋਡੀ ਆਪਣੇ ਆਪ ਦੀ ਰਿਪੇਅਰ ਕਰ ਸਕੇ। ਹੁਣ ਮੈਂ ਬੜੀ ਵਾਰੀ ਕਹਿੰਦਾ ਕਿ ਜੇ ਕਿਸੇ ਦੇ ਸੱਟ ਲੱਗ ਜਾਂਦੀ ਹੈ ਜਾਂ ਕਿਸੇ ਦੇ ਕੱਟ ਲੱਗ ਜਾਂਦਾ ਹੈਗਾ ਹੱਥ ਦੇ ਉੱਤੇ, ਅਤੇ ਉਹ ਮਤਲਬ ਡੀਪ ਕੱਟ ਨਹੀਂ ਹੈਗਾ, ਅਤੇ ਉਹ ਆਪਣੇ ਆਪ ਹੀ 2 ਵੀਕਾਂ ਦੇ ਵਿੱਚ ਠੀਕ ਹੋ ਜਾਣਾ। ਕੋਈ ਤੁਹਾਨੂੰ ਟਾਂਕੇ ਲਵਾਉਣ ਦੀ ਜ਼ਰੂਰਤ ਨਹੀਂ, ਕਿਸੇ ਤੁਹਾਨੂੰ ਡਾਕਟਰ ਦੇ ਜਾਣ ਦੀ ਜ਼ਰੂਰਤ ਨਹੀਂ। ਸੋ ਉਹਦਾ ਕੀ ਮਤਲਬ ਹੈ ਕਿ ਬੋਡੀ ਆਪਣੇ ਆਪ ਨੂੰ ਹੀਲ ਕਰਦੀ ਹੈ, ਕਰ ਸਕਦੀ ਹੈਗੀ ਹੈ। ਅਤੇ ਜੇ ਹੁਣ ਤੁਸੀਂ ਉਹ ਕੱਟ ਲੱਗਾ ਹੋਇਆ ਉਹਦੇ ਉੱਤੇ ਤੁਸੀਂ ਖੁਰਚੀ ਜਾ ਰਹੇ ਹੈਗੇ ਹੋ, ਜਾਂ ਉਹ 'ਤੇ ਤੁਸੀਂ ਲੂਣ ਪਾ ਰਹੇ ਹੋ, ਜਾਂ ਤੁਸੀਂ ਉਹਨੂੰ ਦੁਬਾਰਾ ਫਿਰ ਛੇੜੀ ਜਾ ਰਹੇ ਹੋ, ਅਤੇ ਉਹ ਭਰਨਾ ਹੈ ਨਹੀਂ। ਸੋ ਇਹੀ ਚੀਜ਼ ਜਿਹੜੀ ਹੈ ਕਿਸੇ ਵੀ ਕਰੋਨਿਕ ਬਿਮਾਰੀ ਦੇ ਨਾਲ ਵੀ ਇਹੀ ਸੇਮ ਚੀਜ਼ ਹੁੰਦੀ ਹੈਗੀ ਹੈ, ਕਿ ਜੇ ਤੁਹਾਡੇ ਅੰਦਰ ਬੋਡੀ ਦੇ ਕੋਈ ਬਿਮਾਰੀ ਵੀ ਲੱਗੀ ਹੋਈ ਹੈਗੀ ਹੈ, ਅਤੇ ਤੁਸੀਂ ਉਹਨੂੰ ਰਾਈਟ ਇਨਵਾਇਰਮੈਂਟ ਨਹੀਂ ਪੈਦਾ ਕਰ ਰਹੇ ਉਹਦੇ ਵਾਸਤੇ, ਉਹਨੂੰ ਹੀਲ ਹੋਣ ਦੇ ਵਿੱਚ, ਅਤੇ ਉਹ ਫਿਰ ਬਿਮਾਰੀ ਜਿਹੜੀ ਆ ਤੁਹਾਨੂੰ ਕਈ ਸਾਲਾਂ ਤੱਕ ਜਿਹੜੀ ਹੈਗੀ ਉਹ ਲੱਗੀ ਰਹਿੰਦੀ ਹੈ। ਅਤੇ ਜੇ ਤੁਸੀਂ ਰਾਈਟ ਇਨਵਾਇਰਮੈਂਟ ਕ੍ਰੀਏਟ ਕਰਦੇ ਹੋ ਬੋਡੀ ਦੇ ਵਾਸਤੇ, ਅਤੇ ਕਿਸੇ ਤਰ੍ਹਾਂ ਦੀ ਵੀ ਕਰੋਨਿਕ ਤੋਂ ਕਰੋਨਿਕ ਪ੍ਰੋਬਲਮ ਵੀ ਜਿਹੜੀ ਆ ਉਹ ਆਪਣੇ ਆਪ ਹੀ ਠੀਕ ਹੋਣੀ ਸ਼ੁਰੂ ਹੋ ਜਾਂਦੀ। ਆਯੁਰਵੈਦ ਦੇ ਸਿਧਾਂਤ ਹੀ ਸਾਰੇ ਦੇ ਸਾਰੇ ਇਹ ਆ ਕਿ ਅਸੀਂ ਕਿਸੇ ਵੀ ਇੱਕ ਬਿਮਾਰੀ ਦੇ ਮਗਰ ਨਹੀਂ ਲੱਗਣਾ ਹੁੰਦਾ, ਅਸੀਂ ਪੂਰੀ ਬੋਡੀ ਨੂੰ ਰਿਪੇਅਰ ਕਰਨਾ ਹੁੰਦਾ, ਪੂਰੀ ਬੋਡੀ ਨੂੰ ਦੇਖਣਾ ਹੁੰਦਾ, ਉਹਦੇ ਸਾਰੇ ਸਿਸਟਮਸ ਨੂੰ ਦੇਖਣਾ ਹੁੰਦਾ, ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਇਲਾਜ ਕੀਤਾ ਜਾਂਦਾ। ਅਤੇ ਇੱਕ ਚੀਜ਼ ਦਾ ਇਲਾਜ ਨਹੀਂ ਕੀਤਾ ਜਾਂਦਾ ਹੁੰਦਾ। ਪੇਸ਼ੈਂਟ ਕਈ ਵਾਰੀ ਆਉਂਦੇ ਸਾਡੇ ਕੋਲ ਹੈਗੇ ਆ ਕਿ ਇੱਕ ਚੀਜ਼ ਦੇ ਵਾਸਤੇ, ਪਰ ਜਦੋਂ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਦੇ ਹਾਂ ਅਤੇ ਫਿਰ ਉਹ ਹੌਲੀ ਹੌਲੀ ਦੱਸਦੇ ਆ ਕਿ ਹਾਂਜੀ ਜੀ, ਮੈਨੂੰ ਆਹ ਵੀ ਪ੍ਰੋਬਲਮ ਸੀਗੀ, ਉਹ ਵੀ ਠੀਕ ਹੋ ਗਈ, ਮੈਨੂੰ ਆਹ ਚੀਜ਼ ਸੀ, ਇਹ ਵੀ ਠੀਕ ਹੋ ਗਈ, ਮੇਰੇ 'ਚ ਐਨਰਜੀ ਜਿਹੜੀ ਹੈ ਉਹ ਜਿਹੜੀ ਹੈ ਕਾਫੀ ਬੈਟਰ ਹੋ ਗਈ, ਸਵੇਰੇ ਜਦੋਂ ਮੈਂ ਉੱਠਦਾ ਹੁਣ ਮੈਂ ਐਨਰਜੀ ਮੇਰੇ 'ਚ ਜ਼ਿਆਦਾ ਹੈ, ਜਾਂ ਹੁਣ ਮੇਰੇ ਦਿਮਾਗੀ ਸੰਤੁਲਨ ਜਿਹੜਾ ਮੇਰਾ ਬੜਾ ਵਧੀਆ ਹੈਗਾ। ਸੋ ਕਈ ਚੀਜ਼ਾਂ ਜਿਹੜੀਆਂ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਕਿ ਪੇਸ਼ੈਂਟ ਸਾਨੂੰ ਇਨੀਸ਼ੀਅਲੀ ਦੱਸਦੇ ਵੀ ਹੈ ਨਹੀਂ ਹੈਗੇ। ਸੋ ਉਹ ਇਸੇ ਕਰਕੇ, ਕਿਉਂਕਿ ਅਸੀਂ ਇਲਾਜ ਜਿਹੜਾ ਹੈਗਾ ਆ ਉਹ ਇੱਕ ਚੀਜ਼ ਦਾ ਨਹੀਂ ਕਰਦੇ, ਉਹ ਪੂਰੀ ਬੋਡੀ ਦਾ ਇਲਾਜ ਜਿਹੜਾ ਉਹ ਕੀਤਾ ਜਾਂਦਾ। ਹੁਣ ਜਿਵੇਂ ਤੁਸੀਂ ਦੱਸਿਆ ਕਿ ਆਲਸੀ ਸੁਸਤੀ ਜਿਹੜੀ ਪੈਣੀ ਹੈਗੀ ਹੈ, ਕਈ ਕੇਸਿਸ ਦੇ ਵਿੱਚ ਜਿਹੜਾ ਹੈ ਤੁਹਾਡਾ ਸਾਰਾ ਕੁਝ ਹੀ ਠੀਕ ਹੁੰਦਾ ਹੈਗਾ, ਐਂਡ ਯੈਟ ਤੁਹਾਨੂੰ ਸੁਸਤੀ ਪੈ ਰਹੀ ਹੈਗੀ ਹੈ, ਉਹ ਸਿੰਪਲੀ ਬੋਡੀ ਜਿਹੜੀ ਉਹ ਐਕਸਰਸਾਈਜ਼ ਮੰਗਦੀ ਹੈਗੀ ਹੈ, ਸਟਰੈਚਿਸ ਮੰਗਦੀ ਹੈ। ਦੇਖੋ ਜਿਹੜੀ ਸਾਡੀ ਹਿਊਮਨ ਬੋਡੀ ਹੈਗੀ ਹੈ ਨਾ, ਇਹ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਜਿੱਦਾਂ ਹੁਣ ਕੋਈ ਜੇ ਜਾਨਵਰ ਆ 4 ਕਦਮਾਂ ਦੇ ਉੱਤੇ ਚੱਲਦਾ, ਅਸੀਂ 2 ਦੇ ਉੱਤੇ ਚੱਲਦੇ। ਸੋ ਇਹ ਜਿਹੜੀ ਇੱਕ ਚੀਜ਼ ਜਿਹੜੀ ਹੈਗੀ ਆ, ਜਿਹੜੀ ਸਾਡੀ ਬੋਡੀ ਹੈ ਨਾ, ਇਹ ਕਦੀ ਵੀ ਬੈਠਣ ਵਾਸਤੇ ਬਣੀ ਹੈ ਨਹੀਂ, ਇਹ ਅਸੀਂ ਹੈਗੇ ਹਾਂ ਚੱਲਣ ਫਿਰਨ ਵਾਲੇ ਬੰਦੇ। ਪਰ ਹੁਣ ਜਿਹੜਾ ਸਾਡਾ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ, ਜੋਬਸ ਜਿਹੜੀਆਂ ਹੈਗੀਆਂ ਉਹ ਜ਼ਿਆਦਾਤਰ ਸੈਡੈਂਟਰੀ ਲਾਈਫ ਸਟਾਈਲ ਪ੍ਰਮੋਟ ਕਰਦੀਆਂ, ਮਤਲਬ ਕਿ ਅਸੀਂ ਇੱਕੋ ਹੀ ਜਗ੍ਹਾ ਦੇ ਉੱਤੇ ਜਿਹੜਾ ਉਹ ਸਾਰੀ ਦਿਹਾੜੀ ਬੈਠੇ ਰਹਿੰਦੇ। ਚਾਹੇ ਕੋਈ ਡਿਸਪੈਚਿੰਗ ਕਰ ਰਿਹਾ ਹੈਗਾ, ਉਹ ਵੀ ਕੁਰਸੀ ਦੇ ਉੱਤੇ ਜਿਹੜਾ ਉਹ 10-10 ਘੰਟੇ ਜਿਹੜਾ ਉਹ ਬੈਠੇ ਹੋਏ ਆ। ਚਾਹੇ ਕੋਈ ਡਰਾਈਵਿੰਗ ਕਰ ਰਹੇ ਹੋ 12-12, 14-14 ਘੰਟੇ ਜਿਹੜੇ ਉਹ ਬੈਠੇ ਹੋਏ ਆ। ਚਾਹੇ ਕੋਈ ਸੋਫਟਵੇਅਰ ਇੰਜੀਨੀਅਰ ਹੈ, ਕੰਪਿਊਟਰ ਦੇ ਉੱਤੇ ਬੈਠਾ, ਉਹ 8-10 ਘੰਟੇ ਜਿਹੜਾ ਉਹ ਵੀ ਬੈਠੇ ਹੋਏ ਆ। ਸੋ ਇਹ ਜਿਹੜੀਆਂ, ਜਾਂ ਚਾਹੇ ਕੋਈ ਫੈਕਟਰੀ ਦੇ ਵਿੱਚ ਹੈ ਕੋਈ, ਉਹ ਹੈ ਤਾਂ ਉਹ ਫੈਕਟਰੀ ਦੇ ਵਿੱਚ ਹੀ, ਭਾਵੇਂ ਘੁੰਮ ਰਹੇ ਆ, ਪਰ ਉਹ ਹੈ ਤਾਂ ਫੈਕਟਰੀ ਦੇ ਵਿੱਚ ਹੀ ਹੈ ਨਾ। ਮਤਲਬ ਉਹਨਾਂ ਦਾ ਨੈਚੁਰਲ ਇਨਵਾਇਰਮੈਂਟ ਤਾਂ ਹੈ ਨਹੀਂ ਨਾ, ਉਹ ਕੋਈ ਜੰਗਲ ਦੇ ਵਿੱਚ ਜਾਂ ਕਿਸੇ ਬਾਗ ਬਗੀਚੇ ਦੇ ਵਿੱਚ ਥੋੜ੍ਹਾ ਘੁੰਮ ਰਹੇ ਆ। ਉਹ ਘੁੰਮ ਤੇ ਫਿਰ ਵੀ ਉਹ ਆਰਟੀਫਿਸ਼ੀਅਲ ਮੈਨ ਮੇਡ ਇੱਕ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿ ਰਹੇ ਆ। ਹੁਣ ਉਹ ਜਿਹੜਾ ਸੈਡੈਂਟਰੀ ਸਾਰਾ ਲਾਈਫ ਸਟਾਈਲ ਹੈ,
ਉਹ ਜਿਹੜਾ ਆ ਉਹ ਸਾਡੀ ਬੋਡੀ ਦੇ ਵਾਸਤੇ ਚੰਗਾ ਨਹੀਂ ਹੈ। ਸਾਨੂੰ ਜਿਹੜਾ ਹੈਗਾ ਉਹ ਚਾਹੀਦਾ ਆ ਕਿ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹੜੀ ਵੇਕੇਸ਼ਨ ਹੈ ਨਾ, ਗੋਰਿਆਂ ਨੇ ਸਿਸਟਮ ਸ਼ੁਰੂ ਕੀਤਾ ਜਿਹੜਾ ਕਿ ਜੇ ਤੁਸੀਂ ਕਿਸੇ ਵੀ ਫੈਕਟਰੀ 'ਚ ਕੰਮ ਕਰਦੇ ਹੋ ਜਾਂ ਕਿਸੇ ਗੋਰਿਆਂ ਦੀ ਕੰਪਨੀ 'ਚ ਕੰਮ ਕਰਦੇ ਹੋ, ਤੁਸੀਂ ਦੇਖੋ ਕਿ ਆਮ ਕਰਕੇ 1 ਵੀਕ ਤਾਂ ਘੱਟ ਤੋਂ ਘੱਟ ਸਾਲ ਦਾ ਉਹ ਤੁਹਾਨੂੰ ਦਿੰਦੇ ਆ, ਤੁਹਾਨੂੰ ਪੈਸੇ ਵੀ ਦਿੰਦੇ ਆ, ਹੌਲੀਡੇਜ਼ ਵੀ ਪੇਡ ਹੁੰਦੀਆਂ ਹੈਗੀਆਂ ਕਿ ਤੁਸੀਂ ਭਾਈ ਕਿਤੇ ਘੁੰਮ ਫਿਰ ਕੇ ਆਓ, ਕਿਉਂਕਿ ਪਰ ਅਸੀਂ ਇਹ ਨਾ ਕਹਿੰਦੇ ਕੋਈ ਗੱਲ ਨਹੀਂ, ਪੈਸੇ ਵੀ ਲੈਣੇ ਤਾਂ ਅਸੀਂ ਘੁੰਮਣਾ ਫਿਰਨਾ ਨੇ, ਹੋਟਲਾਂ ਤੇ ਕੈਸ਼ ਤੇ ਕੰਮ ਕਰ ਲੈਂਦੇ ਜੀ ਨਹੀਂ ਰੂਬਲ ਤਾਂ ਬਹੁਤ ਲੋਕ ਬਿਲਕੁਲ ਏਦਾਂ ਕਰਦੇ, ਕਿਉਂਕਿ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਬਿਲਕੁਲ ਭੁੱਲ ਚੁੱਕੇ ਪੈਸੇ ਦੀ ਭੇਟ ਚਾਲ ਦੇ ਵਿੱਚ। ਚਲੋ ਪੈਸੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਹਰ ਇੱਕ ਘਰ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੁੰਦੀ ਹੈ, ਪਰ ਥੋੜਾ ਜਿਹਾ ਆਪਣੇ ਵਾਸਤੇ ਸਮਾਂ ਸਾਨੂੰ ਕੱਢਣਾ ਚਾਹੀਦਾ ਤਾਂ ਜੋ ਸਾਨੂੰ ਕੁਛ ਨਾ ਕੁਛ ਫਾਇਦਾ ਹੋ ਸਕੇ। ਜਿਸ ਬੋਡੀ ਤੋਂ ਅਸੀਂ ਕਮਾਉਣਾ, ਜਿਸ ਬੋਡੀ ਨੇ ਸਾਰੀ ਉਮਰ ਸਾਨੂੰ ਕਮਾ ਕੇ ਖਿਲਾਉਣਾ, ਉਹਦਾ ਕੁਝ ਨਾ ਕੁਝ ਖਿਆਲ ਕੀਤਾ ਜਾਵੇ। 905 874 3333 ਰੂਬਲ ਸਾਹਿਬ ਦੇ ਨਾਲ ਸਾਡੀ ਗੱਲਬਾਤ ਇਸ ਤਰੀਕੇ ਨਾਲ ਕੰਟੀਨਿਊ ਰਹੇਗੀ। 905 874 3333 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਦੱਸਦੀ ਕਿ ਪ੍ਰੋਗਰਾਮ ਦਾ ਹਿੱਸਾ ਪਰਜਿੰਦਰ ਸਿੰਘ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 416 697 ਤੇ 9306 ਤੇ ਸੰਪਰਕ ਕਰ ਸਕਦੇ ਹੋ। ਹੋਮ ਲਾਈਫ ਹਾਈ ਸਟੈਂਡਰਡ G1 ਰਿਐਲਟੀ ਇੰਕ ਦੇ ਨਾਲ ਕੰਮ ਕਰਦੇ ਨੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਜਾਂ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਆਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਡੈਫੀਨਿਟਲੀ ਆਈਡੀ ਪਰਜਿੰਦਰ ਸਿੰਘ ਨਾਲ ਸੰਪਰਕ ਕਰਨਾ। 416 697 9306 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਈਵਨ ਟੈਕਸੀ 905 453 66 ਤੇ ਆਨੰਦ ਟੈਰ 416 829 82 81, ਏਐਸ ਸੀਟਿੰਗ 416 803 80 53, ਭੁੱਲਰ ਆਫਿਸ 905 564 32 30 ਤੇ ਲਵ ਤੰਦੂਰੀ 905 450 0000 ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਚਰਨ ਸਿੰਘ ਰਾਜ ਇੰਸ਼ੋਰੈਂਸ ਸੰਬੰਧੀ ਕੋਈ ਵੀ ਹੋਵੇ ਸਵਾਲ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 416 ਪੂਰਾ 499 ਤੇ ਗੱਲਬਾਤ ਕੀਤੀ ਜਾ ਸਕਦੀ। ਸਾਡੀ ਗੱਲਬਾਤ ਰੂਬਲ ਸਾਹਿਬ ਦੇ ਨਾਲ ਇਸ ਤਰੀਕੇ ਨਾਲ ਕੰਟੀਨਿਊ ਰਹੇਗੀ। ਜਿਸ ਟੌਪਿਕ ਤੇ ਆਲਸ ਦੇ ਉੱਤੇ ਗੱਲਬਾਤ ਚੱਲਦੀ ਤੇ ਨਾਲ ਲੱਗਦਾ ਰੂਬਲ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਕਿ ਇਸ ਤੇ ਵੀ ਟੌਪਿਕ ਤੇ ਤੁਸੀਂ ਕੰਟੀਨਿਊ ਰੱਖਿਓ। ਜਿਹੜਾ ਕੈਂਸਰ ਹੈ ਜਾਂ ਫਿਰ ਤੁਸੀਂ ਲਾ ਲਓ ਵੀ ਅਟੈਕ, ਅੱਜ ਕੱਲ੍ਹ ਖਾਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਆਉਂਦੇ ਨੇ। ਪਿੱਛੇ ਜੇ ਫਿਲਮੀ ਅਦਾਕਾਰ ਜਿਹੜਾ 40 ਸਾਲ ਦੀ ਉਮਰ ਸੀ, ਉਹਨੂੰ ਅਟੈਕ ਹੋ ਗਿਆ, ਕੋਈ ਬਿਮਾਰੀ ਨਹੀਂ, ਕੁਛ ਨਹੀਂ, ਸਡਨਲੀ ਇਹ ਚੀਜ਼ਾਂ ਕੁਛ ਵੀ ਨਹੀਂ ਹੁੰਦੀਆਂ। ਲੇਕਿਨ ਬੋਡੀ ਦੀ ਜਿੱਦਾਂ ਅਸੀਂ ਗੱਲ ਕਰਦੇ, ਬੋਡੀ ਸਾਨੂੰ ਸੰਕੇਤ ਦਿੰਦੀ ਹੈ ਕਿ ਜਦੋਂ ਸਾਡਾ ਬਲੱਡ ਗਾੜਾ ਹੋ ਜਾਂਦਾ, ਗਾੜਾ ਹੋਣ ਤੋਂ ਬਾਵਜੂਦ ਆਕਸੀਜਨ ਪ੍ਰੋਪਰ ਸਾਡੇ ਦਿਲ ਨੂੰ ਨਹੀਂ ਮਿਲਦੀ, ਉਸ ਵੇਲੇ ਇਹ ਘਟਨਾਵਾਂ ਵਾਪਰਦੀਆਂ ਨੇ। ਇਹਦੇ ਬਾਰੇ ਵੀ ਥੋੜੀ ਗੱਲਬਾਤ ਨਾਲ ਚਾਨਣਾ ਨਾਲ ਲੱਗਦੇ ਪਾਸ। ਹਾਂਜੀ ਬਿਲਕੁਲ। ਔਰ ਜਿਵੇਂ ਸੈਡੈਂਟਰੀ ਲਾਈਫ ਸਟਾਈਲ ਦੀ ਗੱਲ ਚੱਲਦੀ ਪਈ ਸੀਗੀ ਕਿ ਜਿਹੜਾ ਸਾਡਾ ਇਨਵਾਇਰਮੈਂਟ ਹੈਗਾ ਆ ਉਹ ਐਡਾ ਕੋਈ ਲਾਈਫ ਪ੍ਰਮੋਟਿੰਗ ਨਹੀਂ ਹੈਗਾ। ਅਤੇ ਜੇ ਅਸੀਂ ਆਪਣੀ ਬਾਡੀ ਨੂੰ ਠੀਕ ਰੱਖਣਾ ਹੈਗਾ ਆ, ਅਤੇ ਜਿਵੇਂ ਗੱਲ ਕਰ ਰਹੇ ਸੀਗੇ ਕਿ ਗੋਰਿਆਂ ਨੇ ਬੜੀ ਵਧੀਆ ਚੀਜ਼ ਬਣਾਈ ਹੋਈ ਹੈ ਕਿ ਤੁਸੀਂ ਸਾਲ ਦੇ ਵਿੱਚ ਘੱਟ ਤੋਂ ਘੱਟ 1 ਵੀਕ ਜਿਹੜਾ ਆ ਤੁਸੀਂ ਬਾਹਰ ਕਿਤੇ ਘੁੰਮ ਫਿਰ ਕੇ ਆਓ, ਬ੍ਰੇਕ ਦਿਓ ਆਪਣੇ ਆਪ ਨੂੰ। ਉਹਨੇ ਬ੍ਰੇਕ ਜਿਹੜੀ ਹੈਗੀ ਹੈ ਬੜੀ ਜ਼ਰੂਰੀ ਹੈ। ਉਹ ਚਾਹੇ ਤੁਸੀਂ ਸਾਲ ਬਾਅਦ ਲੈਂਦੇ, ਚਾਹੇ ਤੁਸੀਂ 5 ਦਿਨ ਕੰਮ ਕਰਕੇ 2 ਦਿਨ ਬ੍ਰੇਕ ਲੈਂਦੇ ਹੈਗੇ ਹੋ, ਵੀਕਐਂਡ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ। ਪਰ ਹੁਣ ਤੁਸੀਂ ਦੇਖੋਗੇ, ਜਿਵੇਂ ਤੁਸੀਂ ਆਪ ਹੀ ਦੱਸ ਦਿੱਤਾ ਕਿ ਅਸੀਂ ਤਾਂ 7-7 ਦਿਨ ਕੰਮ ਕਰਨ ਵਾਲੇ ਹੈਗੇ ਹਾਂ, ਹਾਰਡ ਵਰਕ ਕਰਨ ਵਾਲੇ ਹੈਗੇ ਹਾਂ, ਅਸੀਂ ਆਪਣੇ ਖਰਚੇ ਵਧਾਉਣ ਵਾਲਿਆਂ ਦੇ ਵਿੱਚ ਹੈਗੇ ਹਾਂ। ਅਸੀਂ ਇਹ ਦੇਖਦੇ ਹੈਗੇ ਹਾਂ ਕਿ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਹੈ ਨਾ ਉਹ ਅਸੀਂ ਕਰ ਲਈਏ, ਭਾਵੇਂ ਕੋਈ ਗੱਲ ਨਹੀਂ ਜੇ ਜ਼ਿਆਦਾ ਵੀ ਟਾਈਮ ਆਪਾਂ ਨੂੰ 12-12 14-14 ਘੰਟੇ ਵੀ ਲਾਉਣੇ ਪੈ ਰਹੇ ਆ। 7 ਦਿਨ ਕੰਮ ਕਰਦੇ, ਕਿੰਨੇ ਲੋਕ ਹੈਗੇ ਆ ਜਿਹੜੇ 7 ਦਿਨ ਕੰਮ ਕਰਦੇ ਹੈਗੇ ਆ। ਚਾਹੁੰਦੇ ਵੀ ਘਰ ਸਾਡਾ ਜਲਦੀ ਤੋਂ ਜਲਦੀ, ਜਾਂ ਕਈਆਂ ਦੀ ਪਹਿਲੀ ਵਾਰੀ ਜਿਹੜੇ ਲੈਣ ਵਾਲੇ ਪੈਸੇ ਜੋੜਦੇ ਨੇ ਵੀ ਘਰ ਲਿਆ ਜਾਵੇ, ਉਸ ਤੋਂ ਬਾਅਦ ਵੀ ਹੌਲੀ ਹੌਲੀ ਚਾਹ ਹੁੰਦੀ ਵੀ ਜਲਦੀ ਘਰ ਫ੍ਰੀ ਕੀਤਾ ਜਾਵੇ। ਇਹ ਚਾਹ ਹੋ ਜਾਂਦੀ ਇੱਕ ਅੱਧਾ ਹੋਰ ਘਰ ਹੋ ਜਾਵੇ, ਤੇ ਨਾਲ ਲੱਗਦੀ ਚਾਹ ਹੁੰਦੀ ਕੋਈ ਨਹੀਂ, ਬੱਚੇ ਥੋੜੇ ਵੱਡੇ ਹੋ ਗਏ, ਇੱਕ ਅੱਧਾ ਇਹਨਾਂ ਨੂੰ ਲੈ ਦਈਏ। ਉਹ ਸਾਰੀ ਉਮਰ ਚਾਹ ਹੀ ਨਹੀਂ ਮੁੱਕਦੀ ਤੁਹਾਡੀ। ਜਿਸ ਤਰੀਕੇ ਦੀ ਜਿੱਦਾਂ ਚਾਹ ਦੀ ਤੁਸੀਂ ਗੱਲਬਾਤ ਕਰਦੇ, ਚਾਹ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਇਹ ਜਿਹੜੀ ਚਾਹ ਉਸ ਚਾਹ ਨਾਲ ਵੀ ਜ਼ਿਆਦਾ ਖਤਰਨਾਕ ਹੈ, ਜਿਹੜੀ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ ਜੀ। ਐਂਡ ਹਾਂਜੀ ਬਿਲਕੁਲ। ਐਂਡ ਇਹੋ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਨੈਚੁਰਲੀ ਤੌਰ ਦੇ ਉੱਤੇ ਸਵੇਰੇ ਅਸੀਂ ਜਿੱਦਾਂ ਕਹਿੰਦੇ ਹਾਂ ਕਿ ਉੱਠ, ਹੁਣ ਤੁਸੀਂ ਦੇਖੋ ਆਯੁਰਵੈਦ ਦੇ ਵਿੱਚ ਤਾਂ ਅਸੀਂ ਕਦੀ ਵੀ ਨਹੀਂ ਕਿਸੇ ਨੇ ਕਿਹਾ, ਨਾ ਹੀ ਉਸ ਟਾਈਮ ਕੌਨਸੈਪਟ ਸੀਗਾ ਕਿ ਤੁਸੀਂ ਮਤਲਬ ਜਿਮ ਜਾਣਾ ਹੈਗਾ ਅੰਦਰ, ਕਿਉਂਕਿ ਅੰਦਰ ਵੀ ਤੁਸੀਂ ਦੇਖੋ ਕਿ ਸਾਰੇ ਬੰਦੇ ਜਿਹੜੇ ਆ ਇੱਕੋ ਹੀ ਜਗ੍ਹਾ ਦੇ ਵਿੱਚ ਕ੍ਰੈਂਪਡ ਅਪ ਹੋਏ ਹੈਗੇ ਆ। ਖੁੱਡੇ ਦੇ ਵਿੱਚ ਕਹਿ ਸਕਦੇ ਹੋ ਜਿੱਦਾਂ ਵੀ ਸਾਰੇ ਕੁੱਕੜ ਵਾੜੇ ਹੋਏ ਹੈਗੇ। ਹੁਣ ਉਹਦੇ ਵਿੱਚ ਤੁਸੀਂ ਦੇਖੋ ਕਿ ਸਾਰਿਆਂ ਦੀ ਸਮੈਲ ਜਿਹੜੀ ਆ ਉਸੇ ਇਨਵਾਇਰਮੈਂਟ ਦੇ ਵਿੱਚ ਰਹਿ ਰਹੀ ਹੈਗੀ। ਜਦੋਂ ਤੁਸੀਂ ਵਰਕਆਊਟ ਕਰਦੇ ਹੋ ਤੁਹਾਡੀ ਬਾਡੀ ਜਿਹੜੀ ਆ ਫਿਊਮਸ ਛੱਡਦੀ ਹੈਗੀ ਹੈ, ਹੈ ਨਾ, ਇਹ ਜਿਹਨੂੰ ਔਰਾ ਅਸੀਂ ਕਹਿੰਦੇ ਹੈਗੇ। ਹੁਣ ਉਹ ਔਰਾ ਵੀ ਜਿਹੜਾ ਹੈਗਾ ਕਿਸੇ ਦਾ ਸਟਰੋਂਗ ਹੈ, ਕਿਸੇ ਦਾ ਮਾੜਾ ਹੈਗਾ ਆ, ਉਹਦੇ ਹਿਸਾਬ ਦੇ ਨਾਲ ਹੁਣ ਉਹ ਸਾਰੀਆਂ ਫਿਊਮਸ ਤੁਸੀਂ ਇੱਕ ਦੂਜੇ ਦੀਆਂ ਲੈ ਰਹੇ ਹੈਗੇ, ਕਿਉਂਕਿ ਉਹ ਵੈਂਟੀਲੇਸ਼ਨ ਤਾਂ ਹੋ ਨਹੀਂ ਰਹੀ ਹੈਗੀ ਕਿਸੇ ਵੀ ਪਾਰਟ ਦੇ ਨਾਲ। ਸੋ ਜਿਹੜੀ ਬੈਸਟ ਐਕਸਰਸਾਈਜ਼ ਉਹ ਹੁੰਦੀ ਹੈਗੀ ਆ ਬਾਹਰ। ਜਦੋਂ ਤੁਸੀਂ ਚਾਹੇ ਤੁਸੀਂ ਮਾਰਨਿੰਗ ਦੀ ਵਾਕ ਕਰਦੇ ਹੈਗੇ ਹੋ, ਤੁਸੀਂ ਸਵੇਰੇ ਮੋਰਨਿੰਗ ਦੀ ਵਾਕ ਹੀ ਸ਼ੁਰੂ ਕਰਦੇ ਹੋ,
ਤੁਹਾਡੀ ਬੋਡੀ ਦੇ ਵਿੱਚ ਨੈਚੁਰਲੀ ਤੌਰ ਦੇ ਉੱਤੇ ਜਿਹੜਾ ਆ ਉਹ ਬਲੱਡ ਦਾ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਣਾ, ਅਤੇ ਉਹਦੇ ਨਾਲ ਤੁਹਾਡੀ ਆਕਸੀਜਨ ਜਿਹੜੀ ਹੈਗੀ ਆ ਉਹ ਇੰਪਰੂਵ ਹੋਣੀ ਸ਼ੁਰੂ ਹੋ ਜਾਣੀ ਹੈ, ਦਿਮਾਗ ਤੱਕ ਆਕਸੀਜਨ ਜਾਣੀ। ਜਦੋਂ ਤੁਸੀਂ ਲੰਬੇ ਲੰਬੇ ਸਾਹ ਲੈਂਦੇ ਹੋ, ਅਨੁਲੋਮ ਵਿਲੋਮ ਜਦੋਂ ਤੁਸੀਂ ਕਰਦੇ ਹੈਗੇ ਹੋ, ਕਿੰਨੀ ਵਧੀਆ ਐਕਸਰਸਾਈਜ਼ ਹੈਗੀ ਹੈ। ਅਤੇ ਉਹਦੇ ਨਾਲ ਜੈਂਟਲੀ ਤੁਹਾਡੇ ਜਿਹੜਾ ਬਲੱਡ ਦਾ ਸਰਕੂਲੇਸ਼ਨ ਜਿਹੜਾ ਆ ਉਹ ਇੰਪਰੂਵ ਹੁੰਦਾ, ਅਤੇ ਸੁਸਤੀ ਰਹਿੰਦੀ ਹੈ ਨਹੀਂ ਹੈਗੀ ਕਿਸੇ ਬੰਨੇ ਵੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਹੈ, ਸਪੈਸ਼ਲੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਨਹੀਂ ਤਾਂ ਜਿੱਦਾਂ ਹੁਣ ਤੁਸੀਂ ਦੱਸਿਆ ਹੈਗਾ ਕਿ ਭਿਆਨਕ ਬਿਮਾਰੀਆਂ, ਚਾਹੇ ਉਹ ਕੈਂਸਰ ਹੈ ਜਾਂ ਹਾਰਟ ਅਟੈਕ ਹੈ ਜਾਂ ਸਟ੍ਰੋਕ ਹੈ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਬੜੀਆਂ ਨੋਰਮਲ ਹੈ, ਐਂਡ ਅੱਗੇ ਜਾ ਕੇ ਹੋਰ ਨੋਰਮਲ ਹੋਣੀਆਂ ਆ। ਉਹਦਾ ਰੀਜ਼ਨ ਇਹੋ ਹੀ ਹੈ ਕਿ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਐਕਚੁਅਲੀ ਕੈਂਸਰ ਪ੍ਰਮੋਟਿੰਗ ਹੈ। ਅਸੀਂ ਜੋ ਖਾ ਰਹੇ ਹੈਗੇ ਆ, ਹਰ ਇੱਕ ਚੀਜ਼ ਜੋ ਅਸੀਂ ਕਰ ਰਹੇ ਹਾਂ, ਹਰ ਇੱਕ ਚੀਜ਼ ਜਿਹੜੀ ਆ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਜ਼ਿੰਮੇਦਾਰ ਹੈ। ਐਂਡ ਜਦੋਂ ਫਿਰ ਉਹ ਹੋ ਜਾਂਦਾ ਕਿਸੇ ਨੂੰ, ਅਤੇ ਫਿਰ ਅਸੀਂ ਆਊਟ ਆਫ ਸਡਨ ਜਿਹੜਾ ਹੈਗਾ ਆ ਉਹ ਫਿਰ ਸੋਚਣਾ ਸ਼ੁਰੂ ਕਰ ਦਿੰਦੇ ਵੀ ਮੇਰਾ ਤਾਂ ਸਾਰਾ ਕੁਝ ਬੜਾ ਵਧੀਆ ਸੀਗਾ, ਮੈਂ ਤਾਂ ਜਿੰਮ ਵੀ ਜਾਂਦਾ ਜਾਂ ਮੈਂ ਤਾਂ ਉਹ ਵੀ ਕਰਦਾ, ਤਾਂ ਫਿਰ ਮੇਰੇ ਨਾਲ ਇੱਦਾਂ ਕਿਉਂ ਹੋਇਆ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਇਸੇ ਕਰਕੇ ਕਿਉਂਕਿ ਅਸੀਂ ਮੈਨ ਮੇਡ ਇੱਕ ਬਬਲ ਦੇ ਵਿੱਚ ਰਹਿ ਰਹੇ ਹੈਗੇ ਸਾਰੇ ਦੇ ਸਾਰੇ। ਉਹ ਹੁਣ ਭਾਵੇਂ ਫੈਕਟਰੀ 'ਚ ਕੰਮ ਕਰ ਰਹੇ, ਚਾਹੇ ਅਸੀਂ ਜਿੰਮ ਦੇ ਵਿੱਚ ਜਾ ਰਹੇ ਹੈਗੇ, ਉਹ ਸਾਰਾ ਕੁਛ ਇੱਕ ਆਰਟੀਫਿਸ਼ਲ ਦੀਆਂ ਚੀਜ਼ਾਂ ਲੱਗਦੀਆਂ ਜੇ ਤੁਸੀਂ ਬਿਗ ਪਿਕਚਰ ਨੂੰ ਦੇਖੋ। ਅਤੇ ਹਾਂ, ਜਦੋਂ ਤੁਸੀਂ ਯੰਗ ਹੈਗੇ ਹੋ, 20 25 30 ਸਾਲ ਤੱਕ ਹੈਗੇ ਹੋ, ਤਾਂ ਉਹ ਬੋਡੀ ਤਾਂ ਵੈਸੇ ਹੀ, ਉਹਨੂੰ ਤਾਂ ਵੈਸੇ ਹੀ ਐਡੀ ਐਕਸਰਸਾਈਜ਼ ਦੀ ਲੋੜ ਨਹੀਂ ਹੈ। ਲੋਕ ਤੁਸੀਂ ਦੇਖੋਗੇ ਕਿੰਨਾ ਜਿੰਮ ਜਾਂਦੇ, ਵੱਡੇ ਵੱਡੇ ਡੋਲੇ ਬਣਾਉਂਦੇ। ਚਲੋ ਠੀਕ ਹੈ, ਤੁਸੀਂ ਜੇ ਤੁਹਾਨੂੰ ਸ਼ੌਂਕ ਹੈਗਾ ਡੈਫੀਨੇਟਲੀ ਬਣਾਓ, ਪਰ ਜ਼ਰੂਰਤ ਤਾਂ ਕਿਸੇ ਨੂੰ ਵੀ ਹੈ ਨਹੀਂ। ਸੋ ਬੋਡੀ ਨੂੰ ਤਾਂ ਜਿਹੜੀ ਹੈਗੀ ਹੈ ਜ਼ਰੂਰਤ ਤਾਂ ਉਦੋਂ ਆ ਕਿ ਜਦੋਂ ਤੁਸੀਂ ਮਤਲਬ ਲੀਨ ਇੱਕ ਤੁਹਾਡੀ ਬੋਡੀ ਹੋਣੀ ਚਾਹੀਦੀ ਹੈਗੀ ਹੈ, ਅਤੇ ਉਹ ਹਿਸਾਬ ਦੇ ਨਾਲ ਉਹ ਇੰਨਾ ਕੁ ਜਿਹੜਾ ਉਹ ਵਧੀਆ ਰਹਿੰਦਾ। ਹੁਣ ਤੁਸੀਂ ਜਿੱਦਾਂ ਗੱਲ ਕੀਤੀ ਹੈਗੀ ਹੈ ਕਿ ਰੀਸੈਂਟਲੀ ਲੋਕਾਂ ਨੂੰ ਜਿਹੜੇ ਹੈਗੇ ਆ, ਕਿੰਨੇ ਲੋਕ ਜਿਹਨਾਂ ਨੂੰ ਹਾਰਟ ਅਟੈਕ ਹੋ ਰਹੇ ਹੈਗੇ, ਜਿਵੇਂ ਤੁਸੀਂ ਗੱਲ ਕੀਤੀ ਹੈਗੀ। ਸੋ ਉਹਦੇ ਵਿੱਚ ਵੀ ਦੇਖੋ ਕਸੂਰ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਸਾਡਾ ਹੈਗਾ, ਕਿਉਂਕਿ ਅਸੀਂ ਅਨਨੈਸੈਸਰੀ ਚੀਜ਼ਾਂ ਇਹੋ ਜਿਹੀਆਂ ਬੋਡੀ ਦੇ ਅੰਦਰ ਪਾ ਰਹੇ ਹਾਂ ਜਿਹੜੀਆਂ ਕਿ ਪ੍ਰੋਸੈਸਡ ਹੈ। ਹੁਣ ਤੁਸੀਂ ਦੇਖੋ ਕਿ ਜਿੰਨੇ ਲੋਕ ਜਿੰਮ ਦੇ ਵਿੱਚ ਜਾਂਦੇ ਆ, 90% ਲੋਕ ਆ ਜਿਹੜੇ ਕਿ ਪ੍ਰੋਟੀਨ ਪੀਂਦੇ ਹੈਗੇ ਆ ਪਾਊਡਰ ਵਾਲਾ ਘੋਲ ਘੋਲ ਕੇ। ਤੁਸੀਂ ਦੇਖੋ ਕਿ ਉਹ ਕੋਈ ਨੈਚੁਰਲ ਚੀਜ਼ ਥੋੜ੍ਹਾ ਆ, ਉਹ ਤਾਂ ਪ੍ਰੋਸੈਸਡ ਚੀਜ਼ ਹੋਈ ਹੈ। ਫੈਕਟਰੀ ਦੇ ਵਿੱਚ ਜਿਹੜੀਆਂ ਪ੍ਰੋਟੀਨ ਪਾਊਡਰ ਬਣਦੇ ਹੈਗੇ ਆ, ਨੈਚੁਰਲੀ ਨਹੀਂ ਬਣਦੇ। ਨੈਚੁਰਲੀ ਤਾਂ ਜਿਹੜੇ ਹੈਗੇ ਉਹ ਜਿਹੜੇ ਸਾਰੇ ਆਉਂਦੇ ਹੈਗੇ ਉਹ ਕੰਪਾਊਂਡਡ ਆਉਂਦੇ ਹੈਗੇ ਪ੍ਰੋਟੀਨ, ਕਿਉਂਕਿ ਉਹ ਚਾਹੇ ਉਹ ਬਰੋਕਲੀ ਖਾ ਲਈ ਤੁਸੀਂ, ਚਾਹੇ ਗੋਭੀ ਖਾ ਲਈ ਤੁਸੀਂ, ਆਲੂ ਖਾ ਲਏ, ਉਹਨਾਂ ਹਰ ਇੱਕ ਚੀਜ਼ ਦੇ ਵਿੱਚ ਪ੍ਰੋਟੀਨ ਤਾਂ ਹੈਗਾ। ਦਾਲਾਂ ਦੇ ਵਿੱਚ ਕਿੰਨਾ ਕੰਪਲੈਕਸ ਪ੍ਰੋਟੀਨ ਬਹੁਤ ਵਧੀਆ ਹੈਗਾ, ਪਰ ਅਸੀਂ ਲੈ ਰਹੇ ਹੈਗੇ ਆਈਸੋਲੇਟਡ ਪ੍ਰੋਟੀਨ। ਆਈਸੋਲੇਟਡ ਪ੍ਰੋਟੀਨ ਦੇ ਵਿੱਚ ਜਿਹੜਾ ਹੈ ਤੁਸੀਂ ਫੈਕਟਰੀਜ਼ ਦੇ ਵਿੱਚ ਮੀਨਸ ਕਿ ਤੁਸੀਂ ਬਾਕੀ ਚੀਜ਼ਾਂ ਸਾਰੀਆਂ ਕੱਢਦੇ, ਸਿਰਫ ਉਹਦੇ ਵਿੱਚੋਂ ਪ੍ਰੋਟੀਨ ਜਿਹੜਾ ਉਹ ਕੱਢ ਲਿਆ ਦੁੱਧ ਦੇ ਪ੍ਰੋਡਕਟਸ ਦੇ ਵਿੱਚੋਂ ਜਾਂ ਹੋਰ। ਹੁਣ ਉਹ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਬਿਕਾਜ਼ ਅਸੀਂ ਕੱਢ ਦਿੱਤੀਆਂ, ਜਿਹੜੀਆਂ ਕਿ ਜ਼ਰੂਰੀ ਸੀਗੀਆਂ ਉਹ ਪ੍ਰੋਟੀਨ ਨੂੰ ਹਜ਼ਮ ਕਰਨ ਦੇ ਵਾਸਤੇ, ਅਤੇ ਉਹ ਜਿਹੜੀ ਚੀਜ਼ ਹੈਗੀ ਅੱਗੇ ਜਾ ਕੇ ਸਾਨੂੰ ਖਰਾਬ ਕਰਦੀ ਹੈਗੀ ਹੈ। ਕੋਈ ਵੀ ਫੂਡ ਜਿਹੜਾ ਆ ਜਦੋਂ ਤੁਸੀਂ ਐਜ਼ ਏ ਹੋਲ ਉਹਨੂੰ ਕੰਜ਼ਿਊਮ ਕਰਦੇ ਹੋ, ਉਹ ਤੁਹਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਤੇ ਕੋਈ ਵੀ ਫੂਡ ਜੇ ਤੁਸੀਂ ਉਹਨੂੰ ਆਈਸੋਲੇਟਡ ਫਾਰਮ ਦੇ ਵਿੱਚ ਲੈਂਦੇ ਹੈਗੇ ਹੋ, ਉਹ ਤੁਹਾਨੂੰ ਅੱਗੇ ਜਾ ਕੇ ਜੇ ਤੁਸੀਂ ਲਗਾਤਾਰ ਲੈਂਦੇ ਰਹਿੰਦੇ ਹੈਗੇ ਹੋ, ਅਤੇ ਉਹ ਤੁਹਾਨੂੰ ਨੁਕਸਾਨ ਕਰਦਾ ਹੈਗਾ। ਹੁਣ ਇਹ ਇੱਕ ਉਦਾਹਰਣ ਜਿਹੜੀ ਹੈਗੀ ਆ ਪ੍ਰੋਟੀਨ ਪੀਣ ਵਾਲਿਆਂ ਵਾਸਤੇ ਵੀ ਹੈਗੀ ਆ ਕਿ ਜਿਹੜੇ ਲੋਕ ਜ਼ਿਆਦਾ ਪ੍ਰੋਟੀਨ ਲੈਂਦੇ ਹੈਗੇ ਆ, ਉਹਨਾਂ ਦੀਆਂ ਕਿਡਨੀਆਂ ਤੱਕ ਫੇਲ ਹੋਣ ਦੇ ਚਾਂਸਿਸ ਹੁੰਦੇ ਹੈਗੇ ਇਸ ਲੈਵਲ ਤੱਕ। ਐਂਡ ਯੈਟ ਤੁਸੀਂ ਦੇਖੋਗੇ ਕਿੰਨੇ ਲੋਕ ਹੈਗੇ ਆ ਜਿਹੜੇ ਕਿ ਜਿਮ ਵੀ ਜਾਂਦੇ ਆ ਅਤੇ ਮੱਗ ਵੀ ਫੜੇ ਹੁੰਦੇ ਹੱਥ 'ਚ, ਮਤਲਬ ਇੱਕ ਸਟੇਟਸ ਸਿੰਬਲ ਬਣ ਗਿਆ। ਜਿੱਦਾਂ ਜਦੋਂ ਨਵੇਂ ਸੈੱਲਫੋਨ ਚੱਲੇ ਸੀ ਗੁਰਪਾਲ ਜੀ, ਹਰ ਇੱਕ ਬੰਦੇ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਬੈਠਣਾ ਜਦੋਂ, ਤੇ ਸੈੱਲਫੋਨ ਹੀ ਟੇਬਲ ਦੇ ਅੱਗੇ ਰੱਖਣਾ ਦਿਖਾਉਣ ਵਾਸਤੇ ਦੋ ਕਿ ਦੇਖੋ ਜੀ ਆਪਣੇ ਕੋਲ ਵੀ ਹੈਗੇ ਆ। ਚੰਗਾ ਤਗੜਾ ਹੁੰਦਾ ਸੀ, ਜਿੱਦਾਂ ਦੇ ਅੱਜ ਕੱਲ੍ਹ ਘਰ ਦੇ ਫੋਨਾਂ ਦੇ ਫੋਨ ਸੈੱਟ ਹੈਗੇ ਆ, ਓਡੇ ਓਡੇ ਵੱਡੇ ਚੌੜੇ ਹੁੰਦੇ ਸੀ, ਤੇ ਚਲੋ ਹੁਣ ਤੇ ਛੋਟੇ ਹੋ ਗਏ, ਜੈਸਾ ਜੋ ਵੀ ਹੈ ਜੀ। ਤੇ ਘਰ ਦੇ ਫੋਨਾਂ ਦੇ ਵਿਚਾਰਿਆਂ ਦੀ ਬੁੱਕਸ ਘੱਟ ਗਈ। ਜਿਹੜੀ ਤੁਸੀਂ ਗੱਲਬਾਤ ਕੀਤੀ ਆ ਹਾਰਟ ਅਟੈਕ ਦੀ, ਜਿਸ ਕਿ ਆਪਾਂ ਗੱਲਬਾਤ ਕਰਦੇ ਕਿ ਇਹਦੇ ਵਿੱਚ ਕਈ ਲੋਕ ਜਿਮ ਜਾਂਦੇ ਨੇ, ਜਿਮ ਜਾਂਦੇ ਆ, ਕਈ ਵਾਰੀ ਰੱਬ ਨਾ ਕਰੇ ਉੱਦਾਂ ਦਾ ਭਾਣਾ ਉੱਥੇ ਉਹਨਾਂ ਦੇ ਨਾਲ ਵਰਤ ਜਾਂਦਾ ਆ। ਤੇ ਇਹ ਸਾਰੀਆਂ ਪ੍ਰੋਟੀਨ ਜਿਹੜੀ ਨਹੀਂ ਵੀ ਆਪਾਂ ਅਸੀਂ ਜਿਹੜੀ ਪ੍ਰੋਟੀਨ ਹੈ ਉਹ ਉਸ ਚੀਜ਼ ਨੂੰ ਇਹ ਕਹਿੰਦੇ ਵੀ ਤੁਸੀਂ ਨਾ ਖਾਓ ਪੀਓ, ਬਟ ਉਹਦੇ ਵਿੱਚ ਇਨਵਾਇਰਮੈਂਟ ਤੁਸੀਂ ਦੇਖੋ ਕਿਹੜੀ ਚੀਜ਼ ਜਿਹੜੀ ਅਸਲੀ ਹੈ ਉਸ ਵੱਲ ਤੁਸੀਂ ਵਰਤੋਗੇ ਤੇ ਡੈਫੀਨੇਟਲੀ ਇਹਨਾਂ ਚੀਜ਼ਾਂ ਤੋਂ ਤੁਹਾਡਾ ਛੁਟਕਾਰਾ ਜ਼ਰੂਰ ਹੋਵੇਗਾ ਤੇ ਸਿਹਤ ਵੀ ਤੁਹਾਡੀ ਬਣੇਗੀ। ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਆਰਟੀਫਿਸ਼ਲ, ਮੈਂ ਸਿਰਫ ਦੱਸਣ ਦੀ ਇਹ ਕੋਸ਼ਿਸ਼ ਕਰ ਰਿਹਾ, ਬਾਕੀ ਜਿਹੜੇ ਪੀਂਦੇ ਹੈਗੇ ਆ ਦੈਟਸ ਫਾਈਨ, ਇਟਸ ਨਾਟ ਕਿ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈਗੀ ਹੈ। ਆਬਵੀਅਸਲੀ ਜਿਹੜੇ ਲੋਕ ਵੈਜੀਟੇਰੀਅਨ ਹੈਗੇ ਆ, ਅਸੀਂ ਆਮ ਕਹਿੰਦੇ ਵੀ ਵੈਜੀਟੇਰੀਅਨ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਡੈਫੀਨੇਟਲੀ ਕਰਦੇ ਹਾਂ, ਪਰ ਦੈਟ ਡਜ਼ਨਟ ਮੀਨ ਕਿ ਵੈਜੀਟੇਰੀਅਨ ਡਾਇਟ ਸਭ ਤੋਂ ਬੈਸਟ ਹੈ। ਵੈਜੀਟੇਰੀਅਨ ਲੋਕ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਹਾਰਟ ਅਟੈਕ ਹੁੰਦਾ, ਉਹਨਾਂ ਦੇ ਵੀ ਢੇਡੇ ਡੇਡੇ ਵੱਡੇ ਹੁੰਦੇ ਆ, ਉਹਨਾਂ ਨੂੰ ਵੀ ਆਰਟਰੀਜ਼ ਬਲੌਕ ਹੋਈਆਂ ਹੁੰਦੀਆਂ ਉਹਨਾਂ ਦੀਆਂ ਵੀ। ਸੋ ਮਤਲਬ ਕਹਿਣ ਦਾ ਇਹ ਹੈਗਾ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਆ, ਉਹ ਐਕਚੁਅਲੀ ਸਾਡਾ ਲਾਈਫ ਸਟਾਈਲ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ
ਉਹ ਕੈਂਸਰ ਪ੍ਰਮੋਟਿੰਗ ਹੈਗਾ ਆ। ਐਂਡ ਉਹ ਸਾਨੂੰ ਜਿਹੜਾ ਜਿੰਨੀ ਜਲਦੀ ਅਸੀਂ ਇਸ ਚੀਜ਼ ਨੂੰ ਰੀਅਲਾਈਜ਼ ਕਰਾਂਗੇ ਓਨੀ ਜਲਦੀ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਇਰੈਡੀਕੇਟ ਕਰ ਸਕਾਂਗੇ। ਹੁਣ ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਦੀ ਆਈ ਥਿੰਕ ਤੁਸੀਂ ਸੁਸ਼ਾਂਤ ਕੀ ਸ਼ੁਕਲਾ ਦੀ ਗੱਲ ਕਰ ਰਹੇ ਹੈਗੇ ਹੋ। ਸ਼ੁਕਲਾ ਦੀ ਹਾਂਜੀ। ਉਹ ਹੁਣ ਦੇਖੋ ਕਿਸੇ ਨੂੰ ਐਕਚੁਅਲੀ ਨਹੀਂ ਪਤਾ ਕਿ ਕੀ ਹੋਇਆ ਹੈਗਾ, ਅਜੇ ਤੱਕ ਉਹ ਚੱਲ ਰਿਹਾ ਹੈਗਾ ਸਾਰੇ ਦਾ ਸਾਰਾ ਸਿਸਟਮ। ਹਾਊਐਵਰ ਜਿਹੜਾ ਹੁਣ ਇੱਕ ਹਾਰਟ ਅਟੈਕ ਹੋਣਾ ਇਸ ਉਮਰ ਦੇ ਵਿੱਚ, ਤੁਸੀਂ ਦੇਖੋ ਕਿ ਉਹ ਐਡੇ ਉੱਚੇ ਲੰਬੇ ਹੈਗੇ ਆ, ਉਹ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੀ ਬੋਡੀ ਵੀ ਕਾਫੀ ਡੌਲੇ ਵੀ ਵੱਡੇ ਹੈਗੇ ਆ, ਵਿਚ ਮੀਨਸ ਕਿ ਉਹ ਜਿਮ ਵੀ ਜਾ ਰਹੇ ਸੀ, ਚਾਂਸਿਸ ਆਰ ਕਿ ਉਹ ਪ੍ਰੋਟੀਨ ਵੀ ਲੈ ਰਹੇ ਸੀ, ਚਾਂਸਿਸ ਆਰ ਕਿ ਉਹ ਡਿਫਰੈਂਟ ਤਰ੍ਹਾਂ ਦੀਆਂ ਫੈਟਸ ਵੀ ਲੈ ਰਹੇ ਸੀ। ਹੁਣ ਗੱਲ ਇਹ ਹੈਗੀ ਹੈ ਕਿ ਉਹ ਅਸੀਂ ਇੱਕ ਲਾਈਫ ਸਟਾਈਲ ਇੱਕ ਬੜਾ ਆਰਟੀਫਿਸ਼ਲ ਜਿਹਾ ਬਣਾਇਆ ਹੋਇਆ। ਉਹ ਆਰਟੀਫਿਸ਼ਲ এনवायरमेंट ਜਿਹੜਾ ਹੈਗਾ ਆ ਉਹ ਸਾਡੀ ਬਾਡੀ ਨੂੰ ਸੂਟ ਨਹੀਂ ਕਰਦਾ, ਉਹਨੇ ਕਿਤੇ ਨਾ ਕਿਤੇ ਜਾ ਕੇ ਫੇਲ ਹੋਣਾ ਆ। ਗੱਲ ਉਹੀ ਹੈਗੀ ਹੈ ਕਿ ਜੇ ਅਸੀਂ ਬਾਹਰ এনवायरमेंट ਦੇ ਵਿੱਚ ਨਿਕਲ ਕੇ ਘਰ ਤੋਂ ਬਾਹਰ ਨਿਕਲ ਕੇ ਤੁਸੀਂ ਦੌੜ ਹੀ ਲਾਣੀ ਸ਼ੁਰੂ ਕਰ ਦਿਓ ਸਵੇਰੇ, ਐਟਲੀਸਟ ਤੁਸੀਂ ਜਿਹੜਾ ਨੈਚੁਰਲ এনवायरमेंट ਹੈ ਉਹ ਨਾਲ ਤੁਸੀਂ ਇੰਟਰੈਕਟ ਤਾਂ ਕਰ ਰਹੇ ਹੋ ਨਾ। এনवायरमेंट ਦੇ ਵਿੱਚ ਨਿਕਲ ਕੇ ਘਰ ਤੋਂ ਬਾਹਰ ਨਿਕਲ ਕੇ ਤੁਸੀਂ ਦੌੜ ਹੀ ਲਾਣੀ ਸ਼ੁਰੂ ਕਰ ਦਿਓ ਸਵੇਰੇ, ਐਟਲੀਸਟ ਤੁਸੀਂ ਜਿਹੜਾ ਨੈਚੁਰਲ এনवायरमेंट ਹੈ ਉਹ ਨਾਲ ਤੁਸੀਂ ਇੰਟਰੈਕਟ ਤਾਂ ਕਰ ਰਹੇ ਹੋ ਨਾ। ਤੁਸੀਂ ਕੋਈ ਕਿਸੇ ਹੋਰ ਕਰਦੇ ਹੋ ਸਵੇਰੇ, ਐਟਲੀਸਟ ਤੁਸੀਂ ਜਿਹੜਾ ਨੈਚੁਰਲ এনवायरमेंट ਹੈ ਉਹ ਨਾਲ ਤੁਸੀਂ ਇੰਟਰੈਕਟ ਤਾਂ ਕਰ ਰਹੇ ਹੋ ਨਾ। ਤੁਸੀਂ ਕੋਈ ਕਿਸੇ ਹੋਰ 50 ਬੰਦਿਆਂ ਦੀ ਪਸੀਨੇ ਦੀ ਸਮੈਲ ਤੇ ਨਹੀਂ ਨਾ ਸੁੰਘ ਰਹੇ ਹੈਗੇ ਇੱਕੋ এনवायरमेंट ਦੇ ਵਿੱਚ ਜਿਮ ਦੇ ਵਿੱਚ ਬੈਠ ਕੇ ਜਾਂ ਤੁਸੀਂ ਐਕਸਰਸਾਈਜ਼ ਕਰ ਰਹੇ ਹੈਗੇ ਹੋ। ਸੋ ਮਤਲਬ ਇਹ ਇੱਕ ਬੜੀ ਵੱਡੀ ਚੀਜ਼ ਹੈਗੀ ਆ ਜਿਹਨੂੰ ਕਿ ਅਸੀਂ ਬਹੁਤ ਇਗਨੋਰ ਕਰ ਦਿੰਦੇ, ਬੜੀ ਈਜ਼ੀਲੀ ਇਗਨੋਰ ਹੋ ਜਾਂਦੀਆਂ ਚੀਜ਼ਾਂ। ਤੇ ਉਹ ਸਾਹਿਬ ਤੁਸੀਂ ਦੌੜਨ ਭੱਜਣ ਦੀ ਗੱਲਬਾਤ ਕਰਦਾ, ਮੈਂ ਕਹਿੰਦਾ ਘਰ ਦੇ ਦਰਵਾਜ਼ੇ ਤੋਂ ਤੁਸੀਂ ਬਾਹਰ ਨਿਕਲ ਕੇ ਲੰਬੇ ਲੰਬੇ 4-5 ਸਾਹ ਹੀ ਲੈ ਲਓ, ਇਹਨਾਂ ਤੋਂ ਸ਼ੁਰੂ ਕਰ ਲਓ, ਤੁਹਾਨੂੰ ਕਾਫੀ ਫਾਇਦਾ ਹੋਊਗਾ। ਦੇਖੋ ਤੁਹਾਡੀ ਆਲਸ ਵੀ ਖੁੱਲਦੀ ਤਾਂ ਤੁਸੀਂ ਤੁਹਾਡਾ ਸਰੀਰ ਕਿੱਦਾਂ ਆਪਣੇ ਆਪ ਹੀ ਖੁੱਲ ਜਾਂਦਾ। 4-5 ਸਾਹ ਹੀ ਲੈਣੇ ਲੰਬੇ ਲੰਬੇ ਬਾਹਰ। ਦੇਖੋ ਲੰਬੇ ਸਾਹ ਤਾਂ ਹਮੇਸ਼ਾ ਅਸੀਂ ਕਹੀਦਾ ਕਿ ਤੁਸੀਂ ਅਨੁਲੋਮ ਵਿਲੋਮ ਤੋਂ ਜਿਹੜਾ ਉਹਨੂੰ ਸ਼ੁਰੂ ਕਰ ਲਓ, ਕਪਾਲ ਭਾਤੀ ਤੋਂ ਸ਼ੁਰੂ ਕਰ ਲਓ, ਉਹ ਵੀ ਜਿਹੜਾ ਲੰਬੇ ਸਾਹ ਜਿਹੜੇ ਹੈਗੇ ਉਹਨੂੰ ਪ੍ਰਮੋਟ ਕਰਦਾ। ਪੂਰੀ ਜਿਹੜੀ ਸਾਡਾ ਡਾਈਜੈਸਟਿਵ ਸਿਸਟਮ ਹੈਗਾ ਆ ਉਹਦੀ ਐਕਸਰਸਾਈਜ਼ ਹੁੰਦੀ ਬੜੇ ਜੈਂਟਲ ਤਰੀਕੇ ਦੇ ਨਾਲ, ਜਦੋਂ ਤੁਸੀਂ ਕਪਾਲ ਭਾਤੀ ਸ਼ੁਰੂ ਕਰ ਦਿੰਦੇ। ਪਰ ਉਹ ਸਾਨੂੰ ਸਭ ਕੁਝ ਦੱਸਣਾ ਪੈਂਦਾ ਹੈਗਾ, ਪੇਸ਼ੈਂਟ ਨੂੰ ਕਹਿਣਾ ਪੈਂਦਾ, ਐਂਡ ਮੋਸਟ ਆਫ ਦਾ ਟਾਈਮ ਰਿਮਾਈਂਡ ਕਰਾਉਣਾ ਪੈਂਦਾ ਹਰ ਵਾਰੀ ਜਦੋਂ ਪੇਸ਼ੈਂਟ, ਕਈ ਵਾਰੀ ਜਿਨ੍ਹਾਂ ਨੂੰ ਅਸੀਂ ਦੱਸਣੇ ਹੁੰਦੇ ਹੈਗੇ ਕਿ ਤੁਸੀਂ ਆਹ ਚੀਜ਼ਾਂ ਕਰਨੀਆਂ, ਮੋਸਟ ਆਫ ਦਾ ਟਾਈਮ 2-3 ਵਾਰੀ ਜਦੋਂ ਉਹ ਆਉਂਦੇ ਆ ਮਹੀਨੇ ਬਾਅਦ, ਫਿਰ ਜਾ ਕੇ ਉਹਨਾਂ ਨੂੰ ਜਦੋਂ ਐਵਰੀ ਟਾਈਮ ਅਸੀਂ ਪੁੱਛਦੇ ਆ ਕਿ ਦੇਖੋ ਜੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਆਹ ਕਰਨੀ ਐਕਸਰਸਾਈਜ਼ ਕੀਤੀ ਨਹੀਂ, ਉਹ ਐਤਕੀ ਤਾਂ ਮੈਨੂੰ ਯਾਦ ਹੀ ਭੁੱਲ ਗਿਆ। ਫਿਰ ਅਗਲੀ ਵਾਰੀ ਜਦੋਂ ਹਾਂਜੀ ਜੀ ਮੈਂ ਤੁਹਾਨੂੰ ਕਿਹਾ ਹੀ ਕੀਤੀ, ਹਾਂਜੀ ਬਸ ਲੱਗੇ ਸੀਗੇ ਸ਼ੁਰੂ ਕਰਨ ਤੇ ਬਸ ਜੀ ਉਹ ਵਿੱਚ ਆਹ ਚੀਜ਼ ਹੋ ਗਈ ਤੇ ਨਿਕਲ ਗਿਆ। ਫਿਰ ਅਗਲੀ ਵਾਰ ਕਹਿੰਦੇ ਹਾਂਜੀ ਨਹੀਂ ਕੀਤੀ ਸ਼ੁਰੂ, ਹਾਂ ਮੈਂ ਕੀਤੀ ਤੇ ਸੀਗੀ ਪਰ ਉਹ ਥੋੜਾ ਚਿਰ ਹੀ ਹੋਈ ਮੁੜ ਕੇ ਮੈਂ ਬੰਦ ਕਰਤੀ। ਮਤਲਬ ਕਿ ਉਹ ਸਾਨੂੰ ਬਹਾਨੇ ਜਿੰਨੇ ਤੁਸੀਂ ਮਰਜ਼ੀ ਬਣਾ ਲਓ ਆਪਣੇ ਆਪ ਦੇ ਨਾਲ, ਤੁਸੀਂ ਕਿਸੇ ਦੇ ਨਾਲ ਕਿਸੇ ਡਾਕਟਰ ਨਾਲ ਪਲੇ ਕਰਦੇ ਨਾ ਕਿਸੇ ਹੋਰ ਦੇ ਨਾਲ, ਤੁਸੀਂ ਆਪਣੇ ਆਪ ਦੇ ਨਾਲ ਕਲੀਅਰ ਆਉਣ ਕਰ ਰਹੇ। ਜੇਕਰ ਤੁਸੀਂ ਜਾਣਾ, ਹੁਣ ਮੇਰੀ ਆਦਤ ਹੈ ਵੀ ਚਲੋ ਬੇਟੇ ਨੂੰ ਮੈਂ ਛੱਡਣ ਜਾਣਾ ਹੁੰਦਾ ਵੀ ਜੂਨੀਅਰ ਸਟੇਸ਼ਨ ਤੱਕ, ਤੇ ਉਸ ਤੋਂ ਬਾਅਦ ਮੈਨੂੰ ਪਤਾ ਵੀ ਇੰਨਾ ਟਾਈਮ ਲੱਗਦਾ, ਮੈਂ ਅੱਧਾ ਘੰਟਾ ਉਸ ਤੋਂ ਵਿੱਚ ਰੱਖ ਕੇ ਪਹਿਲਾਂ ਆਪਣੇ ਲਈ ਉੱਠਦਾ, ਜ਼ਿਆਦਾ ਨਹੀਂ, ਕਮ ਸੇ ਕਮ ਅੱਧਾ ਘੰਟਾ ਬਾਹਰ ਵਾਕ ਕਰਕੇ ਤੁਸੀਂ ਫਰੈਸ਼ ਹੋ ਜਾਂਦੇ ਆ। ਉਸ ਤੋਂ ਬਾਅਦ ਤੁਸੀਂ ਜਾ ਸਕਦੇ ਗੱਡੀ ਡਰਾਈਵ ਕਰਕੇ ਜਾਂ ਜੋ ਵੀ ਆਪਣੇ ਕੰਮ ਕਰਨੇ ਕਰ ਸਕਦੇ ਹੋ। ਹਾਂ ਦੇਖੋ ਐਂਡ ਇਹੋ ਹੀ ਹੈਗੀਆਂ ਥੋੜ੍ਹੀਆਂ ਚੀਜ਼ਾਂ। ਹੁਣ ਅਸੀਂ ਵਾਲਮਾਰਟ ਵੀ ਜਾਂਦੇ ਨਾ ਤੇ ਉਹ ਕਾਰ ਜਿਹੜੀ ਹੈਗੀ ਆ ਉਹੀ ਉਹ ਦਰਵਾਜ਼ੇ ਦੇ ਬਿਲਕੁਲ ਲਾਗੇ ਲੱਭਦੇ ਆ ਕਿ ਕਿਤੇ ਕੋਈ ਪਾਰਕਿੰਗ ਸਪੋਟ ਲੱਭ ਜਾਵੇ ਤਾਂ ਕਿ ਤੁਰਨਾ ਘੱਟ ਪਵੇ। ਜਾ ਕੇ ਮੋਹਰੇ ਗੱਡੀ ਲਾ ਕੇ, ਤਾਂ ਕਈ ਤੁਸੀਂ ਦੇਖਿਓ ਪੰਜਾਬੀ ਸਟੋਰਾਂ ਦੇ ਮੋਹਰੇ ਲੋਕਾਂ ਨੇ ਗੱਡੀਆਂ ਲਾਈਆਂ ਹੋਈਆਂ, ਅੰਦਰ ਗਰੋਸਰੀ ਕਰਨ ਗਏ ਨੇ, ਬਾਕੀ ਪਿੱਛੇ ਹੌਰਨ ਤੇ ਹੁਣ ਜਿੱਦਾਂ ਮਰਜ਼ੀ ਮਾਰੇ, ਕੋਈ ਪਰਵਾਹ ਨਹੀਂ। ਇੰਨੀ ਕਾਲੀ ਹੈ ਜਾਂ ਫਿਰ ਇੰਨੀ ਬਿਲਕੁਲ ਲਾਗੇ ਰੱਖਦੇ ਆ। ਐਂਡ ਯੂਜੂਅਲੀ ਇਟਸ ਅ ਗੁੱਡ ਆਈਡੀਆ। ਆਈ ਥਿੰਕ ਮੇਬੀ ਜਿਹੜੇ ਲੋਕਾਂ ਨੇ ਨਵੀਆਂ ਗੱਡੀਆਂ ਲਈਆਂ ਹੁੰਦੀਆਂ ਐਟਲੀਸਟ ਉਹ ਪਿੱਛੇ ਜਾ ਕੇ ਪਾਰਕ ਕਰਦੇ ਆ, ਉਹਨਾਂ ਨੂੰ ਡਰ ਹੁੰਦਾ ਕਿ ਕੋਈ ਗੱਡੀ ਨਾ ਕਿਤੇ ਲਾ ਦੇਵੇ ਲਾਗੇ ਜੇ ਕੋਈ ਨਾ ਗੱਡੀ ਥੋੜੀ ਜਿਹੀ ਪੁਰਾਣੀ ਹੋਣੀ ਵੀ ਮੋਹਰੇ ਲਾਇਆ ਕਰਨੀ, ਫਿਰ ਮੁੜ ਕੇ ਵੀ ਇਹਨਾਂ ਦੀ ਅੱਗੇ ਹੋ ਜਾਂਦੀਆਂ। ਸੋ ਨਵੀਆਂ ਗੱਡੀਆਂ ਜਿਹੜੀਆਂ ਉਹ ਸਭ ਤੋਂ ਪਿੱਛੇ ਜਾ ਕੇ ਦੂਰ ਜਾ ਕੇ ਲਾ ਕੇ ਆਉਂਦੇ, ਤੁਰਦੇ ਵੀ ਹੈਗੇ ਆ ਤੁਰ ਕੇ ਐਟਲੀਸਟ। ਸੋ ਆਈ ਥਿੰਕ ਚਲੋ ਇਸੇ ਬਹਾਨੇ ਸਹੀ ਦੁਆ ਕਰਦੇ ਕਿ ਸਾਰਿਆਂ ਕੋਲ ਨਵੀਆਂ ਗੱਡੀਆਂ ਹੀ ਹੋਣ ਐਟਲੀਸਟ ਦੂਰ ਜਾ ਕੇ ਹੁਣ ਇੱਕ ਪਾਰਕਿੰਗ ਸਪੌਟ ਵਧੀਆ ਹੋਵੇ ਤੇ ਵਧੀਆ ਥਾਂ ਤੇ ਲਾ ਕੇ ਗੱਡੀਆਂ ਥੋੜਾ ਤੁਰ ਕੇ ਆਉਣ ਤੇ ਐਕਸਰਸਾਈਜ਼ ਉਹਨਾਂ ਦੀ ਹੋਵੇ। ਦੂਰੋਂ ਤੁਰਦਾ ਆਉਂਦਾ ਬੰਦਾ ਚਿਹਰੇ ਦੇ ਉੱਤੇ ਨਾਲ ਲੱਗਦੀ ਥੋੜੀ ਸਮਾਈਲ ਹੋਵੇ ਤੇ ਆਪੇ ਬੰਦੇ ਦਾ ਪਤਾ ਲੱਗਦਾ ਕਿ ਦੁਨੀਆਦਾਰੀ ਵਿੱਚ ਬੰਦਾ ਕੋਈ ਆਇਆ ਜੀ। ਬਿਲਕੁਲ ਜੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਕਿਤੇ ਨਾ ਕਿਤੇ ਸਾਡੀ ਬਾਡੀ ਦੇ ਉੱਤੇ ਜਿਹੜਾ ਉਹ ਸਟ੍ਰੈਸ ਪਾਉਂਦੀਆਂ ਆ, ਜਿਹਦੇ ਕਰਕੇ ਅਚਨਚੇਤ ਤੁਸੀਂ ਦੇਖੋ ਕਿ ਜਿੱਦਾਂ ਹਾਰਟ ਅਟੈਕ ਦੀ ਗੱਲ ਕਰ ਰਹੇ ਜਾਂ ਅਚਨਚੇਤ ਪਤਾ ਲੱਗਾ ਜੀ ਸਟੇਜ 4 ਕੈਂਸਰ ਹੋ ਗਿਆ, ਇੰਨੀ ਛੇਤੀ ਨਹੀਂ ਹੁੰਦਾ। ਮਤਲਬ ਇਹ ਚੀਜ਼ਾਂ ਨੂੰ ਡਿਵੈਲਪ ਹੋਣ 'ਚ ਬਹੁਤ ਟਾਈਮ ਲੱਗਦਾ। ਉਹ ਜਿਹੜਾ ਫਿਰ ਉਹ ਅਚਨਚੇਤ ਜਿਹੜੀ ਆ, ਜੇ ਉਹ ਜਦੋਂ ਉਹ ਚੀਜ਼ ਕੋਈ ਟ੍ਰਿਗਰ ਹੋ ਜਾਂਦੀ ਤੇ ਉਹਦੇ ਨਾਲ ਜਿਹੜਾ ਉਹ ਰਾਈਟ ਵੇ ਜਿੱਦਾਂ ਉਹ ਬਲੋਕੇਜ ਹੋ ਗਈ ਹਾਰਟ ਨੂੰ, ਤਾਂ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ।
ਜਾਂ ਹੁਣ ਅਚਨਚੇਤ ਜਿਹੜੀ ਹੈਗੀ ਆ ਕੋਈ ਦਰਦ ਹੋਈ, ਪਤਾ ਲੱਗਿਆ ਜਦੋਂ ਐਕਸਰੇ ਜਾਂ ਟੈਸਟ ਕਰਵਾਏ ਪਤਾ ਲੱਗਾ ਤੇ ਇਹ ਕੈਂਸਰ ਹੋ ਗਿਆ। ਸੋ ਉਹ ਰਾਤੋਂ ਰਾਤ ਤਾਂ ਨਹੀਂ ਹੁੰਦੇ ਹੈਗੇ, ਉਹਨਾਂ ਨੂੰ ਹੋਣ ਨੂੰ, ਬੋਡੀ ਨੂੰ ਉਸ ਲੈਵਲ ਤੇ ਪਹੁੰਚਣ ਤੱਕ ਜਿਹੜਾ ਉਹ ਕਿੰਨਾ ਹੀ ਟਾਈਮ ਲੱਗ ਜਾਂਦਾ ਹੈਗਾ। ਐਂਡ ਤੁਸੀਂ ਦੇਖੋ ਕਿ ਆਪਣੇ ਕਿੰਨੇ ਕੁ ਲੋਕ ਹੈਗੇ ਆ ਕਿ ਜਿਹੜੇ ਉਹ ਆਪਣੇ ਟੈਸਟ ਵੀ ਜਿਹੜੇ ਹੈਗੇ ਆ ਉਹ ਪ੍ਰੋਪਰ ਕਰਾਉਂਦੇ। ਹੁਣ ਕਈਆਂ ਦੀ ਹੈਗੀ ਆ, ਸੋਚਦੇ ਆ ਕਿ ਦੇਖੋ ਜੀ ਆਪਾਂ ਜਦੋਂ ਟੈਸਟ ਕਰਾਵਾਂਗੇ ਤੇ ਉਹਦੇ ਵਿੱਚ ਕੁਛ ਨਾ ਕੁਛ ਆ ਜਾਣਾ ਜਾਂ ਕੁਛ ਇੱਦਾਂ ਦਾ। ਐਟਲੀਸਟ ਅਸੀਂ ਇਹ ਹਮੇਸ਼ਾ ਕਹਿੰਦੇ ਆ ਕਿ ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਉਹ ਟੈਸਟ ਜਿਹੜੇ ਆਪਣੇ ਬਲੱਡ ਦੇ ਐਟਲੀਸਟ ਜ਼ਰੂਰ ਕਰਾਓ। ਆਪਣੀ ਲਿਪਿਡ ਪ੍ਰੋਫਾਈਲ ਜਿਹੜੀ ਹੈਗੀ ਉਹਨੂੰ ਜ਼ਰੂਰ ਚੈੱਕ ਕਰੋ, ਤੁਹਾਡਾ ਕਿਸ ਤਰੀਕੇ ਦਾ ਕੋਲੈਸਟਰੋਲ ਚੱਲ ਰਿਹਾ ਹੈਗਾ ਹੈ ਤੁਹਾਡੇ। ਉਹ ਤੋਂ ਐਟਲੀਸਟ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਤੁਹਾਡਾ HDL ਜਿਹੜਾ ਉਹ ਘੱਟ ਹੈ ਜਾਂ LDL ਜ਼ਿਆਦਾ ਹੈਗਾ ਹੈ ਜਾਂ ਟੋਟਲ ਕੋਲੈਸਟਰੋਲ ਤੁਹਾਡਾ ਠੀਕ ਹੈ। ਐਟਲੀਸਟ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਬਾਡੀ ਦੇ ਅੰਦਰ ਫੈਟ ਜਿਹੜੀਆਂ ਉਹ ਕਿੰਨੀਆਂ ਕੁ ਜਾ ਰਹੀਆਂ ਹੈਗੀਆਂ ਜਾਂ ਕਿਸ ਲੈਵਲ ਦੇ ਉੱਤੇ ਸਟਿੱਕੀਨੈਸ ਆ ਰਹੀ ਹੈਗੀ। ਹੁਣ ਤਾਂ ਲੋਕ ਹੀ ਬਹੁਤ ਹੈਗੇ ਜਿਹੜੇ ਕਿ ਜਾਂਦੇ ਹੀ ਹੈ ਨਹੀਂ। ਹੁਣ ਤਾਂ ਕੋਵਿਡ ਦਾ ਵੀ ਬਹਾਨਾ ਲੱਭ ਗਿਆ ਕਿ ਦੇਖੋ ਜੀ 2-2 ਸਾਲ ਹੋ ਗਏ ਲੋਕਾਂ ਨੂੰ ਉਹ ਟੈਸਟ ਹੀ ਨਹੀਂ ਕਰਾਉਂਦੇ ਹੈਗੇ। ਬਸ ਉਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਨੂੰ ਥੋੜ੍ਹਾ ਜਿਹਾ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ। ਆਪਣੀ ਬਾਡੀ ਤੁਹਾਡੀ ਜਿਹੜੀ ਹੈ ਤੁਹਾਨੂੰ ਕਮਾਂਡ ਆਪ ਹੀ ਲੈਣੀ ਪੈਣੀ। ਤੁਸੀਂ ਇਹ ਜਿਹੜੀ ਚੀਜ਼ ਨੂੰ ਨਹੀਂ ਕਰ ਸਕਦੇ ਕਿ ਵੀ ਕਬੂਤਰ ਨਹੀਂ ਬਣ ਸਕਦੇ ਕਿ ਵੀ ਬਿੱਲੀ ਸਾਹਮਣੇ ਹੈਗੀ ਅਤੇ ਤੁਸੀਂ ਅੱਖਾਂ ਮੀਚ ਲਓ ਅਤੇ ਵੀ ਬਿੱਲੀ ਆਪਣੇ ਆਪ ਹੀ ਚਲੀ ਜਾਊਗੀ। ਇੱਦਾਂ ਨਹੀਂ ਵਰਕ ਕਰਨੀਆਂ ਚੀਜ਼ਾਂ। ਜਿੰਨਾ ਚਿਰ ਤੁਸੀਂ ਆਪਣੀ ਕਮਾਂਡ ਆਪਣੇ ਹੱਥ ਦੇ ਵਿੱਚ ਨਹੀਂ ਲੈਂਦੇ ਹੈਗੇ ਉਨਾ ਚਿਰ ਕੋਈ ਨਾ ਕੋਈ ਪ੍ਰੋਬਲਮ ਜਿਹੜੀਆਂ ਉਹ ਆਉਂਦੀਆਂ ਰਹਿਣੀਆਂ। ਸਪੈਸ਼ਲੀ ਇੰਡੀਆ ਵਰਗੇ ਮੁਲਕ ਦੇ ਵਿੱਚ ਤਾਂ ਲੋਕ ਕੋਈ ਵੀ ਨਹੀਂ ਟੈਸਟ ਕਰਾਉਂਦਾ। ਐਟਲੀਸਟ ਇੱਥੇ ਚਲੋ ਸਾਲ ਬਾਅਦ ਤੁਹਾਡੇ ਫੈਮਿਲੀ ਡਾਕਟਰ ਆਪ ਹੀ ਕਰਾਉਂਦੇ ਰਹਿੰਦੇ ਹੈਗੇ ਆ। ਉਹ ਤਾਂ ਇੰਡੀਆ 'ਚ ਤਾਂ ਕਰਾਉਂਦਾ ਹੀ ਕੋਈ ਨਹੀਂ, ਕੋਈ ਤਾਂ ਬਲੱਡ ਟੈਸਟ ਨਹੀਂ ਕਰਾਉਂਦਾ, ਕੋਈ ਬਲੱਡ ਪ੍ਰੈਸ਼ਰ ਨਹੀਂ ਚੈੱਕ ਕਰਦਾ ਆਪਣਾ। ਸੋ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹਦਾ ਵੀ ਚੈੱਕ ਕਰਨਾ ਬੜਾ ਜ਼ਰੂਰੀ ਹੁੰਦਾ ਹੈਗਾ। ਉਹਨੂੰ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਤੁਹਾਡਾ ਠੀਕ ਜਾ ਰਿਹਾ ਹੈਗਾ ਹੈ ਜਾਂ ਕਿੱਦਾਂ। ਬਲੱਡ ਪ੍ਰੈਸ਼ਰ ਦਾ ਤਾਂ ਵੈਸੇ ਘਰਾਂ 'ਚ ਵੈਸੇ ਨਹੀਂ ਪਤਾ ਲੱਗ ਜਾਂਦਾ, ਜਦੋਂ ਭਾਂਡੇ ਖੜਕਦੇ ਹੁਣ ਆਵਾਜ਼ ਬਾਹਰ ਤੱਕ ਜਾਂਦੀ ਹੈ ਪਤਾ ਲੱਗ ਜਾਂਦਾ ਬਲੱਡ ਪ੍ਰੈਸ਼ਰ ਸਾਰਿਆਂ ਦੇ ਹਾਈ ਹੈ। ਬਿਲਕੁਲ। ਐਂਡ ਆਈ ਥਿੰਕ ਹੱਸਣ ਦੀ ਨਹੀਂ ਗੱਲ, ਕਿਉਂਕਿ ਬਹੁਤ ਇਹੀ ਚੀਜ਼ਾਂ ਹੈ ਜਦੋਂ ਭਾਂਡੇ ਥੜ ਬਾਜੇ ਹੁਣ ਉੱਚੀ ਉੱਚੀ ਮਾਂ ਦੀ ਧੀ ਦੀ ਇੱਕ ਦੂਜੇ ਦੀ ਕਰਦੇ ਹੁਣ ਪਤਾ ਲੱਗ ਗਿਆ ਬਲੱਡ ਪ੍ਰੈਸ਼ਰ ਬੰਦੇ ਦਾ ਹਾਈ ਜਾਂ ਜਨਾਨੀ ਦਾ ਹਾਈ ਹੈ। ਐਂਡ ਆਈ ਥਿੰਕ ਕਈ ਵਾਰ ਬੱਚਿਆਂ ਦੇ ਵੀ ਹਾਈ ਹੋ ਜਾਂਦਾ, ਉਹ ਵੀ ਮਾਂ ਬਾਪ ਨੂੰ ਅੱਗੇ ਪੈਂਦੇ ਆ ਫਿਰ ਪੈਂਦੇ ਆ। ਤਾਂ ਮੇਨ ਚੀਜ਼ ਆ ਵੀ ਇਹ ਚੀਜ਼ ਤੋਂ ਬਚਣਾ ਚਾਹੀਦਾ। ਕਿਵੇਂ ਬਚਣਾ ਫਿਰ ਰੂਬਲ ਸਾਹਿਬ ਦੱਸਦੇ ਨੇ ਤੁਹਾਨੂੰ। 905 874 3333 ਕੰਟੀਨਿਊ ਸਾਡੀ ਗੱਲਬਾਤ ਇਸ ਤਰੀਕੇ ਨਾਲ ਜਾਰੀ ਰਹੇਗੀ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਲਵ ਤੰਦੂਰੀ ਦੇ ਸੰਯੋਗ ਦੇ ਨਾਲ 905 450 0000 ਤੇ ਦਵਿੰਦਰ ਕੌਰ ਦੇ ਨਾਲ ਗੱਲਬਾਤ ਕਰਨੀ ਮੌਰਗੇਜ ਸੰਬੰਧੀ ਕੋਈ ਤੁਹਾਡੀ ਹੋਵੇ ਸਲਾਹ ਮਸ਼ਵਰਾ ਕੋਈ ਲੈਣਾ ਚਾਹੁੰਦੇ ਹੋ 647 988 8731 ਡਿਕਸੀ ਫ੍ਰੇਸ ਸਿਸਟਮ 416 896 390 ਈਮੇਲ 22 416 816 3965 ਜਿਮੀ ਝਾਂਡੀ ਮੋਟਰਸਾਈਕਲ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਘਰ ਦੀ ਜਾਂ ਗੱਡੀਆਂ ਦੀ ਇੱਕ ਪੈਕੇਜ ਡੀਲ ਵਾਸਤੇ ਜਿਮੀ ਝਾਂਡੀ 416 903 0234 ਤੇ ਮਨਿੰਦਰ ਸਿੰਘ ਮਾਨ ਪੈਸੇ ਧੇਲੇ ਦੀ ਬਚਤ ਕਿਵੇਂ ਕੀਤੀ ਹੈ ਤੇ ਕਿਵੇਂ ਇਸ ਨੂੰ ਤੁਸੀਂ ਖਰਚਣਾ ਚਾਹੁੰਦੇ ਹੋ ਤੇ ਜਾਂ ਫਿਰ ਰੈਵਨਿਊ ਕੈਂਡ ਵਾਲੇ ਨੂੰ ਕਿਵੇਂ ਹਿਸਾਬ ਕਿਤਾਬ ਦੇਣਾ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਹੋ 905 696 7764 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਨਜੀਤ ਕੌਰ ਚੀਮਾ ਰੀਅਲ ਸਟੇਟ ਖੇਤਰ ਵਿੱਚ ਕਾਫੀ ਜਾਣੇ ਪਹਿਚਾਣੇ ਨਾਮ ਰੀਮੇ ਸਕੂਲ ਦੇ ਨਾਲ ਕੰਮ ਕਰਦੇ ਨੇ। 416 357 9965 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਤੇ ਪਤਾ ਕਰੋ ਕਿਹੜੀ ਇਹਨਾਂ ਦੀ ਪ੍ਰਾਪਰਟੀ ਲਿਸਟ ਕੀਤੀ ਤੇ ਕਿਹੜੀਆਂ ਪ੍ਰਾਪਰਟੀਆਂ ਦੇ ਉੱਤੇ ਓਪਨ ਹਾਊਸ ਲੱਗਣ ਜਾ ਰਿਹਾ। 416 357 9965 ਤੇ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਰੂਬਲ ਸਾਹਿਬ ਇਸ ਚੀਜ਼ ਨੂੰ ਵੀ ਕੰਟੀਨਿਊ ਰੱਖਣਾ ਤੇ ਆਪਣੇ ਕੋਲ ਇੱਕ ਸਵਾਲ ਵੀ ਹੈ। ਸਵਾਲ ਹੈ 55 ਸਾਲ ਦੀ ਏਜ ਹੈ, ਖਾਣ ਪੀਣ ਤੋਂ ਬਾਅਦ ਤਕਰੀਬਨ ਕਹ ਲਓ ਘੰਟੇ 2 ਘੰਟੇ ਦੇ ਵਿੱਚ ਮੂੰਹ ਦੇ ਵਿੱਚ ਉਹੀ ਖਾਧੇ ਪੀਤੇ ਦਾ ਸਵਾਦ ਜਾਂ ਮਿੱਠੇ ਦਾ ਸਵਾਦ ਆਉਣਾ, ਇਹ ਕਾਰਨ ਕੀ ਆ? ਪਹਿਲਾਂ ਤੁਸੀਂ ਪਹਿਲੀ ਗੱਲ ਕੰਪਲੀਟ ਕਰ ਲਓ, ਉਸ ਤੋਂ ਬਾਅਦ ਇਹਦਾ ਜਵਾਬ ਦੇ ਦਿਓ, ਉਸ ਤੋਂ ਬਾਅਦ ਅਗਲਾ ਸਵਾਲ ਕਰ। ਦੇਖੋ ਗੁਰਪਾਲ ਜੀ, ਜਿਵੇਂ ਗੱਲ ਚੱਲ ਰਹੀ ਸੀਗੀ ਕਿ ਖਾਣੇ ਪੀਣੇ ਦੀ, ਐਂਡ ਆਈ ਥਿੰਕ ਆਪਾਂ ਪਿਛਲੇ ਵੀਕ ਵੀ ਥੋੜ੍ਹੀ ਜਿਹੀ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀਗੀ ਕਿ ਅਸੀਂ ਕਈ ਵਾਰੀ ਜਿਹੜੀ ਜਾਣੇ ਦੇ ਵਿੱਚ ਮਤਲਬ ਸਾਡੀ ਇੰਟੈਂਸ਼ਨ ਚੰਗੀ ਹੁੰਦੀ ਹੈ ਰੋਟੀ ਪਾਣੀ ਖਾਣ ਦੀ, ਪਰ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਹੈ ਉਹ ਕਈ ਵਾਰੀ ਗਲਤ ਹੁੰਦਾ। ਹੁਣ ਤੁਸੀਂ ਦੇਖੋਗੇ ਕਿੰਨੇ ਲੋਕ ਹੈਗੇ ਸਾਡੇ ਸਪੈਸ਼ਲੀ ਪੰਜਾਬੀ ਫੈਮਲੀਜ਼ ਜਿਹੜੀਆਂ ਜਦੋਂ ਪੁੱਛਦੇ ਆ ਨਾ ਤੁਸੀਂ ਕਿਹੜੀ ਤੜਕਾ ਕਿਹੜੇ ਤੇਲ ਦਾ ਲਾਉਂਦੇ ਹੈਗੇ ਹੋ, ਉਹ ਬੜੇ ਪ੍ਰਾਊਡ ਦੇ ਨਾਲ ਕਹਿੰਦੇ ਹੈਗੇ ਕਿ ਅਸੀਂ ਤਾਂ ਜੀ ਓਲੀਵ ਆਇਲ ਹੀ ਸਿਰਫ ਇਸਤੇਮਾਲ ਕਰਦੇ ਹੈਗੇ। ਨੋ ਡਾਊਟ ਜਿਹੜਾ ਓਲੀਵ ਆਇਲ ਹੈਗਾ ਉਹਦੇ ਵਿੱਚ ਓਮੇਗਾ 3, 6, 9 ਜਿਹੜਾ ਉਹ ਬੜੀ ਵਧੀਆ ਰੇਸ਼ੋ ਦੇ ਨਾਲ ਉਹ ਵਰਕ ਕਰਦਾ ਹੈਗਾ। ਐਂਡ ਜੇ ਤੁਸੀਂ ਦੇਖੋ ਕਿ ਜਿਹੜਾ ਓਲੀਵ ਆਇਲ ਹੈ ਉਹਦੇ ਉੱਤੇ ਲਿਖਿਆ ਹੁੰਦਾ ਯੂਜਲੀ ਕਿ ਜੇ ਉਹ ਔਰਗੈਨਿਕ ਹੈ ਜਾਂ ਉਹ ਐਕਸਟਰਾ ਵਰਜਿਨ ਹੈ ਜਾਂ ਉਹ ਕੋਲਡ ਪ੍ਰੈਸਡ ਹੈਗਾ ਆ। ਉਹਦਾ ਮਤਲਬ ਕੀ ਹੈਗਾ ਆ ਕਿ ਜਦੋਂ ਓਲਿਵਸ ਜਿਹੜੇ ਹੈਗੇ ਆ ਉਹਨਾਂ ਨੂੰ ਪੀਸਿਆ ਜਾਂਦਾ ਹੈਗਾ ਆ ਅਤੇ ਉਹ ਇੱਕ ਲੱਕੜ ਦੇ ਵੱਡੇ
ਪੁੜੇ ਹੁੰਦੇ ਹੈਗੇ ਆ ਜਿਨ੍ਹਾਂ ਦੇ ਥਰੂ ਉਹਨੂੰ ਪੀਸਿਆ ਜਾਂਦਾ ਸੋ ਦੈਟ ਕਿ ਹੀਟ ਨਾ ਪੈਦਾ ਹੋ ਸਕੇ, ਗਰਮ ਨਾ ਹੋ ਸਕਣ। ਜਦੋਂ ਅਸੀਂ ਕਣਕ ਨੂੰ ਪੀਸਦੇ ਹਾਂ ਪੁੜਿਆਂ ਦੇ ਵਿੱਚ, ਤੇ ਕਣਕ ਦਾ ਆਟਾ ਗਰਮ ਹੋ ਜਾਂਦਾ ਹੈ ਨਾ। ਸੋ ਜਿਹੜੇ ਕੋਲਡ ਪ੍ਰੈਸ ਤੇਲ ਹੁੰਦੇ ਹੈਗੇ ਆ, ਉਹਨਾਂ ਨੂੰ ਟੈਕਨੀਕ ਇਸ ਹਿਸਾਬ ਦੀ ਵਰਤੀ ਜਾਂਦੀ ਹੈਗੀ ਹੈ ਟ੍ਰੈਡੀਸ਼ਨਲੀ ਤੌਰ ਦੇ ਉੱਤੇ, ਕਿ ਉਹਨਾਂ ਦੇ ਵਿੱਚ ਗਰਮੈਸ਼ ਨਹੀਂ ਆਉਣ ਦੇਣੀ, ਇਸੇ ਕਰਕੇ ਉਹਨਾਂ ਨੂੰ ਕੋਲਡ ਪ੍ਰੈਸ ਕਿਹਾ ਜਾਂਦਾ ਹੈਗਾ। ਸੋ ਕਿ ਵੀ ਉਹ ਠੰਡੇ ਹੁੰਦੇ, ਜਦੋਂ ਉਹਨਾਂ ਨੂੰ ਤੁਸੀਂ ਆਇਲ 'ਚੋਂ ਐਕਸਟਰੈਕਟ ਕਰ ਰਹੇ ਹੁੰਦੇ ਉਹ ਠੰਡਾ ਹੁੰਦਾ ਤੇਲ, ਸੋ ਉਹਨੂੰ ਕੋਲਡ ਪ੍ਰੈਸ ਹੁੰਦਾ ਹੈਗਾ ਆ। ਫਿਰ ਉਹਨੂੰ ਤੁਸੀਂ ਦੇਖੋ ਕਿ ਓਲਿਵ ਆਇਲ ਨੂੰ ਇੱਕ ਆਮ ਕਰਕੇ ਡਾਰਕ ਤੇਲ ਦੀਆਂ ਕੱਚ ਦੀਆਂ ਸ਼ੀਸ਼ੀਆਂ ਦੇ ਵਿੱਚ ਜਿਹੜਾ ਆ ਉਹ ਪਾਇਆ ਜਾਂਦਾ ਹੈਗਾ, ਅਤੇ ਉਹਦੇ ਉੱਤੇ ਲਿਖਿਆ ਵੀ ਹੁੰਦਾ, ਰੈਕਮੈਂਡ ਵੀ ਕੀਤਾ ਜਾਂਦਾ ਹੁੰਦਾ ਕਿ ਜਦੋਂ ਤੁਸੀਂ ਉਹਨੂੰ ਖੋਲ੍ਹ ਲਈ ਬੋਤਲ ਨੂੰ, ਉਹ ਖੋਲ੍ਹ ਕੇ ਜਿਹੜਾ ਤੁਸੀਂ ਫ੍ਰਿਜ ਦੇ ਵਿੱਚ ਰੱਖਣੀ ਹੁੰਦੀ ਹੈ। ਹੁਣ ਤੁਸੀਂ ਦੇਖੋ ਕਿ ਉਹ ਜਿਹੜੀ ਚੀਜ਼ ਤੁਸੀਂ ਕਰਦੇ ਹੈਗੇ ਆ, ਅਤੇ ਫਿਰ ਉਹ ਐਂਡ ਤੱਕ ਉਹਦੇ ਵਿੱਚ ਜਿਹੜੇ ਓਮੇਗਾ 369 ਜਾਂ ਜਿਹੜੇ ਅਸੈਂਸ਼ੀਅਲ ਫੈਟੀ ਐਸਿਡਸ ਹੈਗੇ ਆ, ਉਹ ਆਲ ਦਾ ਵੇ ਜਿਹੜਾ ਹੈਗਾ ਆ ਉਹ ਐਂਡ ਦੀ ਬੋਤਲ ਤੱਕ ਰਹਿੰਦੇ ਹੈਗੇ ਆ। ਹੁਣ ਪੰਜਾਬੀ ਜਿਹੜੇ ਹੈਗੇ ਅਸੀਂ ਕਿਸ ਤਰੀਕੇ ਨਾਲ ਉਹਨੂੰ ਇਸਤੇਮਾਲ ਕਰਦੇ ਹਾਂ, ਅਸੀਂ ਪਹਿਲੀ ਗੱਲ ਤਾਂ ਉਹਨੂੰ ਖੋਲ੍ਹਦੇ ਹਾਂ ਸਾਰੀ ਡੱਟ ਉਹਦੇ ਵਿੱਚ ਅਸੀਂ ਪਾਉਂਦੇ ਹਾਂ ਤੜਕੇ ਦੇ ਵਿੱਚ, ਉਹਦਾ ਟੈਂਪਰੇਚਰ ਕਰਤਾ 100 ਡਿਗਰੀ ਦੇ ਉੱਤੇ। ਜਦੋਂ 100 ਕਿੱਥੇ ਚੀਜ਼ ਉਹਨੂੰ ਤੁਸੀਂ ਕੋਲਡ ਪ੍ਰੈਸ ਲੈ ਕੇ ਆਏ, ਜਿਹਦਾ ਕਿ ਸੀਗਾ ਕਿ ਵੀ ਉਹਨੂੰ ਅਸੀਂ ਠੰਡੇ ਨੂੰ ਤੇਲ ਕੱਢਿਆ, ਅਤੇ ਤੁਸੀਂ ਘਰ ਆਉਂਦਿਆਂ ਸਾਰ ਹੀ ਪਹਿਲਾਂ ਹੀ ਉਹਨੂੰ ਜਿਹੜਾ ਗਰਮ ਕਰ ਦਿੱਤਾ। ਹੁਣ ਜਦੋਂ ਉਹਨੂੰ ਤੁਸੀਂ ਗਰਮ ਕਰ ਦਿੱਤਾ, ਅਤੇ ਉਹਦੇ ਜਿੰਨੇ ਉਹਦੇ ਐਨਜ਼ਾਈਮ ਸੀਗੇ, ਡਾਈਜੈਸਟਿਵ ਐਨਜ਼ਾਈਮਸ ਜਿਹੜੇ ਉਹਦੇ ਸੀਗੇ, ਜਾਂ ਜਿਹਦੀਆਂ ਉਹਦੀਆਂ ਚੰਗੀਆਂ ਪ੍ਰੋਪਰਟੀ ਸੀ, ਉਹ ਸਾਰੀਆਂ ਦੀਆਂ ਸਾਰੀਆਂ ਖਤਮ ਕਰ ਦਿੱਤੀਆਂ ਤੁਸੀਂ। ਮਗਰ ਕੀ ਰਹਿ ਗਿਆ? ਇੱਕ ਸਟਿੱਕੀ ਪਦਾਰਥ, ਜਿਹੜਾ ਕਿ ਸੈਚੂਰੇਟਡ ਫੈਟ ਰਹਿ ਗਈ ਹੈਗੀ ਆ, ਹੋਰ ਉਸ ਤੋਂ ਇਲਾਵਾ ਉਹਦੇ ਵਿੱਚ ਕੁਛ ਨਹੀਂ ਰਿਹਾ, ਜਿਹਨੇ ਕਿ ਅੱਗੇ ਜਾ ਕੇ ਸਾਡੀਆਂ ਆਰਟਰੀਜ਼ ਨੂੰ ਬਲੌਕ ਕਰਨਾ, ਪਲੈਕ ਜਿਹੜੀ ਹੈਗੀ ਉਹ ਲੈ ਕੇ ਆਉਣੀ, ਕੋਲੈਸਟਰੋਲ ਦੇ ਲੈਵਲ ਜਿਹੜੇ ਵਧਾਉਣੇ ਹੈਗੇ ਆ, ਅਤੇ ਅਲਟੀਮੇਟਲੀ ਹਾਰਟ ਅਟੈਕ ਜਾਂ ਸਟ੍ਰੋਕ ਵਗੈਰਾ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਤੁਹਾਨੂੰ ਹੋਣੀਆਂ। ਹੁਣ ਤੁਸੀਂ ਦੇਖੋ, ਇੰਟੈਂਸ਼ਨ ਤਾਂ ਸਾਡੀ ਚੰਗੀ ਸੀਗੀ, ਅਸੀਂ ਤਾਂ ਸੁਣਿਆ ਸੀਗਾ, ਸਾਰਿਆਂ ਨੇ ਹੈ ਨਾ ਦੱਸਿਆ ਸੀਗਾ ਕਿ ਜੇ ਓਲੀਵ ਆਇਲ ਲਿਆ ਕਰੋ, ਉਹ ਚੰਗੀ ਚੀਜ਼ ਹੈਗੀ ਹੈ, ਪਰ ਅਸੀਂ ਉਹਨੂੰ ਆਪਣੇ ਢੰਗ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਉਹਦਾ ਸਾਰੇ ਦਾ ਸਾਰਾ ਉਹਦਾ ਸਿਸਟਮ ਜਿਹੜਾ ਅਸੀਂ ਖਰਾਬ ਕਰ ਦਿੱਤਾ। ਸੋ ਜਿਹੜਾ ਓਲੀਵ ਆਇਲ ਹੈਗਾ ਆ, ਉਹਨੂੰ ਜੇ ਤੁਸੀਂ ਇਸਤੇਮਾਲ ਕਰਨਾ ਹੈਗਾ, ਰਿਮੈਂਬਰ ਕਿ ਇੱਕ ਤਾਂ ਜਿਹੜਾ ਹੈਗਾ ਆ, ਉਹਨੂੰ ਤੁਸੀਂ ਜਦੋਂ ਢੱਕਣ ਖੋਲ੍ਹ ਲਿਆ, ਤਾਂ ਉਹਨੂੰ ਫ੍ਰਿਜ ਦੇ ਵਿੱਚ ਰੱਖੋ, ਅਤੇ ਉਹਨੂੰ ਕਦੀ ਵੀ ਗਰਮ ਨਹੀਂ ਕਰਨਾ ਹੁੰਦਾ। ਜਦੋਂ ਤੁਸੀਂ ਕੌਲੀ ਦੇ ਵਿੱਚ ਸਬਜ਼ੀ ਪਾ ਲਈ, ਫਿਰ ਉਹਦੇ ਵਿੱਚ ਤੁਸੀਂ ਉਹਦੇ ਉੱਤੇ 2 ਤੋਂ 3 ਚਮਚੇ ਉਹਦੇ ਵਿੱਚ ਪਾ ਸਕਦੇ ਹੈਗੇ ਹੋ, ਜਾਂ ਤੁਸੀਂ ਸੈਲਡ ਦੇ ਵਿੱਚ ਜਿਹੜਾ ਆਪਣਾ ਓਲੀਵ ਆਇਲ ਜਿਹੜਾ ਉਹਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ, ਅਤੇ ਉਹਨੂੰ ਫ੍ਰਿਜ ਦੇ ਵਿੱਚ ਰੱਖਣਾ ਹੁੰਦਾ ਹੈਗਾ। ਈਵਨ ਕਿ ਉਹਨੂੰ ਡਾਇਰੈਕਟਲੀ ਸਨਲਾਈਟ ਦੇ ਵਿੱਚ ਵੀ ਨਹੀਂ ਰੱਖਣਾ ਹੁੰਦਾ। ਡਾਇਰੈਕਟ ਸਨਲਾਈਟ 'ਚ ਤੁਸੀਂ ਓਲੀਵ ਆਇਲ ਨੂੰ ਰੱਖਦੇ ਹੋ, ਉਹ ਵੀ ਰੈਂਸਿਡ ਹੋ ਜਾਂਦਾ, ਮਤਲਬ ਉਹਦੇ 'ਚ ਵੀ ਉਹਦੇ ਐਨਜ਼ਾਈਮਸ ਖਤਮ ਹੋਣੇ ਸ਼ੁਰੂ ਹੋ ਜਾਂਦੇ। ਇੰਨਾ ਇਹ ਵੋਲੇਟਾਈਲ ਤੇਲ ਹੈਗਾ ਆ, ਮਤਲਬ ਵੀ ਇੰਨਾ ਇਹ ਜਿਹੜਾ ਇਹ ਕਹਿ ਲਓ ਕਿ ਵੀ ਇੰਨਾ ਸਟਰੋਂਗ ਨਹੀਂ ਹੈਗਾ ਤੇਲ, ਉਹ ਇੰਨਾ ਸੌਫਟ ਤੇਲ, ਸੈਂਸਿਟਿਵ ਹੈਗਾ ਇਹੋ ਤੇਲ, ਕਿ ਵੀ ਇਹ ਜਿਹੜਾ ਆ ਇਹ ਖਤਮ ਹੋਣਾ ਸ਼ੁਰੂ ਹੋ ਜਾਂਦਾ, ਅਤੇ ਅਸੀਂ ਉਹਦੇ ਨਾਲ ਤੜਕੇ ਲਾ ਰਹੇ, ਉਹਨਾਂ ਨੂੰ ਅਸੀਂ ਚੀਜ਼ਾਂ ਤਲ ਰਹੇ ਹੈਗੇ ਹਾਂ। ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਹੈ, ਜਿਹਦੇ ਕਰਕੇ ਸਾਨੂੰ ਪਲੈਕ ਜਾਂ ਹਾਰਟ ਦੀਆਂ ਪ੍ਰੋਬਲਮਸ ਜਿਹੜੀਆਂ ਸਭ ਤੋਂ ਜ਼ਿਆਦਾ ਪੰਜਾਬੀਆਂ ਦੇ ਵਿੱਚ ਜਿਹੜੀਆਂ, ਉਹ ਇਸੇ ਕਰਕੇ ਆ ਕਿ ਅਸੀਂ ਤੇਲ ਗਲਤ ਖਾ ਰਹੇ ਹੈਗੇ ਹਾਂ। ਅਤੇ ਉਹ ਹਰ ਵਾਰੀ ਤੁਸੀਂ ਦੇਖੋ ਕਿ ਅਸੀਂ ਤੜਕੇ ਲਾਉਂਦੇ, ਸਵੇਰੇ ਦੁਪਹਿਰੇ ਸ਼ਾਮ, ਅਸੀਂ ਉਹ ਸਾਰੇ ਤੇਲ ਗਰਮ ਕਰ ਰਹੇ ਹੈਗੇ। ਸਰੋਂ ਦੇ ਤੇਲ ਨੂੰ ਅਸੀਂ ਗਰਮ ਕਰ ਰਹੇ ਹੈਗੇ ਹਾਂ, ਜਦ ਕਿ ਉਹ ਵੀ ਜਿਹੜਾ ਹੈ ਤੁਸੀਂ ਉਹਨੂੰ ਕੱਚਾ ਜਿਹੜਾ ਹੈਗਾ ਉਹਨੂੰ ਲੈਣਾ ਹੁੰਦਾ ਹੈਗਾ, ਉਹ ਸਭ ਤੋਂ ਬੈਸਟ ਹੈਗਾ। ਅਤੇ ਉਹ ਈਵਨ ਤੁਸੀਂ ਦੇਖੋ ਕਿ ਇੱਥੇ ਜਿਹੜੇ ਤੇਲ, ਸਰੋਂ ਦੇ ਤੇਲ ਦੀਆਂ ਬੋਤਲਾਂ ਆਉਂਦੀਆਂ, ਉਹਦੇ ਉੱਤੇ ਲਿਖਿਆ ਹੁੰਦਾ ਹੈਗਾ ਕਿ ਨਾਟ ਫॉर ਕੁਕਿੰਗ, ਉਹ ਤਾਂ ਡਾਇਰੈਕਟ ਲਿਖਿਆ ਹੈਗਾ, ਗਵਰਨਮੈਂਟ ਦੇ ਵੱਲੋਂ ਲਿਖਾਇਆ ਜਾਂਦਾ ਹੈਗਾ ਕਿ ਇਹ ਤੁਸੀਂ ਖਾ ਨਹੀਂ ਸਕਦੇ ਕੁੱਕ ਕਰਕੇ। ਅਤੇ ਜਦ ਕਿ ਸਾਰੇ ਜਿਹੜੇ ਹੈ ਉਸ ਵੇਲੇ ਹੱਥ ਵਿੱਚੋਂ ਬੋਤਲ ਖੋਈ ਜਾਵੇ ਤਾਂ ਹੀ ਸਾਡੇ ਲੋਕ ਮੰਨ ਸਕਦੇ, ਜਾਂ ਫਿਰ ਤੜਕਾ ਲਾਉਣ ਵਾਲੇ ਉਦਾਂ ਅਦਰਵਾਈਜ਼ ਪੜਦੇ ਪੁੜਦੇ ਬਾਅਦ ਦੇ ਜੋ ਤੇਲ ਹੋਣਾ ਚਾਹੀਦਾ ਵਾ ਜੀ। ਜਾਂ ਅਸੀਂ ਲੈ ਰਹੇ ਹੈਗੇ ਆ ਸਨਫਲਾਵਰ ਆਇਲ, ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ, ਤੇਲ ਜਿਹੜੇ ਲੈ ਰਹੇ ਆ, ਜਿਹੜੇ ਕਿ ਐਕਚੁਅਲੀ ਕੁਕਿੰਗ ਵਾਸਤੇ ਨਹੀਂ ਬਣੇ, ਉਹ ਜਿਹੜੇ ਹੈਗੇ ਉਹਨਾਂ ਤੁਸੀਂ ਬਾਅਦ ਦੇ ਵਿੱਚ ਐਡ ਕਰਨਾ ਹੁੰਦਾ ਹੈਗਾ, ਕੁਕਿੰਗ ਵਾਸਤੇ ਨਹੀਂ ਹੈ। ਕੁਕਿੰਗ ਵਾਸਤੇ ਜਿਹੜਾ ਸਭ ਤੋਂ ਬੈਸਟ ਤੇਲ ਹੈਗੇ ਉਹ ਹੈਗਾ ਆ ਐਵਾਕਾਡੋ ਆਇਲ। ਕੁਕਿੰਗ ਵਾਸਤੇ ਸਭ ਤੋਂ ਬੈਸਟ ਹੈਗਾ ਆ ਕੋਕੋਨਟ ਦਾ ਆਇਲ, ਜਾਂ ਕੁਕਿੰਗ ਵਾਸਤੇ ਹੈਗਾ ਆ ਸਾਡਾ ਦੇਸੀ ਘਿਓ। ਇਹ 3 ਜਿਹੜੀਆਂ ਚੀਜ਼ਾਂ ਹੈਗੀਆਂ, 3 ਤੇਲਾਂ ਤੋਂ ਇਲਾਵਾ ਜਿਹੜੇ ਆ, ਤੁਸੀਂ ਹੋਰ ਕੋਈ ਤੇਲ ਨੂੰ ਜਦੋਂ ਤੁਸੀਂ ਗਰਮ ਕਰਦੇ ਹੋ, ਅਤੇ ਉਹਦੇ ਵਿਚਲੀਆਂ ਪ੍ਰੋਪਰਟੀਜ਼ ਨਸ਼ਟ ਹੋ ਜਾਂਦੀਆਂ ਆ, ਅਤੇ ਉਹ ਅੱਗੇ ਜਾ ਕੇ ਸਾਡੀ ਬੋਡੀ ਦੇ ਅੰਦਰ ਉਹ ਨੁਕਸਾਨ ਕਰਦਾ ਹੈਗਾ। ਐਂਡ ਆਬਵੀਅਸਲੀ ਜਦੋਂ ਇੱਕ ਅੱਧੀ ਵਾਰੀ ਖਾਂਦੇ ਤਾਂ ਕੁਛ ਨਹੀਂ ਹੁੰਦਾ, ਪਰ ਹੁਣ ਤੁਸੀਂ ਦੇਖੋ ਕਿ ਅਸੀਂ ਕਿੰਨੇ ਸਾਲਾਂ ਤੋਂ ਇਹ ਜਿਹੜਾ ਅਤਿਆਚਾਰ ਕਰਦੇ ਆ ਰਹੇ ਹਾਂ ਬੋਡੀ ਦੇ ਉੱਤੇ, ਹੁਣ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਬੋਡੀ ਨੂੰ ਉਹਨੂੰ ਖਰਾਬੀ ਦੇਣੀ ਹੈ ਨਾ। ਉਹ ਜ਼ਹਿਰ ਇੱਕ ਸਲੋ ਪੋਇਜ਼ਨ ਹੈ, ਤੁਸੀਂ ਬੋਡੀ ਨੂੰ ਦੇ ਰਹੇ ਹੈਗੇ, ਉਹਨੇ ਹੌਲੀ ਹੌਲੀ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਜਾ ਕੇ ਕੋਈ ਭਿਆਨਕ ਬਿਮਾਰੀ ਦਾ ਰੂਪ ਜਿਹੜਾ ਹੈ ਉਹਨੇ ਇਖਤਿਆਰ ਕਰਨਾ ਹੀ ਕਰਨਾ, ਚਾਹੇ ਉਹ ਹਾਰਟ ਅਟੈਕ ਹੈ, ਚਾਹੇ ਉਹ ਕੈਂਸਰ ਹੈ, ਚਾਹੇ ਉਹ ਅਰਥਰਾਈਟਸ ਹੈ,
ਚਾਹੇ ਉਹ ਆਟੋ ਇਮਿਊਨ ਡਿਜ਼ੀਜ਼ ਹੈਗੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, ਉਹ ਕਿਤੇ ਨਾ ਕਿਤੇ ਤੁਹਾਨੂੰ ਆਉਣੀ ਹੈ, ਕਿਉਂਕਿ ਤੁਸੀਂ ਅਨਨੈਸੈਸਰੀ ਬਾਡੀ ਦੇ ਉੱਤੇ ਬਰਡਨ ਜਿਹੜਾ ਉਹ ਪਾ ਰਹੇ ਹੈਗੇ ਹੋ। ਹੁਣ ਇਹੋ ਹੀ ਜਿਹੜੀ ਚੀਜ਼ ਹੈਗੀ ਹੈ, ਜਦੋਂ ਅਸੀਂ ਪ੍ਰੋਪਰ ਰੋਟੀ ਪਾਣੀ ਨਹੀਂ ਖਾਂਦੇ ਹੈਗੇ ਤੇ ਉਹਦੇ ਨਾਲ ਫਿਰ ਸਾਡੀ ਪਾਚਨ ਸ਼ਕਤੀ ਜਿਹੜੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ। ਇਸੇ ਕਰਕੇ ਕਹਿੰਦੇ ਆਯੁਰਵੈਦ ਦੇ ਵਿੱਚ ਕਿ ਹਰ ਇੱਕ ਬਿਮਾਰੀ ਜਿਹੜੀ ਹੈਗੀ ਹੈ ਉਹ ਤੁਹਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ। ਕਹਿੰਦੇ 100 ਗਿਣਤੀ ਦੀ ਬਿਮਾਰੀ ਜਿਹੜੀ ਹੈ ਤੁਹਾਡੀ ਪੇਟ ਤੋਂ ਸ਼ੁਰੂ ਹੁੰਦੀ ਹੈ। ਤੇ ਉਹ ਜਿਹੜੀ, ਜੇ ਤੁਹਾਡਾ ਪੇਟ ਹੀ ਠੀਕ ਹੈ ਨਹੀਂ ਹੈਗਾ ਤੇ ਤੁਹਾਨੂੰ 3600 ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ। ਜਿਵੇਂ ਤੁਸੀਂ ਕੁਐਸਚਨ ਕੀਤਾ ਹੈਗਾ ਆ ਕਿ ਵੀ ਜੋ ਖਾਂਦੇ ਹੈਗੇ ਆ ਵੀ ਮੂੰਹ ਦੇ ਵਿੱਚ ਹੀ ਟੇਸਟ ਰਹਿੰਦਾ ਹੈਗਾ, ਉਹਦਾ ਕੀ ਮਤਲਬ ਹੈ ਕਿ ਰੋਟੀ ਐਕਚੁਅਲੀ ਹਜ਼ਮ ਹੀ ਨਹੀਂ ਹੋ ਰਹੀ, ਅੰਦਰ ਨੂੰ ਪ੍ਰੋਪਰ ਜਾ ਹੀ ਨਹੀਂ ਰਹੀ ਹੈਗੀ, ਥੱਲੇ ਨੂੰ ਜਾ ਹੀ ਨਹੀਂ ਰਹੀ। ਹੁਣ ਉਹਦੇ 'ਚ ਕਈ ਸਿਨੈਰੀਓ ਹੋ ਸਕਦੇ ਹੋ, ਜੇ ਉਹਨਾਂ ਦੀ ਉਮਰ ਜ਼ਿਆਦਾ ਆ ਉਹ ਡਿਫਰੈਂਟ ਤਰੀਕੇ ਦੀ ਹੈ। 55 ਸਾਲ ਦੀ ਉਮਰ ਦੱਸੀ ਨਹੀਂ, ਖਾਣੇ ਤੋਂ ਕਹਿੰਦੇ 55 ਸਾਲ ਦੀ ਉਮਰ ਤਾਂ ਬਹੁਤ ਜੀ, ਉਹ ਬਹੁਤ ਥੋੜ੍ਹੀ ਉਮਰ ਹੈਗੀ ਆ। ਉਹ ਉਸ ਕੇਸ ਦੇ ਵਿੱਚ ਇਹਨਾਂ ਦੀ ਆਪਣੀ ਜਿਹੜੀ ਆ ਡਾਇਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਏਗੀ। ਇੱਕ ਤਾਂ ਜਿਹੜੀ ਇੱਕ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਡਾਇਟ, ਜਿਵੇਂ ਮੈਂ ਹੁਣ ਤੇਲ ਦੀਆਂ ਗੱਲਾਂ ਕੀਤੀਆਂ, ਕਿਉਂਕਿ ਜਦੋਂ ਤੇਲ ਦਾ ਖਾਣਾ ਅਸੀਂ ਜਿਹੜਾ ਸਬਜ਼ੀ ਜਿਹੜੀ ਆ ਉਹ ਅਸੀਂ ਉਹਨੂੰ ਗਰਮ ਕਰਕੇ ਉਹ ਜਿਹੜੇ ਓਲਿਵ ਆਇਲ ਨੂੰ ਅਸੀਂ ਇਸਤੇਮਾਲ ਕਰ ਰਹੇ ਹਾਂ, ਉਹਨੇ ਪਚਣਾ ਨਹੀਂ ਹੈਗਾ, ਬਾਡੀ ਨੂੰ ਪਚਾ ਨਹੀਂ ਸਕਦੀ, ਕਿਉਂਕਿ ਉਹਨੂੰ ਪਚਾਉਣ ਲਈ ਜਿਹੜਾ ਉਹਦਾ ਅੰਗ ਸੀਗਾ ਉਹ ਅਸੀਂ ਸਾੜ ਦਿੱਤਾ। ਹੁਣ ਜਦੋਂ ਬਾਡੀ ਜਿਹੜੀ ਹੈਗੀ ਉਹ ਬਾਡੀ ਦੇ ਵਾਸਤੇ ਉਹ ਇੱਕ ਅਨਨੈਚੁਰਲ ਚੀਜ਼ ਆ, ਜਦੋਂ ਉਹ ਖਾਂਦੇ ਹੈਗੇ ਆ ਤਾਂ ਫਿਰ ਉਹ ਬਾਡੀ ਦਾ ਸਾਰਾ ਜ਼ੋਰ ਜਿਹੜਾ ਉਹ ਐਕਚੁਅਲੀ ਤੇਲਾਂ ਨੂੰ ਬ੍ਰੇਕ ਡਾਊਨ ਕਰਨ ਦੇ ਵਿੱਚ ਲੱਗ ਜਾਂਦਾ ਹੈਗਾ, ਤੇ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ। ਉਹਦੇ ਕਰਕੇ ਬਾਡੀ ਜਿਹੜੀ ਉਹ ਜ਼ਿਆਦਾ ਐਸਿਡ ਬਣਾਉਂਦੀ ਹੈ, ਉਹ ਓਨਾ ਹੀ ਜ਼ਿਆਦਾ ਐਸਿਡ ਬਣੇਗਾ। ਜਿਹੜਾ ਐਸਿਡ ਜਦੋਂ ਬਣਨਾ, ਆਬਵੀਅਸਲੀ ਐਸਿਡ ਰੀਫਲਕਸ ਫਿਰ ਉਹਨੇ ਉੱਤੇ ਵੱਲ ਨੂੰ ਆਉਣਾ ਹੈਗਾ, ਤੇ ਉਹਦੇ ਕਰਕੇ ਜਿਹੜਾ ਫਿਰ ਉਹ ਤੁਹਾਨੂੰ ਟੇਸਟ ਜਿਹੜਾ ਸਾਰਾ ਆ ਰਿਹਾ ਹੁੰਦਾ। ਸੋ ਇੱਕ ਤਾਂ ਜਿਹੜੇ ਤੇਲ ਹੈਗੇ ਆ ਇਹ ਕੋਸ਼ਿਸ਼ ਕਰੋ ਕਿ ਇਹ ਬੰਦ ਕਰੋ। ਔਰ ਜਿੰਨਾ ਮਤਲਬ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੈਗੇ ਹੋ ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਆਪਣੀਆਂ ਫੈਮਲੀਜ਼ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਚਾਹੇ ਉਹ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੈਗੇ ਆ, ਚਾਹੇ ਇੰਡੀਆ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਆ, ਇਹ ਚੀਜ਼ ਜਿਹੜੀ ਹੈ ਜ਼ਰੂਰ ਦੱਸੋ ਕਿ ਓਲਿਵ ਆਇਲ ਜਿਹੜਾ ਅਸੀਂ ਇਸਤੇਮਾਲ ਕਰ ਰਹੇ ਹੈਗੇ ਆ ਉਹਨੂੰ ਗਰਮ ਕਰ ਰਹੇ ਹੈਗੇ, ਉਹ ਗਰਮ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਬਿਮਾਰੀਆਂ ਪੈਦਾ ਹੋ ਰਹੀਆਂ ਹੈਗੀਆਂ ਆ, ਉਹ ਤੁਸੀਂ ਕੋਈ ਉਹਦੇ ਵਾਸਤੇ ਫਾਇਦਾ ਨਹੀਂ ਕਰ ਰਹੇ। ਮਹਿੰਗੀਆਂ ਬੋਤਲਾਂ 13 14 ਡਾਲਰ ਦੀਆਂ ਲਿਆ ਰਹੇ ਹੈਗੇ ਹੋ, ਤੇ ਲਿਆ ਕੇ ਤੁਸੀਂ ਉਹਦੇ ਤੜਕੇ ਲਾ ਰਹੇ ਹੈਗੇ ਹੋ, ਉਹ ਤੁਸੀਂ ਖਰਾਬ ਕਰ ਰਹੇ ਹੋ ਆਪਣੇ ਆਪ ਨੂੰ, ਉਹਦੇ 'ਚ ਕੋਈ ਫਾਇਦਾ ਨਹੀਂ ਆ। ਉਹਦਾ ਜਿਹੜਾ ਫਾਇਦਾ ਸਿਰਫ ਇਹ ਹੈਗਾ ਆ ਕਿ ਤੁਸੀਂ ਉਹਨੂੰ ਲਿਆਓ, ਉਹਨੂੰ ਜਦੋਂ ਉਹਦਾ ਢੱਕਣ ਖੋਲ੍ਹਦੇ ਉਹਨੂੰ ਫਰਿੱਜ ਦੇ ਵਿੱਚ ਰੱਖੋ ਪ੍ਰੋਪਰ, ਔਰ ਉਹਨੂੰ ਜਦੋਂ ਤੁਸੀਂ ਇਸਤੇਮਾਲ ਕਰਨਾ ਆ ਤੇ ਉਹ ਕੁੱਕ ਹੋਈ ਸਬਜ਼ੀ ਦੇ ਉੱਤੇ ਤੁਸੀਂ ਪਾਉਣਾ ਹੈ, ਸਲਾਦ ਦੇ ਉੱਤੇ ਤੁਸੀਂ ਪਾਉਣਾ ਹੈ, ਨਾ ਕਿ ਉਹਦੇ ਨਾਲ ਤੁਸੀਂ ਕੁੱਕ ਕਰਨਾ। ਤੇ ਜਿਹੜੀ ਕੁਕਿੰਗ ਦੇ ਤੇਲ ਹੈਗੇ ਆ ਉਹ ਤੁਸੀਂ ਦੇਸੀ ਘਿਓ, ਐਵੋਕਾਡੋ ਆਇਲ ਤੇ ਕੋਕੋਨਟ ਆਇਲ, ਇਹ 3 ਆਇਲਸ ਜਿਹੜੇ ਹੈਗੇ ਆ ਜਿਹੜੇ ਕਿ ਮੰਨੇ ਜਾਂਦੇ ਹੈਗੇ ਆ ਕਿ ਇਹ ਚੰਗੇ ਹੁੰਦੇ ਹੈਗੇ ਆ। ਐਂਡ ਉਹਦੇ ਨਾਲ ਜੇ ਤੁਸੀਂ ਉਹਨੂੰ ਗਰਮ ਵੀ ਕਰਦੇ ਹੋ ਤੇ ਉਹਨਾਂ ਦੀਆਂ ਜਿਹੜੀਆਂ ਪੌਸ਼ਟਿਕ ਜਿਹੜੇ ਤੱਤ ਹੈਗੇ ਆ ਉਹ ਨਸ਼ਟ ਨਹੀਂ ਹੁੰਦੇ। ਸੋ ਉਹਦੇ ਨਾਲ ਤੁਹਾਡੀ ਜਿਹੜੀ ਉਹ ਬਾਡੀ ਨੂੰ ਸਗੋਂ ਚੰਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੰਦਰ ਜਾਣ ਨੂੰ ਮਿਲਦੀਆਂ ਹੈਗੀਆਂ, ਤੇ ਉਹ ਬਾਡੀ ਫਿਰ ਇੱਕ ਵੀ ਨਾਲ ਲੱਗਦਾ। ਦੱਸੋ ਵੀ ਇਹਨਾਂ ਲੋਕਾਂ ਦਾ ਫਿਰ ਟ੍ਰੀਟਮੈਂਟ ਕੀ ਹੋਵੇ, ਜਿਨ੍ਹਾਂ ਨੇ ਕੁਐਸਚਨ ਕੀਤਾ ਵੀ। ਹਾਂ ਦੇਖੋ, ਹੁਣ 2 ਘੰਟੇ ਦੇ ਵਿੱਚ ਖਾਧਾ ਪੀਤਾ ਜਾਂ ਉਹਦਾ ਸਵਾਦ ਕਰਨਾ ਵਾਪਸ ਆਉਂਦਾ ਜਾਂ ਮਿੱਠਾ ਸਵਾਦ ਆ, ਕੀ ਇਹਦਾ ਟ੍ਰੀਟਮੈਂਟ ਕੀ ਹੋ ਸਕਦਾ? ਦੇਖੋ ਟ੍ਰੀਟਮੈਂਟ ਜਿਹੜਾ ਹੈਗਾ ਹੈ ਨਾ, ਉਹ ਹੁਣ ਗੱਲ ਫਿਰ ਉੱਥੇ ਹੀ ਆ ਗਈ ਕਿ ਅਸੀਂ ਸਾਰੇ ਹੀ ਬੰਦੇ ਜਿਹੜੇ ਹੈਗੇ ਆ ਨਾ, ਉਹ ਅਸੀਂ ਟ੍ਰੀਟਮੈਂਟ ਵੱਲ ਨੂੰ ਜ਼ਿਆਦਾ ਦੌੜਦੇ ਹਾਂ, ਕਿਉਰ ਵੱਲ ਨੂੰ ਜ਼ਿਆਦਾ ਦੌੜਦੇ ਹੈਗੇ ਆ, ਰੈਦਰ ਦੈਨ ਕਿ ਕਾਜ਼ਿਜ਼ ਨੂੰ ਦੇਖਣਾ। ਸੋ ਇਹੋ ਹੀ ਚੀਜ਼ ਨੂੰ ਅਸੀਂ ਡਿਸਟਿੰਗੁਇਸ਼ ਕਰਨ ਦੇ ਵਿੱਚ ਜਿਹੜਾ ਆ ਜਾਂ ਅਸੀਂ ਲੱਭਣ ਦੇ ਵਿੱਚ ਜਿਹੜਾ ਹੈਗਾ ਆ, ਉਹ ਕਿੰਨੇ ਕੁ ਕੈਂਸਰ ਦੀ ਗੱਲ ਹੀ ਕਰਦੇ, ਕਿੰਨੇ ਕੁ ਮਿਲੀਅਨਸ ਡਾਲਰਸ ਅਸੀਂ ਵੇਸਟ ਕਰ ਦਿੱਤੇ, ਰੇਜ਼ ਕੀਤੀ ਮਨੀ, ਕਿੰਨੀਆਂ ਡੋਨੇਸ਼ਨਸ ਕੀਤੀਆਂ, ਤੇ ਕੈਂਸਰ ਦਾ ਹੱਲ ਅਜੇ ਤੱਕ ਵੀ ਨਹੀਂ ਲੱਭਾ। ਉਹ ਇਸੇ ਕਰਕੇ ਕਿ ਅਸੀਂ ਗਲਤ ਡਾਇਰੈਕਸ਼ਨ ਵੱਲ ਨੂੰ ਦੌੜ ਰਹੇ ਹਾਂ। ਅਸੀਂ ਕਿਉਰ ਲੱਭ ਰਹੇ ਹੈਗੇ ਆ, ਅਸੀਂ ਟ੍ਰੀਟਮੈਂਟ ਲੱਭ ਰਹੇ ਹੈਗੇ ਆ, ਅਸੀਂ ਕਾਜ਼ਿਜ਼ ਵੱਲ ਤੇ ਧਿਆਨ ਹੀ ਨਹੀਂ ਕੋਈ ਦੇ ਰਿਹਾ। ਕਿਸੇ ਨੇ ਅਜੇ ਤੱਕ ਰਿਸਰਚ ਨਹੀਂ ਕੀਤੀ ਵੀ ਕਈ ਕੈਂਸਰ ਹੋ ਰਿਹਾ ਹੈਗਾ ਆ, ਵੀ ਉਹਦੀ ਕਾਜ਼ ਕੀ ਆ, ਉਹ ਤੇ ਦੇਖੋ। ਜੇ ਕਾਜ਼ ਠੀਕ ਕਰ ਲਓ ਤੇ ਤੁਹਾਨੂੰ ਟ੍ਰੀਟਮੈਂਟ ਦੀ ਲੋੜ ਹੀ ਨਹੀਂ। ਫਿਰ ਉਹਦੇ ਨਾਲ ਕਈ ਸਟੋਰ ਬੰਦ ਹੋਣੇ ਆ ਨਾ, ਜੇ ਕਾਜ਼ ਲੱਭੇ। ਹਾਂ, ਤੇ ਉਹ ਹੁਣ ਇਹੀ ਜਿਹੜੀ ਗੱਲ ਹੈਗੀ ਹੈ ਹੁਣ ਇਹਨਾਂ ਦੇ ਵਿੱਚ ਵੀ ਹੈਗੀ ਹੈ ਕਿ ਅਸੀਂ ਟ੍ਰੀਟਮੈਂਟ ਵੱਲ ਨੂੰ ਦੌੜ ਰਹੇ ਹੈਗੇ, ਪਰ ਅਸੀਂ ਕਾਜ਼ਿਜ਼ ਵੱਲ ਨੂੰ ਨਹੀਂ ਦੌੜ ਰਹੇ। ਹੁਣ ਜਿਨ੍ਹਾਂ ਨੇ ਕੁਐਸਚਨ ਕੀਤਾ, ਸੋ ਆਪਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਉਹ ਜੌਬ ਕਿਸ ਤਰੀਕੇ ਦੀ ਹੈ, ਜੋ ਡਰਾਈਵ ਕਰ ਰਹੇ ਆ। ਜਿੱਦਾਂ ਮੈਂ ਦੱਸਿਆ ਕਿ ਬੈਠੇ ਰਹਿੰਦੇ ਲੋਕੀ, ਸੈਡੈਂਟਰੀ ਲਾਈਫ ਸਟਾਈਲ ਹੈ, ਉਹਦੇ ਵਿੱਚ ਉਹ ਕਿੱਥੋਂ ਡਾਈਜੈਸ਼ਨ ਹੋਣਾ ਹੀ ਹੈ ਨਹੀਂ ਹੈਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈਓ। ਸੋ ਕਾਜ਼ ਲੱਭਣ ਦੀ ਜ਼ਰੂਰਤ ਹੈਗੀ ਹੈ। ਜੇ ਅਸੀਂ ਉਹਨਾਂ ਨੂੰ ਹੁਣ ਅਸੀਂ ਕਹਿੰਦੇ ਹਾਂ ਕਿ ਰੋਟੀ ਖਾਣ ਤੋਂ ਬਾਅਦ ਤੁਸੀਂ ਤੁਰਨਾ ਆ, ਸੌਣ ਤੋਂ 4 ਘੰਟੇ ਪਹਿਲਾਂ ਤੁਹਾਡਾ ਰੋਟੀ ਪਾਣੀ ਖਾਧਾ ਹੋਣਾ ਚਾਹੀਦਾ।
ਐਂਡ ਯੈਟ ਤੁਸੀਂ ਦੇਖੋਗੇ ਕਿੰਨੇ ਕੁ ਲੋਕ ਆ ਜਿਹੜੇ ਕਰਦੇ ਹੈਗੇ, ਸਾਡੀ ਗੱਲ ਮੰਨਦੇ ਹੈਗੇ, ਬਹੁਤ ਘੱਟ ਲੋਕ ਹੈਗੇ। ਸੋ ਜਦੋਂ ਤੁਸੀਂ ਤੁਰਦੇ ਹੈਗੇ ਹੋ, ਅੱਡੀ ਜਿਹੜੀ ਉਹ ਤੁਹਾਡੀ ਪਹਿਲਾਂ ਵੱਜਣੀ ਚਾਹੀਦੀ। ਅੱਡੀ ਦੇ ਥੱਲੇ ਜਿਹੜਾ ਇੱਕ ਪ੍ਰੈਸ਼ਰ ਪੁਆਇੰਟ ਹੈ, ਜਿਹੜਾ ਕਿ ਸਾਡੇ ਪੇਟ ਦੇ ਡਾਈਜੈਸ਼ਨ ਨੂੰ ਜਿਹੜਾ ਆ ਉਹ ਪ੍ਰਮੋਟ ਕਰਦਾ। ਉਹਦੇ ਨਾਲ ਜਿਹੜਾ ਫੂਡ ਹੈ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਂਦਾ, ਅਤੇ ਉਹ ਫਿਰ ਜਦੋਂ ਉਹਦੇ ਨਾਲ ਉਹ ਡਾਈਜੈਸ਼ਨ ਜਿਹੜਾ ਠੀਕ ਹੁੰਦਾ ਹੈਗਾ, ਹੌਲੀ ਹੌਲੀ ਜਿਹੜਾ ਸਿਸਟਮ ਠੀਕ ਹੁੰਦਾ। ਹੁਣ ਇਹਨਾਂ ਦੇ ਕੇਸ ਦੇ ਵਿੱਚ ਕਿਉਂਕਿ ਆਪਾਂ ਨੂੰ ਐਗਜ਼ੈਕਟ ਨਹੀਂ ਪਤਾ ਕਿ ਕੀ ਹੈ, ਕਿਉਂਕਿ ਹੋ ਸਕਦਾ ਹੈ ਕਿ ਉਹ ਫੈਟੀ ਲਿਵਰ ਦੀ ਪ੍ਰੋਬਲਮ ਹੋਵੇ, ਹੋ ਸਕਦਾ ਕਿ ਉਹਨਾਂ ਦੇ ਪ੍ਰੋਟੀਨ ਮੈਟਾਬੋਲਿਜ਼ਮ ਜਿਹੜਾ ਹੈ ਉਹ ਘੱਟ ਹੋਵੇ, ਜਾਂ ਹੋ ਸਕਦਾ ਹੈ ਕਿ ਬਾਇਲ ਐਸਿਡ ਸਿਕ੍ਰੇਸ਼ਨ ਜਿਹੜੀ ਇਹਨਾਂ ਦੀ ਘੱਟ ਹੋਵੇ, ਜਾਂ ਹੋ ਸਕਦਾ ਹੈ ਕਿ ਇਹਨਾਂ ਦੀ ਸਮਾਲ ਇੰਟੈਸਟਾਈਨਸ ਦੀ ਅਬਜ਼ੌਰਪਸ਼ਨ ਘੱਟ ਹੋਵੇ, ਜਿੱਦਾਂ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ। ਸੋ ਕਈ ਤਰ੍ਹਾਂ ਦੇ ਸਿਨੈਰੀਓ ਹੋ ਸਕਦੇ ਹੈਗੇ ਆ ਜਿਹਦੀ ਵਜ੍ਹਾ ਦੇ ਕਰਕੇ ਇਹਨਾਂ ਦਾ ਫੂਡ ਜਿਹੜਾ ਉਹ ਮੂੰਹ ਦੇ ਵਿੱਚ ਵਾਪਸ ਆ ਰਿਹਾ ਹੈਗਾ। ਸੋ ਹੁਣ ਆਬਵੀਅਸਲੀ ਰੇਡੀਓ ਦੇ ਉੱਤੇ ਤੇ ਆਪਾਂ ਨੂੰ ਅਸੈਸਮੈਂਟ ਅਸੀਂ ਕਰ ਨਹੀਂ ਸਕਦੇ। ਜੇ ਲੋਕਲ ਹੈਗੇ ਆ ਅਤੇ ਮੈਨੂੰ ਤੁਸੀਂ ਆਣ ਕੇ ਇਨ ਪਰਸਨ ਜਿਹੜਾ ਮਿਲ ਸਕਦੇ ਹੋ, ਜਾਂ ਜੇ ਤੁਸੀਂ ਲੌਂਗ ਡਿਸਟੈਂਸ ਦੇ ਵਿੱਚ ਹੋ ਤਾਂ ਤੁਸੀਂ ਸਾਨੂੰ 905 874 33 ਦੇ ਉੱਤੇ ਫੋਨ ਕਰ ਸਕਦੇ ਹੈਗੇ ਹੋ, ਤਾਂ ਕਿ ਫਿਰ ਫਰਦਰ ਜਿਹੜਾ ਦੇਖਿਆ ਜਾ ਸਕੇ। ਕਈ ਵਾਰੀ ਜਿਹੜਾ ਉਹ ਪੇਟ ਹੀ ਜਿਹੜਾ ਸਾਡਾ ਪ੍ਰੋਪਰ ਸਾਫ਼ ਨਹੀਂ ਹੋ ਰਿਹਾ ਹੁੰਦਾ। ਕਿੰਨੇ ਲੋਕ ਹੈਗੇ ਆ ਕਿ ਜਿਹੜੇ ਕਹਿੰਦੇ ਅਸੀਂ ਤਾਂ ਸਿਰਫ ਇੱਕੋ ਵਾਰੀ ਸਵੇਰੇ ਜਾਈਦਾ ਜੀ, ਸਾਡਾ ਪੇਟ ਸਾਫ਼ ਹੋ ਜਾਂਦਾ ਅਤੇ ਅਸੀਂ ਜੀ ਬੱਲੇ ਬੱਲੇ ਛਾਵਾ ਛਾਵਾ, ਸਾਨੂੰ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ। ਜਦ ਕਿ ਅਸੀਂ ਕਿੰਨੀ ਵਾਰੀ ਕਹਿ ਚੁੱਕੇ ਹੈਗੇ ਹਾਂ ਕਿ ਇੱਕ ਵਾਰੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਅਸੀਂ ਫੂਡ ਖਾ ਰਹੇ ਹੈਗੇ ਆ, ਉਹ ਇੱਕ ਵਾਰੀ ਪੇਟ ਸਾਫ਼ ਕਰਨਾ ਚੰਗਾ ਨਹੀਂ ਹੈ। ਉਹਨੇ ਅੱਗੇ ਜਾ ਕੇ ਤੁਹਾਨੂੰ ਪ੍ਰੋਬਲਮਸ ਦੇਣੀਆਂ ਹੀ ਦੇਣੀਆਂ। ਜਿੰਨੀ ਵਾਰੀ ਤੁਸੀਂ 2 ਤੋਂ 3 ਵਾਰੀ ਟੋਇਲਟ ਜੇ ਜਾਂਦੇ ਹੈਗੇ ਹੋ, ਪੇਟ ਤੁਹਾਡਾ ਸਾਫ਼ ਹੁੰਦਾ ਹੈਗਾ ਆ, ਉਹ ਤੁਹਾਡੇ ਲਈ ਚੰਗਾ ਆ। ਤੁਸੀਂ ਉਹ ਜਿਹੜੀਆਂ ਮਾੜੀਆਂ ਚੀਜ਼ਾਂ ਤੁਸੀਂ ਬੋਡੀ ਦੇ ਅੰਦਰ ਨਹੀਂ ਰੱਖ ਰਹੇ ਹੈਗੇ। ਕਿਹੜੀ ਚੀਜ਼ ਹੈਗੀ ਹੈ ਜਿਹੜੀ ਨੈਚੁਰਲ ਅਸੀਂ ਖਾ ਰਹੇ ਹੈਗੇ ਹਾਂ। ਜਿੰਨੀਆਂ ਸਬਜ਼ੀਆਂ ਹੈਗੀਆਂ ਉਹਨਾਂ ਦੇ ਆਕਾਰ ਤੁਸੀਂ ਦੇਖੋ ਕਿੱਡੇ ਕਿੱਡੇ ਵੱਡੇ ਹੈਗੇ ਆ, ਗੋਭੀ ਦੇ ਫੁੱਲ ਕਿੱਡੇ ਕਿੱਡੇ ਵੱਡੇ ਆ, ਸ਼ਿਮਲਾ ਮਿਰਚਾਂ ਕਿੰਨੀਆਂ ਕਿੱਡੀਆਂ ਵੱਡੀਆਂ, ਕੇਲੇ ਕਿੱਡੇ ਕਿੱਡੇ ਵੱਡੇ ਹੈਗੇ, ਸੰਤਰੇ, ਸੇਬ, ਯੂ ਨੇਮ ਇਟ, ਹਰ ਇੱਕ ਚੀਜ਼ ਜਿਹੜੀ ਹੈ ਜੈਨੇਟਿਕਲੀ ਮੋਡੀਫਾਈਡ ਹੈ ਜਿਹੜੀ ਅਸੀਂ ਖਾ ਰਹੇ ਹੈਗੇ। ਅਤੇ ਹਾਂਜੀ, ਤੇ ਵੱਖਰੀ ਗੱਲ ਜੀ, ਚਲੋ ਖਾਂਦੇ ਬੰਦੇ ਤਾਂ ਹੀ ਹੈ ਕਿਉਂਕਿ ਜਦੋਂ ਅਸੀਂ ਸਟੋਰ 'ਚ ਜਾਂਦੇ ਹਾਂ, ਸਟੋਰ 'ਚ ਸਾਨੂੰ ਪਤਾ ਵੀ ਪਿਛਲੇ ਹਫ਼ਤੇ ਜਾਂ 2 ਹਫ਼ਤੇ ਪਹਿਲਾਂ ਜਾਂ ਸਮਾਨ ਆ, ਗੋਭੀ ਦਾ ਫੁੱਲ, ਜਾਂ ਫਿਰ ਤੁਸੀਂ ਬਾਕੀ ਸਬਜ਼ੀਆਂ ਜਾਂ ਫਰੂਟਾਂ ਦੀ ਹੋਰ ਦੀ ਵੀ ਗੱਲ ਕੀਤੀ, ਛੋਟੇ ਛੋਟੇ ਸੀ, ਅੱਜ ਵੱਡੇ ਫੁੱਲ ਆਏ ਆ, ਵੱਡੇ ਚੁੱਕੋ ਜੀ, ਇੰਨੇ ਡਾਲਰ ਦੇ, ਇੰਨੇ ਤੇ ਇੰਨੇ। ਉਹ ਬੰਦੇ ਇੱਕ ਦੀ ਵੀ ਆ 2 2 3 3 ਚੁੱਕ ਲੈਂਦਾ, ਉਹੀ ਚੀਜ਼ ਚੱਲਦੀ। ਇਹ ਨਹੀਂ ਪਤਾ ਲੱਗਦਾ ਵੀ ਉਹ ਕਿਵੇਂ ਵੱਡੇ ਹੋਏ ਨੇ ਦਿਨਾਂ ਵਿੱਚ, ਇਹ ਰਾਤੋਂ ਰਾਤੀ ਇਹਨਾਂ ਦਾ ਸਾਈਜ਼ ਵੱਡਾ ਕਰ ਦਿੱਤਾ ਗਿਆ। ਬਿਲਕੁਲ। ਔਰ ਹੁਣ ਇਹ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਖਾ ਤਾਂ ਰਹੇ, ਅਸੀਂ ਖਾ ਰਹੇ ਹੈਗੇ ਆ ਆਲ ਦਾ ਟਾਈਮ, ਐਂਡ ਅਸੀਂ ਸੋਚ ਰਹੇ ਹਾਂ ਕਿ ਅਸੀਂ ਤਾਂ ਘਰ ਦਾ ਹੀ ਖਾਣਾ ਖਾ ਰਹੇ ਹਾਂ ਜੀ, ਅਸੀਂ ਤਾਂ ਜੀ ਬਾਹਰ ਦਾ ਖਾਈਦਾ ਨਹੀਂ। ਵੈਲ ਅੱਜ ਕੱਲ੍ਹ ਦੇ ਜ਼ਮਾਨੇ 'ਚ ਰੈਸਟੋਰੈਂਟ ਦਾ ਫੂਡ ਅਤੇ ਘਰ ਦਾ ਫੂਡ, ਉਹਦੇ ਵਿੱਚ ਐਕਚੁਅਲੀ ਕੋਈ ਫਰਕ ਨਹੀਂ ਹੈਗਾ। ਜੋ ਉਹ ਤੁਸੀਂ ਬਾਹਰੋਂ ਖਾਂਦੇ ਹੋ ਉਹੀ ਤੁਸੀਂ ਘਰ ਬਣਾ ਰਹੇ ਹੈਗੇ ਹੋ। ਸਿਰਫ ਇੱਕ ਤੁਹਾਡੇ ਮਨ ਦੀ ਤਸੱਲੀ ਹੈ ਕਿ ਤੁਸੀਂ ਘਰੇ ਬੈਠ ਕੇ ਖਾ ਰਹੇ ਹੋ, ਅਤੇ ਉਹ ਥੋੜ੍ਹਾ ਜਿਹਾ ਚੀਪ ਪੈਂਦਾ ਹੈਗਾ ਜਦੋਂ ਤੁਸੀਂ ਘਰ ਦਾ ਫੂਡ ਖਾਂਦੇ ਹੋ। ਅਦਰਵਾਈਜ਼ ਨਿਊਟ੍ਰੀਸ਼ਨਲ ਫੈਕਟਸ ਜਿਹੜੇ ਹੈਗੇ ਉਹ ਲਿਟਰਲੀ ਸਾਰੇ ਦੇ ਸਾਰੇ ਸੇਮ ਹੀ ਹੈ, ਉਹਦੇ 'ਚ ਕੋਈ ਐਡਾ ਜ਼ਿਆਦਾ ਫਰਕ ਨਹੀਂ ਰਿਹਾ ਹੈਗਾ। ਸੋ ਹੁਣ ਅਸੀਂ ਆਪਣੀ ਬੋਡੀ ਨੂੰ ਐਕਚੁਅਲੀ ਸਾਫ਼ ਰੱਖਣਾ ਹੈਗਾ ਆ। ਗੱਲ ਇਸ ਕਿ ਸਫਾਈ ਦੀ, ਹੁਣ ਫੂਡ ਤੇ ਜਿਹੜਾ ਹੈਗਾ ਉਹ ਤਾਂ ਹੈ ਹੀ ਹੈ। ਹੁਣ ਉਹ ਮਤਲਬ ਜਿਸ ਹਿਸਾਬ ਦੇ ਨਾਲ ਉਹ ਜਿਹੜੇ ਹਾਈਬ੍ਰਿਡ ਸੀਡ ਹੋ ਗਏ, ਹੁਣ ਉਹਨਾਂ ਨੂੰ ਤੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ, ਪਰ ਅਸੀਂ ਆਪਣੇ ਅੰਦਰ ਦੀ ਤਾਂ ਸਫਾਈ ਤਾਂ ਰੱਖ ਸਕਦੇ ਹਾਂ ਨਾ। ਅਤੇ ਜਦੋਂ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਅਸੀਂ 2 ਤੋਂ 3 ਵਾਰੀ ਟੋਇਲਟ ਜਾਓ, ਉਹ ਸਭ ਤੋਂ ਪਹਿਲਾਂ ਹੀ ਪ੍ਰੋਬਲਮ ਇੱਥੇ, ਨਹੀਂ 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 ਨਹੀਂ, ਇਹ ਕਿੱਦਾਂ ਹੋ ਸਕਦਾ। ਅਸੀਂ ਤਾਂ ਜੀ, ਮੇਰੀ ਤਾਂ ਸ਼ੁਰੂ ਤੋਂ ਹੀ ਆਦਤ ਹੈ, ਮੇਰੀ ਤਾਂ ਇੰਡੀਆ ਤੋਂ ਹੀ ਆਦਤ ਹੈ ਜੀ, ਮੈਂ ਤਾਂ ਸਵੇਰੇ ਸਿਰਫ ਇੱਕੋ ਵਾਰੀ ਬਸ ਟੋਇਲਟ ਜਾਣਾ, ਉਹ ਤੋਂ ਬਾਅਦ ਦੇ ਵਿੱਚ ਜੀ ਮੈਂ ਬਿਲਕੁਲ ਠੀਕ ਹੈਗਾ, ਮੈਨੂੰ ਜ਼ਰੂਰਤ ਨਹੀਂ, ਪੇਟ ਮੇਰਾ ਬਿਲਕੁਲ ਖੁੱਲ੍ਹ ਕੇ ਸਾਫ਼ ਹੋ ਜਾਂਦਾ। ਆਮ ਇਹ ਲੋਕਾਂ ਦੀ ਜਿਹੜੀ ਹੈਗੀ ਹੈ ਵਰਡਿੰਗ ਹੁੰਦੀ ਹੈ। ਜਿਹੜੀ ਕਿ ਸਭ ਤੋਂ ਜ਼ਿਆਦਾ ਕੰਟਰੋਵਰਸ਼ੀਅਲ ਪ੍ਰੋਬਲਮ ਜਿਹੜੀ ਹੈ ਉਹ ਇਹੋ ਹੀ ਹੈ, ਕੰਟਰੋਵਰਸ਼ੀਅਲ ਸਟੇਟਮੈਂਟ, ਕਿ ਤੁਹਾਨੂੰ ਲੱਗਦਾ ਹੈਗਾ ਆ ਕਿ ਤੁਸੀਂ ਇੱਕ ਵਾਰੀ ਟੋਇਲਟ ਚਲੇ ਗਏ ਅਤੇ ਤੁਸੀਂ ਠੀਕ ਹੈਗੇ ਹੋ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤੁਸੀਂ 2 ਤੋਂ 3 ਵਾਰੀ ਜੇ ਨਹੀਂ ਜਾ ਰਹੇ ਟੋਇਲਟ ਅਤੇ ਤੁਹਾਡਾ ਪੇਟ ਨਹੀਂ ਸਾਫ਼ ਹੋ ਰਿਹਾ, ਉਹ ਜਿੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਖਾਧੀਆਂ ਹੈਗੀਆਂ ਆ, ਉਹਦੇ ਵਿੱਚ ਜਿਹੜੀ ਜ਼ਹਿਰੀਲਾ ਮਾਦਾ ਆ ਤੁਸੀਂ ਬੋਡੀ ਦੇ ਅੰਦਰ ਜਿਹੜਾ ਆ ਉਹ ਬਲੱਡ ਦੇ ਅੰਦਰ ਘੁਲਦਾ ਹੈਗਾ ਹੈ। ਉਹਦਾ ਟੌਕਸਿਸਿਟੀ ਲੈਵਲਸ ਜਿਹੜੇ ਉਹ ਵੱਧਦੇ ਹੈਗੇ ਆ। ਡਾਈਜੈਸਟਿਵ ਸਿਸਟਮ ਦੇ ਉੱਤੇ ਜਿਹੜਾ ਉਹ ਐਕਸਟਰਾ ਭਾਰ ਪੈਂਦਾ ਹੈਗਾ ਆ। ਬਾਇਲ ਐਸਿਡ ਜਿਹੜਾ ਆ ਉਹਦੇ ਉੱਤੇ, ਲਿਵਰ ਦੇ ਉੱਤੇ ਜਿਹੜਾ ਉਹ ਜ਼ਿਆਦਾ ਭਾਰ ਪੈ ਰਿਹਾ ਹੁੰਦਾ ਹੈ। ਕਈ ਚੀਜ਼ਾਂ ਜਿਹੜੀਆਂ ਉਹਦੇ ਨਾਲ ਫਿਰ ਪਲੱਸ ਗੈਸ ਬਣਦੀ ਹੈਗੀ ਆ, ਐਸਿਡ ਜਿਹੜਾ ਉਹ ਜ਼ਿਆਦਾ ਬਣਦਾ ਹੈਗਾ। ਕਿੰਨੇ ਤੁਸੀਂ ਲੋਕ ਹੈਗੇ ਆ, ਤੁਸੀਂ ਦੇਖੋ ਕਿ ਜਿਨ੍ਹਾਂ ਨੂੰ ਲੰਗ ਕੈਂਸਰ ਹੋ ਰਹੇ ਆ, ਜਾਂ ਜਿਨ੍ਹਾਂ ਨੂੰ ਐਸੋਫੇਗਸ ਦੇ ਕੈਂਸਰਸ ਹੋ ਰਹੇ ਆ, ਫੂਡ ਪਾਈਪ ਦੇ ਕੈਂਸਰ ਹੋ ਰਹੇ ਹੈਗੇ, ਉਹ ਕਾਰਨ ਹੀ ਇਹ ਹੈਗੇ ਸਾਰੇ ਕਿਉਂਕਿ ਅਸੀਂ ਪੇਟ ਹੀ ਨਹੀਂ ਸਾਫ਼ ਕਰ ਰਹੇ। ਕਿੰਨੇ ਗੋਰੇ ਤੁਸੀਂ ਦੇਖੋ, ਜਾਂ ਕੋਲਨ ਕੈਂਸਰ ਜਿਹੜਾ ਉਹਨਾਂ ਨੂੰ ਹੋ ਰਿਹਾ ਹੈਗਾ, ਸਭ ਤੋਂ ਜ਼ਿਆਦਾ ਕੋਲਨ ਕੈਂਸਰ ਹੈ ਹੀ ਗੋਰਿਆਂ ਦੇ ਵਿੱਚ, ਕਿਉਂਕਿ ਉਹ ਤਾਂ 2 3 ਦਿਨ ਨਹੀਂ ਜਾਂਦੇ। ਇੰਗਲਿਸ਼ ਵਾਲੇ ਡਾਕਟਰਸ ਕਹਿੰਦੇ ਆ ਜੀ ਤੁਸੀਂ 2 3 ਦਿਨ ਵੀ ਟੋਇਲਟ ਨਹੀਂ ਜਾਂਦੇ ਹੋ, ਇਟਸ ਨਾਰਮਲ।
ਉਹ ਕਹਿੰਦੇ ਪੇਟ ਦੇ ਅੰਦਰ ਜਿਹੜਾ ਹੈਗਾ ਉਹ ਇਨਫ ਹੈਗਾ। ਨੋ ਡਾਊਟ ਪੇਟ ਦੇ ਅੰਦਰ ਇਨਫ ਜਿਹੜੀ ਲਾਰਜ ਇੰਟੈਸਟ ਜਿਹੜਾ ਕੋਲਨ ਹੈਗਾ ਸਾਡਾ, ਨੋ ਡਾਊਟ ਕਿ ਉਹ ਐਕਸਪੈਂਡ ਹੋ ਸਕਦਾ। ਜਿੱਦਾਂ ਮੈਂ ਇਹ ਗੱਲ ਕਰੀਦੀ ਹੈ ਕਿ ਜਿਹੜਾ ਆਪਣੇ ਵਾਸ਼ਰ ਡਰਾਇਰ ਹੁੰਦੇ ਹੈਗੇ ਆ ਨਾ ਕੱਪੜੇ ਸੁਕਾਉਣ ਵਾਲੇ, ਉਹਦੇ ਪਿਛਲਾ ਪਾਈਪ ਹੁੰਦਾ, ਉਹ ਪਾਈਪ ਜਿਹੜਾ ਐਕਸਪੈਂਡ ਹੋ ਜਾਂਦਾ ਨਾ ਜਦੋਂ ਜਦੋਂ ਅਸੀਂ ਬਾਹਰ ਨੂੰ ਕੱਢਦੇ ਹਾਂ ਤੇ ਬਾਹਰ ਨੂੰ ਹੋ ਜਾਂਦਾ। ਇੱਦਾਂ ਹੀ ਸਾਡਾ, ਹਾਂ ਹਾਂਜੀ, ਉਹ ਇਸੇ ਤਰੀਕੇ ਨਾਲ ਸਾਡਾ ਕੋਲਨ ਹੈਗਾ ਆ, ਉਹਦੇ ਵਿੱਚ ਇੱਕ क्षमता ਹੈਗੀ ਆ ਕਿ ਉਹ ਆਪਣੇ ਆਪ ਨੂੰ ਐਕਸਪੈਂਡ ਕਰ ਸਕਦਾ ਜਿੱਦਾਂ ਜਿੱਦਾਂ ਉਹ 'ਚ ਵੇਸਟ ਮਟੀਰੀਅਲ ਜਾਈ ਜਾਣਾ। ਪਰ ਉਹ ਹੈ ਤਾਂ ਸਾਡੀ ਬਾਡੀ ਦੇ ਅੰਦਰ ਹੀ ਹੈ ਨਾ, ਉਹਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਿਹੜਾ ਆ ਉਹ ਦੁਬਾਰਾ ਬਲੱਡ ਦੇ ਅੰਦਰ ਘੁਲੀ ਜਾਣਾ, ਜਿਹਦੇ ਕਰਕੇ ਸਾਨੂੰ ਸਕਿਨ ਦੀਆਂ ਪ੍ਰੋਬਲਮਸ ਆਉਂਦੀਆਂ, ਸਾਨੂੰ ਆਟੋ ਇਮਿਊਨ ਡਿਜ਼ੀਜ਼ ਲੱਗਦੀਆਂ ਹੈਗੀਆਂ, ਬਾਡੀ ਦੇ ਆਪਣੇ ਸੈੱਲਾਂ ਨੂੰ ਮਾਰੀ ਜਾ ਰਹੇ ਹੈਗੇ ਆ। ਸੋ ਉਹ ਸਾਰਾ ਕਿਤੇ ਨਾ ਕਿਤੇ ਦਾਰੋਮਦਾਰ ਜਿਹੜਾ ਸਾਡੇ ਲਾਈਫ ਸਟਾਈਲ ਦੇ ਨਾਲ ਜ਼ਰੂਰ ਜੁੜਦਾ। ਅਤੇ ਜਦੋਂ ਸਾਨੂੰ ਇਹ ਸਮਝ ਲੱਗ ਗਈ ਕਿ ਸਾਡਾ ਲਾਈਫ ਸਟਾਈਲ ਜਿਹੜਾ ਉਹ ਗਲਤ ਹੈ, ਜੇ ਉਹਨੂੰ ਸਾਨੂੰ ਠੀਕ ਕਰਨ ਦੀ ਜ਼ਰੂਰਤ ਹੈਗੀ ਹੈ, ਉਸ ਟਾਈਮ ਦੇ ਉੱਤੇ ਨਾ ਹੀ ਇੱਥੇ ਕੈਂਸਰ ਰਹਿਣਾ, ਨਾ ਹੀ ਇੱਥੇ ਹਾਰਟ ਅਟੈਕ ਰਹਿਣਾ, ਨਾ ਹੀ ਹੋਰ ਬਿਮਾਰੀਆਂ, ਸ਼ੂਗਰ ਹੋ ਗਈ, ਕੋਲੈਸਟਰੋਲ ਹੋ ਗਿਆ, ਹਾਈ ਬਲੱਡ ਪ੍ਰੈਸ਼ਰ ਹੋ ਗਿਆ। ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਸਾਡੀਆਂ ਨਵੇਂ ਯੁੱਗ ਦੀ ਲਾਈਫ ਸਟਾਈਲ ਦੀ ਵਜ੍ਹਾ ਦੇ ਕਰਕੇ ਆ ਰਹੀਆਂ ਹੈਗੀਆਂ। ਅਤੇ ਜਦੋਂ ਅਸੀਂ ਆਪਣੀ ਲਾਈਫ ਸਟਾਈਲ ਨੂੰ ਠੀਕ ਕਰ ਲਿਆ, ਆਪਣੀ ਡਾਇਟ ਨੂੰ ਠੀਕ ਕਰ ਲਿਆ, ਅਸੀਂ ਜੜੀਆਂ ਬੂਟੀਆਂ ਜਿਹੜੀਆਂ ਉਹਨਾਂ ਨੂੰ ਇਸਤੇਮਾਲ ਸ਼ੁਰੂ ਕਰ ਲਿਆ ਕਰਨਾ, ਜਾਂ ਜਿਹੜੀਆਂ ਅਸੀਂ ਐਕਸਰਸਾਈਜ਼ ਪ੍ਰੋਪਰ ਖੁੱਲ੍ਹੇ ਇਨਵਾਇਰਮੈਂਟ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਕਰਨੀਆਂ, ਅਤੇ ਉਹ ਬ੍ਰੇਕ ਬਾਡੀ ਨੂੰ ਦੇਣੀ ਬੜੀ ਜ਼ਰੂਰੀ ਹੈਗੀ ਸੇਮ ਟਾਈਮ ਦੇ ਉੱਤੇ, ਇਹ ਕਰਨੀਆਂ ਸ਼ੁਰੂ ਕਰ ਦਿੱਤੀਆਂ, ਅਤੇ ਆਪਣੇ ਆਪ ਹੀ ਬਾਡੀ ਜਿਹੜੀ ਹੈਗੀ ਆ ਉਹ ਨੈਚੁਰਲ ਇਨਵਾਇਰਮੈਂਟ ਦੇ ਨਾਲ ਚੱਲਣੀ ਸ਼ੁਰੂ ਕਰ ਦੇਣੀ। ਦੇਖੋ ਕਿ ਅਸੀਂ ਕਿੰਨੀ ਵਾਰੀ ਆਪਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਲੈ ਲਈ, ਉਸ ਤੋਂ ਬਾਅਦ ਕੰਟੀਨਿਊ ਰੱਖਾਂਗੇ, ਆਪਣਾ ਸਮਾਂ ਵੀ ਸਮਾਪਤੀ ਵੱਲ ਨੂੰ, ਇੱਕ ਦੋ ਕੁਐਸਚਨ ਵੀ ਆਪਣੇ ਕੋਲ ਆਏ, ਆਪਾਂ ਪਹਿਲਾਂ ਇੱਕ ਕਮਰਸ਼ੀਅਲ ਛੋਟੀ ਜਿਹੀ, ਉਸ ਤੋਂ ਬਾਅਦ ਫਿਰ ਵਾਪਸ ਕਰਦੇ ਹਾਂ। 905 874 3333 ਰੂਬਲ ਸਾਹਿਬ ਦਾ ਫੋਨ ਨੰਬਰ ਹੈ, ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ। ਹੋ ਗਿਆ ਫੇਰ ਖਰਚੇ ਦੇ ਥਾਂ ਕੀ ਸੋਚੀ ਪਈ ਹੋ ਜਨਾਬ? ਤੇ ਖਾਤੇ ਤੇ ਛੱਤ ਚੇਂਜ ਕਰਵਾਉਣੀ ਹੈ। ਹਾਂਜੀ ਹਾਂ, ਤਾਂ ਫਿਰ ਜਲਦੀ ਪੀਲੈਸ ਰੂਫਿੰਗ ਨੂੰ ਫੋਨ ਲਗਾਓ। ਵਧੀਆ ਤਕਨੀਕ ਨਾਲ ਵਧੀਆ ਕੁਆਲਿਟੀ ਵਾਲੀ ਗਰੰਟੀ-ਸ਼ੁਦਾ ਛੱਤ ਲਗਵਾਓ ਤੇ ਵੱਧ ਖਰਚੇ ਤੇ ਘਟੀਆ ਛੱਤਾਂ ਦਾ ਛੁਟਕਾਰਾ ਪਾਓ। ਪੀਲੈਸ ਰੂਫਿੰਗ 416 826 5800 ਪੀਲੈਸ ਰੂਫਿੰਗ। ਪਾਰਟੀ ਹੋ ਗਈ ਜੱਗੀ? ਉਹ ਕਾਹਦੀ? ਨਵੇਂ ਟਰੱਕ ਦੀ। ਸੌਰੀ ਯਾਰ, ਇਸ ਵਾਰ ਤਾਂ ਤੇਰੀ ਪਾਰਟੀ ਰਹਿ ਗਈ। ਕਿਉਂ? ਉਹ ਨਵਾਂ ਨਹੀਂ, ਨਵੇਂ ਵਰਗਾ ਬਣਾਇਆ ਕਿੰਗਸ ਮਿਲ ਵਾਲਿਆਂ ਤੋਂ। Kings Mill Sandblasting and Spray Painting, Mississauga, Ontario। ਇਹ ਟਰੱਕ ਚੈਸੀ, ਗ੍ਰੇਵਲ ਟ੍ਰੇਲਰ, ਡੰਪ ਟਰੱਕ, ਗੱਲ ਕੀ ਹਰੇਕ ਤਰ੍ਹਾਂ ਦੇ ਟ੍ਰੇਲਰ ਦੇ ਸੈਂਡ ਬਲਾਸਟਿੰਗ ਦਾ ਕੰਮ ਤਸੱਲੀ ਬਖਸ਼ ਕਰਦੇ हैं। ਸੈਂਡ ਬਲਾਸਟ ਚਾਸੀ ਤੋਂ ਸਾਰਾ ਰਸਟ ਸਾਫ਼ ਕਰਕੇ ਬਣਾਉਂਦਾ ਤੁਹਾਡੇ ਟਰੱਕ ਨੂੰ ਚਮਕਦਾ ਤੇ ਬ੍ਰੈਂਡ ਨਿਊ। ਸੈਂਡ ਬਲਾਸਟ ਤੋਂ ਬਾਅਦ ਇਹ ਪ੍ਰਾਈਮ ਤੇ ਪੇਂਟ ਵੀ ਕਰਦੇ ਨੇ। ਟਰੱਕਾਂ ਦਾ ਬॉडी वर्क करवाओ ਤੇ ਚਾਹੇ ਕਰਵਾਓ ਰਿਪੇਅਰ। ਅੱਜ ਹੀ ਕਾਲ ਕਰੋ ਅਮਰਪ੍ਰੀਤ 905 782 5200 905 782 5200। ਫਲਾਈਂਗ ਜੀਏ ਦੇ ਨਾਲ ਪੈਂਦਾ ਤੁਹਾਡਾ ਆਪਣਾ ਕਿੰਗਸ ਮਿਲ ਸੈਂਡ ਬਲਾਸਟਿੰਗ ਐਂਡ ਸਪਰੇ ਪੇਂਟਿੰਗ, ਮਿਸੀਸਾਗਾ, ਓਨਟਾਰੀਓ। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਸਾਡੀ ਤੁਹਾਡੀ ਗੱਲਬਾਤ ਚੱਲਦੀ ਪਈ ਰੂਬਲ ਸਾਹਿਬ ਦੇ ਨਾਲ। ਰੂਬਲ ਸਾਹਿਬ ਕੁਐਸਚਨ ਹੈ ਜੀ, ਸਟੂਡੈਂਟ ਨੇ ਜਾਣੀ ਕਿ ਇੱਥੇ ਆਏ ਨੇ ਫੀਮੇਲ, ਤੇ ਉਹਨਾਂ ਦੀ ਉਮਰ 22 ਸਾਲ ਹੈ, ਤੇ 22 ਸਾਲ ਇਹ ਨਹੀਂ ਦੱਸਿਆ ਕਿ ਹੱਥ ਦੇ ਉੱਤੇ ਮਾਝੇ ਕਾਲਾ ਜਿਹਾ ਸਪੌਟ ਆ ਤੇ ਸਟੋਮਕ ਦੇ ਉੱਤੇ ਪੈਣੇ ਸ਼ੁਰੂ ਹੋ ਗਏ ਨੇ। ਕੀ এনवायरमेंट ਦੇ ਕਰਕੇ ਆ ਜਾਂ ਫਿਰ ਕੱਪੜੇ ਚੇਂਜਸ ਦੇ ਕਰਕੇ ਆ? ਕੀ ਵਜ੍ਹਾ ਦੇ ਕਰਕੇ ਕਿਉਂ ਇਹ ਹੋ ਸਕਦਾ, ਇਸ ਦੀ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ। ਤੇ ਜਾਂ ਫਿਰ ਬਲੱਡ ਸਰਕਲ ਦੇ ਕਰਕੇ ਕੁਛ ਹੋ ਸਕਦਾ, ਕੀ ਵਜ੍ਹਾ ਹੋ ਸਕਦੀ ਹੈ। 22 ਸਾਲ ਦੇ ਫੀਮੇਲ ਨੇ। ਇਸ ਤੋਂ ਪਹਿਲਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਦਿਓ, ਉਸ ਤੋਂ ਪਹਿਲਾਂ ਆਪਾਂ ਦੱਸਦੇ ਕਿ ਜੇਕਰ ਤੁਸੀਂ ਫਸਟ ਸੈਕੰਡ ਥਰਡ ਮੌਰਗੇਜ ਲੈਣੀ ਜਾਂ ਮੌਰਗੇਜ ਦੇ ਸੰਬੰਧੀ ਕੋਈ ਸਵਾਲ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਕੋਲ 4 ਪੈਸੇ ਪਏ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਕਿੱਥੇ ਇਨਵੈਸਟ ਕੀਤਾ ਜਾਵੇ, ਤੇ ਗੁਰਤੀਤ ਸਿੰਘ ਪਾਸਲਾ ਦੇ ਨਾਲ ਗੱਲਬਾਤ ਕਰ ਸਕਦੇ। ਗੋਲਡਨ ਸਟਾਰ ਮੌਰਗੇਜ ਦੇ ਨਾਲ ਕੰਮ ਕਰਦੇ ਨੇ। 416 316 77 416 316 77 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਰੀਅਲ estate ਦੇ ਖੇਤਰ ਵਿੱਚ ਕੋਈ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਖਰੀਦਣੀ ਚਾਹੁੰਦੇ ਹੋ, ਤੇ ਡੈਫੀਨਿਟਲੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 647 281 48 57 647 281 4857। ਸਾਡੇ ਕੋਲ ਕਮਰਸ਼ੀਅਲ ਪ੍ਰਾਪਰਟੀਆਂ ਕਾਫੀ ਜਾਂ ਕਹਿ ਲਓ ਇਨਵੈਸਟਮੈਂਟ ਪ੍ਰਾਪਰਟੀਆਂ ਕਾਫੀ ਆ ਚੁੱਕੀਆਂ ਨੇ। ਤੁਸੀਂ ਲੋਕਲ ਟਰੱਕ ਯਾਰਡ ਦੀ ਭਾਲਦੇ ਸੀ, ਲੋਕਲ ਸਾਡੇ ਕੋਲ ਟਰੱਕ ਯਾਰਡ ਮਿਲ ਚੁੱਕੇ ਨੇ ਜੇ ਤੁਹਾਡੇ ਵਾਸਤੇ ਅਵੇਲੇਬਲ ਨੇ। ਜੇਕਰ ਤੁਸੀਂ ਟਰੱਕ ਯਾਰਡ ਲੈਣਾ ਚਾਹੁੰਦੇ ਹੋ 2 ਏਕੜ 4 ਏਕੜ ਤੇ ਜਾਂ ਇਸ ਤੋਂ ਵੱਧ, ਤੇ ਡੈਫੀਨਿਟਲੀ ਮੇਰੇ ਨਾਲ ਗੱਲਬਾਤ ਕੀਤੀ ਜਾਏ ਤਾਂ ਫੁੱਲੀ ਫੈਂਸ ਲੱਗੀ ਹੋਇਆ ਟਰੱਕ ਯਾਰਡ ਹੈ। ਇਸ ਤੋਂ ਇਲਾਵਾ ਸਾਡੇ ਕੋਲ 2-3 ਪ੍ਰਾਪਰਟੀਆਂ ਨੇ ਜਿਨ੍ਹਾਂ ਦੇ ਵਿੱਚ ਘਰ ਪੂਰਾ ਖੂਬਸੂਰਤ ਬਣਿਆ ਹੈ, ਇਨਵੈਸਟਮੈਂਟ ਪਰਪਸ ਦੇ ਵਾਸਤੇ ਵਧੀਆ ਹੈ।
ਇੱਕ 4 ਬੈਡਰੂਮ ਦੀ ਪ੍ਰਾਪਰਟੀ ਹੈ ਤੇ ਜਿਹਦੇ ਵਿੱਚ 4 ਬੈਡਰੂਮ ਦੀ ਬੇਸਮੈਂਟ ਬਣੀ ਹੈ, 1 ਏਕੜ ਦੇ ਵਿੱਚ ਆ। ਇਸੇ ਤਰੀਕੇ ਦੇ ਨਾਲ 2.5 ਏਕੜ ਦੇ ਵਿੱਚ 2 ਘਰ ਬਣੇ ਨੇ ਨਾਲ ਬਿਲਕੁਲ ਜੁੜਵੇਂ, ਇੱਕ ਡਿਟੈਚ ਕਰਦਾ ਹੈ, ਦੂਜੇ ਨਾਲ ਬੰਗਲੋ ਡਿਟੈਚ ਬਿਲਕੁਲ ਬਣਿਆ ਹੋਇਆ। ਇਸ ਨੂੰ ਲੈਣਾ ਚਾਹੁੰਦੇ ਹੋ ਤੇ 10 ਏਕੜ ਦੇ ਵਿੱਚ ਇਹ ਘਰ ਹੈ ਤੇ ਲੋਟ ਹੈ ਤੇ ਵਧੀਆ ਚੀਜ਼ ਹੈ ਜੇਕਰ ਤੁਸੀਂ ਇਸ ਚੀਜ਼ ਨੂੰ ਲੈਣਾ ਚਾਹੁੰਦੇ ਹੋ, ਜਾਂ ਫਿਰ ਥੋੜਾ ਜਿਹਾ ਘਰ ਨੂੰ ਰੈਨੋਵੇਟ ਕਰਕੇ ਤੁਸੀਂ ਚੰਗੇ ਪੈਸੇ ਹੋਰ ਬਣਾਉਣਾ ਚਾਹੁੰਦੇ ਹੋ ਤੇ ਇਦਾਂ ਦੀਆਂ ਪ੍ਰਾਪਰਟੀਆਂ ਸਾਡੇ ਕੋਲ ਅਵੇਲੇਬਲ ਨੇ। ਤੁਸੀਂ ਮੈਨੂੰ ਕਾਲ ਕਰੋ 647 281 48 57। ਇਸ ਤੋਂ ਇਲਾਵਾ ਗੈਸ ਸਟੇਸ਼ਨ ਲੈਣਾ ਹੋਵੇ, ਪੀਜ਼ਾ ਸਟੋਰ ਲੈਣਾ ਹੋਵੇ, ਬਹੁਤ ਸਾਰੀਆਂ ਪ੍ਰਾਪਰਟੀਆਂ ਸਾਡੇ ਕੋਲ ਉਪਲਬਧ ਨੇ। ਇਹਨਾਂ ਸਾਰੀਆਂ ਦੀ ਡਿਟੇਲ ਜਾਣਨ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰੋ 647 281 48 57। ਪਰ ਰੂਬੋ ਸਾਹਿਬ ਸਮਾਂ ਘੱਟ ਆ ਤੇ ਡੈਫੀਨਿਟਲੀ ਥੋੜਾ ਜਿਹਾ ਦੱਸ ਦਿਓ ਤੇ ਉਸ ਤੋਂ ਬਾਅਦ ਆਪਣਾ ਨੰਬਰ। ਦੇਖੋ ਗੁਰਪਾਲ ਜੀ, ਐਕਚੁਅਲੀ ਇਨਫੋਰਮੇਸ਼ਨ ਥੋੜੀ ਅਧੂਰੀ ਹੈ ਕਿਉਂਕਿ ਕਈ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਉਹ ਦੇਖਣੀਆਂ ਹੁੰਦੀਆਂ ਕਿ ਜਿੱਦਾਂ ਦੱਸਿਆ ਕਿ ਚਮੜੀ ਦੇ ਉੱਤੇ ਕਾਲੇ ਧੱਬੇ ਪੈ ਰਹੇ ਹੈਗੇ ਆ, ਪਰ ਇਹ ਨਹੀਂ ਦੱਸਿਆ ਕਿ ਉਹਨਾਂ ਤੇ ਖੁਰਕ ਹੁੰਦੀ ਆ ਜਾਂ ਉਹਨਾਂ ਤੇ ਫਲੇਕੀ ਹੁੰਦੀ ਹੈਗੀ ਆ, ਜਾਂ ਐਗਜ਼ੀਮਾ ਸਰਾਈਸਿਸ ਟਾਈਪ ਤਾਂ ਨਹੀਂ ਹੈ। ਸੋ ਉਹਨਾਂ ਦੇ ਇਲਾਜ ਡਿਫਰੈਂਟ ਤਰੀਕੇ ਦੇ ਹੁੰਦੇ ਆ। ਬਟ ਜੇ ਉਹ ਸਿਰਫ ਇਕੱਲੇ ਦਾਗ ਧੱਬੇ ਹੀ ਹੈਗੇ ਆ, ਪਰ ਅਗੇਨ ਉਹਨੂੰ ਦੇਖਣ ਦੀ ਜ਼ਰੂਰਤ ਹੈਗੀ ਆ। ਆਈ ਵੁੱਡ ਸੁਜੈਸਟ ਕਿ ਤੁਸੀਂ ਜਾਂ ਪਰਸਨਲੀ ਆਓ ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਪਿਕਚਰਸ vaidrubal.canada@gmail.com ਦੇ ਉੱਤੇ। ਸੋ vaidrubal.canada@gmail.com ਤੇ ਆਪਣੀ ਪਿਕਚਰਸ ਜਿਹੜੀਆਂ ਤੁਸੀਂ ਸੈਂਡ ਕਰ ਸਕਦੇ ਹੈਗੇ ਹੋ, ਦੇਖ ਕੇ ਵਧੇਰੇ ਪਤਾ ਲੱਗ ਸਕਦਾ ਹੈਗਾ। ਹਾਊਐਵਰ ਕਿਉਂਕਿ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਜ਼ਿਆਦਾਤਰ ਇਨਡੋਰ ਰਹਿੰਦੇ ਹੈਗੇ ਹਾਂ, ਸੋ ਉਹਦੇ ਕਰਕੇ ਸਪੈਸ਼ਲੀ ਕੈਨੇਡੀਅਨਸ, ਹਰ ਦੂਸਰਾ ਕੈਨੇਡੀਅਨ ਜਿਹੜਾ ਉਹ ਵਾਈਟਾਮਿਨ ਡੀ ਡਿਫੀਸ਼ੀਐਂਟ ਹੈ, ਮਤਲਬ ਕਿ ਵਾਈਟਾਮਿਨ ਡੀ ਜਿਹੜਾ ਉਹ ਅਸੀਂ ਲੈ ਨਹੀਂ ਰਹੇ ਹੈਗੇ। ਸੋ ਉਹ ਇੱਕ ਬੜੀ ਵੱਡੀ ਇੱਕ ਕਾਰਨ ਹੁੰਦਾ ਜਿਹਦੇ ਕਰਕੇ ਸਕਿਨ ਦੇ ਨਾਲ ਰਿਲੇਟਡ ਜਿਹੜੀਆਂ ਉਹ ਸਾਨੂੰ ਪ੍ਰੋਬਲਮਸ ਰਹਿੰਦੀਆਂ। ਰਿਮੈਂਬਰ, ਜਿਹੜਾ ਵਾਈਟਾਮਿਨ ਡੀ ਹੈ ਉਹ ਇਕੱਲਾ ਵਾਈਟਾਮਿਨ ਨਹੀਂ ਹੈ, ਉਹ ਹਾਰਮੋਨ ਵੀ ਹੈ। ਸੋ ਉਹਦੇ ਨਾਲ ਫਿਰ ਉਹ ਜੇ ਉਹ ਹਾਰਮੋਨ ਜਿਹੜਾ ਹੈ ਉਹ ਪ੍ਰੋਪਰ ਉਹ ਸਿੰਥੇਸਾਈਜ਼ ਹੀ ਉਦੋਂ ਹੁੰਦਾ ਜਦੋਂ ਅਸੀਂ ਸਕਿਨ ਸਨ ਦੇ ਉੱਤੇ ਅਸੀਂ ਐਕਸਪੋਜ਼ ਕਰਦੇ ਹਾਂ ਆਪਣੇ ਆਪ ਨੂੰ। ਹੁਣ ਤੁਸੀਂ ਦੇਖੋ ਕਿ ਇੱਥੋਂ ਸਨ ਨੂੰ ਐਕਸਪੋਜਰ ਜਿਹੜਾ ਬਹੁਤ ਘੱਟ ਹੀ ਅਸੀਂ ਲੈਂਦੇ ਹੈਗੇ ਹਾਂ, ਜਿਹਦੇ ਕਰਕੇ ਇਹ ਪ੍ਰੋਬਲਮਸ ਇਹੋ ਜਿਹੀਆਂ ਰਹਿੰਦੀਆਂ ਹੈ। ਇਨ ਦਾ ਮੀਨ ਟਾਈਮ ਜਿਹੜਾ ਤੁਸੀਂ ਵਾਈਟਾਮਿਨ ਡੀ ਡ੍ਰੌਪਸ ਲਿਕੁਇਡ ਫਾਰਮ ਦੇ ਵਿੱਚ ਜਿਹੜੇ ਹੈਗੇ ਆ ਉਹ ਕਿਸੇ ਵੀ ਫਾਰਮੇਸੀ ਤੋਂ ਜਾ ਕੇ ਲੈਣੇ ਸ਼ੁਰੂ ਕਰੋ ਐਂਡ ਉਹਦੇ ਨਾਲ ਦੇਖੋ ਕਿ ਤੁਹਾਨੂੰ ਕਿੱਦਾਂ ਲੱਗਦਾ। ਜੇ ਨਹੀਂ ਫਰਕ ਪੈ ਰਿਹਾ, ਡੈਫੀਨੇਟਲੀ ਤੁਸੀਂ ਸਾਨੂੰ ਮਿਲ ਸਕਦੇ ਹੈਗੇ ਹੋ ਇਨ ਪਰਸਨ, ਜਾਂ ਤੁਸੀਂ ਈਮੇਲ ਕਰ ਸਕਦੇ ਹੋ ਆਪਣੀ ਪਿਕਚਰਸ, ਸੋ ਦੈਟ ਕਿ ਦੇਖ ਕੇ ਪਤਾ ਲੱਗ ਸਕੇ ਕਿ ਇਹ ਕਿਸ ਤਰੀਕੇ ਦੀ ਪ੍ਰੋਬਲਮ ਕੀ ਆ ਰਹੀ ਹੈਗੀ ਆ। ਆਈ ਥਿੰਕ ਗੁਰਪਾਲ ਜੀ, ਸਮਾਂ ਜਿਹੜਾ ਆ ਉਹ ਸਾਡਾ ਸਮਾਪਤ ਹੋਣ ਜਾ ਰਿਹਾ ਹੈਗਾ ਆ। ਬਹੁਤ ਬਹੁਤ ਸ਼ੁਕਰੀਆ ਜਿਹੜੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਔਰ ਆਪਣਾ ਕੀਮਤੀ ਸਮਾਂ ਜਿਹੜਾ ਉਹ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਸੁਣਦੇ ਹੈਗੇ ਆ। ਔਰ ਅਸੀਂ ਚਾਹੁੰਦੇ ਹੈਗੇ ਕਿ ਸਾਨੂੰ ਫੀਡਬੈਕ ਜਿਹੜੀ ਉਹ ਜ਼ਰੂਰ ਮਿਲੇ, ਤੁਹਾਨੂੰ ਕਿੱਦਾਂ ਦਾ ਪ੍ਰੋਗਰਾਮ ਲੱਗ ਰਿਹਾ ਜਾਂ ਕਿਸ ਤਰੀਕੇ ਦੀ ਰੂਪਰੇਖਾ ਹੋਰ ਹੋਣੀ ਚਾਹੀਦੀ ਆ। ਤੁਸੀਂ ਜੇ ਚਾਹੁੰਦੇ ਹੋ ਇਸ ਨੂੰ ਹੋਰ ਬੈਟਰ ਤਰੀਕੇ ਦੇ ਨਾਲ ਕੀਤਾ ਜਾਵੇ, ਤੁਹਾਡੇ ਸੁਝਾਅ ਆਪਣੇ ਹੋ ਸਕਦੇ ਆ, ਕਿਉਂਕਿ ਸਾਨੂੰ ਤਾਂ ਇੱਦਾਂ ਹੀ ਲੱਗਦਾ ਕਿ ਅਸੀਂ ਸਭ ਤੋਂ ਬੈਸਟ ਕਰ ਰਹੇ ਹੈਗੇ। ਪਰ ਕਈ ਵਾਰੀ ਜਿਹੜਾ ਹੈਗਾ ਹੈ ਉਹ ਹਰ ਵਾਰੀ ਇੰਪਰੂਵ, ਕਹਿੰਦੇ ਹੁੰਦੇ ਆ ਕਿ ਦੇਰ ਇਜ਼ ਆਲਵੇਜ਼ ਅ ਰੂਮ ਫॉर ਇੰਪਰੂਵਮੈਂਟ। ਤਾਂ ਉਹ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਸੁਜੈਸ਼ਨ ਸਾਨੂੰ ਚਾਹੀਦਾ ਹੈਗਾ, ਡੈਫੀਨੇਟਲੀ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਮੈਸੇਜ ਜਾਂ ਉਹਨਾਂ ਨੂੰ ਫੋਨ ਜ਼ਰੂਰ ਕਰੋ 647 281 48 57 ਦੇ ਉੱਤੇ, 647 281 48 57। ਸਾਡੇ ਕਲੀਨਿਕ ਦਾ ਨੰਬਰ ਹੈ 905 874 3333, 9058743333। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਅਗਲੀ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਰੂਬਲ ਸਾਹਿਬ 900